कंग बनारस हिंदुआ मुसलमाना मक्का कामा कर कर बाबा गाविए बचन ताल मेरे दंगर बाबा बचन ताल मेरे दंगर बाबा जाहर पी जगत गुर बाबा जाहर पी जगत गुर बाबा जगत गुर बाबा। भगत बछल होए आया पतित उदाहरण अजब अजामा चार वर्ण एक वर्ण होए साध संगत मिल होई तरामा चंदनवास वनस्पत अबल दोमना सेम खरामा अबल दोमना सेम खरामा जाहर पी जगत गुर बाबा जाहर पी जगत गुर बाबा हुक्म अंदर सबको कुदरत किस दी करे जवाबा हुक्म अंदर सबको कुदरत किस दी करे जवाबा जाहर पी जगत गुर बाबा जाहर पी बाबा जगत गुर बाबा जगत गुर बाबा। भाई गुरदास जी फरमान करते ने सतगुर नानक प्रगटिया मिटी धुंध जग चानण होआ। इत्थे पप्पे दे पैर च रारा पूरा ही लग जाता पप्पा रारा अगे गगा आ जाता उन्होंने पप्पे दे पैर च पाया भाई गुरदास जी ने उसका मतलब है इहदा उच्चारण भी अद्धा ही होएगा प्रगटिया। हुण गल्लां दो ने एक जन्म दा आ एक प्रगट दा आ। कलगीधर पातशाह लिखते ने प्रगटियो खालसा परमात्म की मौज खालसा अकाल पुरख की फौज। उत्थे भी शब्द है प्रगटियो खालसा इत्थे भी शब्द है सतगुरु नानक प्रगटिया। जो जन्मदा है वह मर जाता वह खत्म हो जाता लेकिन जो प्रगट होंदा है ना वह हमेशा रहिंदा। आखो सतनाम श्री पहली गल गुरु नानक दा शरीर पैदा नहीं सी होया गुरु नानक दे नाल नाल गुरु दा ज्ञान प्रगट होया सी। आखो सतनाम। गुरु नानक दे 10 शरीर आए 10 चले गए। असीं कुछ 35 मनते हैं कुछ 36 महापुरखों की बाणी कहते हैं कुछ 35 कहते हैं। रौलियां च नहीं पैना झंझटां च नहीं पैना विवादां च नहीं पैना। जिहड़ा सच है उन्होंने मन लेना जिहड़ा झूठ है उन्होंने बाहर सुट देना दिमाग विचों ते घर विचों भी। याद रखियो जिहड़ा पखंड है उन्होंने कदे घर विच ना रखियो ते उन्होंने दिमाग विच भी ना रखियो। पहला तुहाडे दिमाग चों जाएगा फिर तुहाडे घर चों जाएगा। याद रखियो
ਜਿਸ ਦਿਨ ਸਾਨੂੰ ਪਤਾ ਲੱਗ ਗਿਆ ਵੀ ਜੋਤਾਂ ਜਾਤਾਂ ਲਾਉਣੀਆਂ ਗੁਰਮਤ ਦੇ ਵਿੱਚ ਨਹੀਂ ਨੇ, ਮਨ ਮਤ ਹੈ, ਉਦੋਂ ਪਹਿਲਾਂ ਦਿਮਾਗ ਚੋਂ ਮੰਨਾਂਗੇ, ਫਿਰ ਗੁਰਦੁਆਰਿਆਂ ਚੋਂ ਘਰਾਂ ਚੋਂ ਫਿਰ ਕੱਢਾਂਗੇ। ਅਸੀਂ ਭਾਈ ਜੋਤਾਂ ਨਹੀਂ ਲਾਉਂਦੇ। ਸਾਡੀ ਅਕੈਡਮੀ ਚੱਲਦੀ ਨੂੰ ਲਗਭਗ 10 ਸਾਲ ਹੋ ਗਏ। ਸਾਡੇ ਉਸਤਾਦ ਜੀ ਸੀ ਉਸਤਾਦ ਮੱਘਰ ਖਾਨ ਜੀ, ਭਾਈ ਮਰਦਾਨੇ ਕਿਆਂ ਦੀ ਬਰਾਦਰੀ ਦੇ ਵਿੱਚੋਂ ਸੀ, ਜਿਨ੍ਹਾਂ ਦੀ ਕਿਰਪਾ ਨਾਲ ਅਸੀਂ ਗਾਉਂਦੇ ਹਾਂ, ਜਿਨ੍ਹਾਂ ਨੇ ਸਾਨੂੰ ਸਿਖਾਇਆ। ਸੈਂਕੜੇ ਬੱਚੇ ਇਸ ਅਕੈਡਮੀ ਵਿੱਚੋਂ ਤਿਆਰ ਹੋ ਕੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੇਵਾਵਾਂ ਕਰ ਰਹੇ ਨੇ। ਮੇਰੀ ਬੇਟੀ ਸਿਰਫ 3.5 ਸਾਲ ਦੀ ਹੈ ਔਰ ਰਾਗ ਵਿੱਚ ਕੀਰਤਨ ਕਰ ਲੈਂਦੀ ਹੈ। ਮੇਰੇ ਕੋਲ ਵੀਡੀਓ ਵੀ ਹੈ। ਇਸੇ 30 ਅਕਤੂਬਰ ਦਾ ਅਕੈਡਮੀ ਦਾ ਸਾਲਾਨਾ ਸਮਾਗਮ ਸੀ। ਬੜਾ ਵੱਡਾ ਇਕੱਠ ਹੁੰਦਾ ਹੈ, ਬੜਾ ਵੱਡਾ ਪ੍ਰੋਗਰਾਮ ਹੁੰਦਾ ਹੈ। ਸਾਰੇ ਧਰਮਾਂ ਦੇ ਬੱਚੇ ਉੱਥੇ ਆਉਂਦੇ ਆ, ਸਾਰੇ ਧਰਮਾਂ ਦਾ ਸੰਗੀਤ ਉੱਥੇ ਸਿਖਾਇਆ ਜਾਂਦਾ। ਇਵਨ ਕਿ ਸਾਡੀ ਅਕੈਡਮੀ ਦੇ ਵਿੱਚ, ਭਾਈ ਮਰਦਾਨਾ ਜੀ ਅਕੈਡਮੀ ਦੇ ਵਿੱਚ, ਹਿੰਦੂ ਬੱਚੇ ਵੀ ਸ਼ਾਮ ਨੂੰ ਰਹਿਰਾਸ ਪੜ੍ਹ ਕੇ ਜਾਂਦੇ ਨੇ। ਆਖੋ ਸਤਨਾਮ। ਹਿੰਦੂ ਬੱਚੇ ਵੀ ਗੁਰਬਾਣੀ ਦਾ ਕੀਰਤਨ ਕਰਦੇ ਆ। ਸੋ ਗੱਲ ਕਰ ਰਹੇ ਸੀ, ਪਹਿਲਾਂ ਦਿਮਾਗ ਵਿੱਚੋਂ ਜਾਂਦੀ ਹੈ ਮਨਮਤ, ਫਿਰ ਘਰ ਵਿੱਚੋਂ ਜਾਂਦੀ ਹੈ, ਫਿਰ ਸਮਾਜ ਵਿੱਚੋਂ ਜਾਂਦੀ ਹੈ। ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ ਵੀ ਬਾਬਾ ਨਾਨਕ ਕਿੱਡਾ ਵੱਡਾ ਆ, ਗੁਰੂ ਨਾਨਕ ਕਿੱਡਾ ਵੱਡਾ ਆ, ਜਿਸ ਦੇ ਗਿਆਨ ਦੇ ਸਾਹਮਣੇ ਕੋਈ ਨਹੀਂ ਟਿਕਿਆ, ਕੋਈ ਨਹੀਂ ਟਿਕਿਆ। ਸਭ ਪੈਰੀ ਪੈ ਗਏ ਬਾਬੇ ਦੇ। ਜਗਤ ਆਣ ਸਭ ਪੈਰੀ ਪਾਇਆ। ਸਿੱਧ ਵੀ ਪੈਰੀ ਪਏ, ਬ੍ਰਾਹਮਣ ਵੀ ਪੈਰੀ ਪਏ, ਮੌਲਵੀ ਵੀ ਪੈਰੀ ਪਏ, ਹੋਰ ਬੜੇ ਗਿਆਨੀ, ਬੜੇ ਪ੍ਰਚਾਰਕ, ਬੜੇ ਵਿਦਵਾਨ, ਸਭ ਪੈਰੀ ਪਏ ਬਾਬੇ ਦੇ। ਸਿੱਖੋ, ਕਦੇ ਬੈਠ ਕੇ ਸੋਚੋ ਵੀ ਗੁਰੂ ਨਾਨਕ ਕਿੱਡਾ ਵੱਡਾ ਸੀ। ਗੁਰੂ ਨਾਨਕ ਤੁਹਾਡੇ ਗੁਰੂ ਦਾ ਗਿਆਨ ਕਿੱਡਾ ਵੱਡਾ ਸੀ, ਤੁਹਾਡੇ ਗੁਰੂ ਕੋਲ ਨੌਲੇਜ ਕਿੰਨੀ ਸੀ, ਤੁਹਾਡੇ ਗੁਰੂ ਦਾ ਬੌਧਿਕ ਲੈਵਲ ਕਿੱਡਾ ਸੀ। ਸਿੱਖੋ, ਤੁਹਾਡੇ ਗੁਰੂ ਅੱਗੇ ਕੋਈ ਨਹੀਂ ਟਿਕ ਪਾਇਆ। ਆਖੋ ਸਤਨਾਮ। ਰਾਏ ਭੋਏ ਦੀ ਤਲਵੰਡੀ, ਅੱਜ ਕੱਲ ਨਨਕਾਣਾ ਸਾਹਿਬ, ਰਾਏ ਬੁਲਾਰ ਦਾ ਮੁੰਡਾ ਭੋਏ ਬੁਲਾਰ, ਜਿਨ੍ਹਾਂ ਦੇ ਨਾਮ ਦੇ ਉੱਪਰ ਉਹ ਪਿੰਡ ਦਾ ਨਾਮ ਸੀ, ਉਸ ਕਸਬੇ ਦਾ ਨਾਮ ਸੀ, ਉਸ ਸ਼ਹਿਰ ਦਾ ਨਾਮ ਸੀ ਰਾਏ ਭੋਏ ਦੀ ਤਲਵੰਡੀ। ਉਹ ਬਹੁਤ ਵੱਡੇ ਅਮੀਰ ਚੌਧਰੀ ਲਾਣੇ ਦੇ ਵਿੱਚੋਂ ਸੀ, ਜਿਨ੍ਹਾਂ ਦੇ ਨਾਮ ਤੇ ਉਹ ਬਸਦਾ ਸੀ ਵੀ ਇਹਨਾਂ ਦੀ ਤਲਵੰਡੀ ਆ, ਰਾਏ ਭੋਏ ਦੀ ਤਲਵੰਡੀ। ਪਰ ਉਸ ਨੇ, ਰਾਏ ਬੁਲਾਰ, ਭੋਏ ਬੁਲਾਰ ਨੇ ਗੁਰੂ ਨਾਨਕ ਦੇ ਵਿੱਚ ਜੋਤ ਪਛਾਣੀ ਵੀ, ਤੇ ਇੱਕ ਓਂਕਾਰ ਦੀ ਜੋਤ ਹੈ। ਇਹ ਸਾਖਸ਼ਾਤ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਇਹ ਅਕਾਲ ਦੀ ਜੋਤ ਹੈ। ਉਹਨਾਂ ਨੇ ਆਪਣਾ ਨਾਮ ਖਤਮ ਕਰਤਾ, ਮਿਟਾ ਦਿੱਤਾ। ਕਹਿੰਦੇ ਸਾਡੀ ਨਹੀਂ, ਇਹ ਧਰਤੀ ਗੁਰੂ ਨਾਨਕ ਦੀ ਹੈ। ਇੱਥੇ ਨਾਨਕ ਦਾ ਆਣਾ ਹੋਇਆ, ਨਨਕਾਣਾ। ਨਾਨਕ ਦਾ ਜਿੱਥੇ ਆਣਾ ਹੋਇਆ ਉਹ ਬਣ ਗਿਆ ਨਨਕਾਣਾ ਸਾਹਿਬ। ਆਖੋ ਸਤਨਾਮ। ਪਹਿਲਾਂ ਉਹਦਾ ਨਾਮ ਤਲਵੰਡੀ ਸੀ, ਰਾਏ ਭੋਏ ਦੀ ਤਲਵੰਡੀ। ਪਿਓ ਪੁੱਤਰ ਦੇ ਨਾਮ ਤੇ ਉਹ ਤਲਵੰਡੀ ਜਾਣੀ ਜਾਂਦੀ ਸੀ। ਉਹਨਾਂ ਦੋਨਾਂ ਨੇ ਪਛਾਣਿਆ ਵੀ ਰੱਬੀ ਜੋਤ ਹੈ। ਉਹਨਾਂ ਨੇ ਆਪਣਾ ਨਾਮ ਰੱਦ ਕੀਤਾ। ਬਹੁਤ ਵੱਡੀ ਗੱਲ ਹੈ ਭਰਾਵੋ। ਆਪਣਾ ਹੰਕਾਰ ਹੀ ਖਤਮ ਕਰ ਦੇਣਾ, ਆਪਣਾ ਨਾਮ ਹੀ ਖਤਮ ਕਰ ਦੇਣਾ, ਆਪਾਂ ਆਪ ਹੀ ਮਿਟਾ ਦੇਣਾ। ਬਸ ਹੋਣਾ ਤੇ ਆਹੀ ਸੀ। ਗੁਰੂ ਕੋਲ ਆ ਕੇ ਆਪਣਾ ਆਪ ਖਤਮ ਕਰਨਾ ਸੀ। ਇੱਥੇ ਜਦ ਮੱਥਾ ਟੇਕਣਾ ਸੀ ਨਾ, ਉਦੋਂ ਆਪਣੀ ਮੱਤ ਗੁਰੂ ਨੂੰ ਦੇ ਦੇਣੀ ਸੀ ਤੇ ਗੁਰੂ ਦੀ ਮੱਤ ਲੈ ਲੈਣੀ ਸੀ। ਮੱਥਾ ਟੇਕਣ ਦਾ ਮਤਲਬ ਇਹ ਹੁੰਦਾ ਹੈ, ਗੁਰੂ ਦੀ ਮੱਤ ਲੈ ਲੈਣੀ। ਆ ਮੱਥਾ ਰੱਖਦੇ ਨਾ ਗੁਰੂ ਦੇ ਚਰਨਾਂ 'ਚ, ਗੁਰੂ ਦੇ ਚਰਨਾਂ ਵਿੱਚ ਮੱਥਾ ਰੱਖਣ ਦਾ ਮਤਲਬ ਹੀ ਇਹ ਹੁੰਦਾ ਵੀ ਮਾਲਕਾ ਆਪਣੀ ਮੱਤ ਦੇ, ਮੈਨੂੰ ਗੁਰਮਤ ਦੇ। ਆਖੋ ਸਤਨਾਮ। ਪਰ ਅਸੀਂ ਲਈ ਨਹੀਂ, ਅਸੀਂ ਵਰਤਦੇ ਆਪਦੀ ਹਾਂ। ਪਿਤਾ ਕਲਿਆਣ ਦਾਸ ਮਹਿਤਾ ਜੀ ਦੇ ਘਰ ਮਾਤਾ ਤ੍ਰਿਪਤਾ ਦੀ ਕੁੱਖ ਦੇ ਵਿੱਚੋਂ 1469 ਈਸਵੀ ਦੇ ਵਿੱਚ, ਹੁਣ ਅਗਲੀ ਗੱਲ ਜਿਹੜੀ ਮੈਂ ਕਹਿਣ ਲੱਗਿਆ ਧਿਆਨ ਦਿਓ, ਅੱਜ ਪ੍ਰਕਾਸ਼ ਦਿਹਾੜਾ ਨਹੀਂ ਹੈ, ਇੱਕ ਵੈਸਾਖ ਹੈ ਪ੍ਰਕਾਸ਼ ਦਿਹਾੜਾ। ਮੈਂ ਵਿਦ ਐਵੀਡੈਂਸ ਬੋਲਾਂਗਾ, ਸਾਨੂੰ ਜਵਾਬ ਦੇਣੇ ਪੈਂਦੇ ਨੇ, ਰਿਕਾਰਡ ਵੀ ਹੋ ਰਿਹਾ। ਕਲਗੀਧਰ ਪਾਤਸ਼ਾਹ ਨੇ ਖਾਲਸੇ ਦਾ ਸਾਜਨਾ ਦਿਵਸ ਰੱਖਿਆ ਇੱਕ ਵੈਸਾਖ, ਵਿਸਾਖੀ ਵਾਲਾ ਦਿਨ। ਉਹਨੂੰ ਰੱਖਣ ਦਾ ਮਕਸਦ ਵੀ ਇਹੀ ਸੀ ਵੀ ਉਹ ਦਿਨ ਗੁਰੂ ਨਾਨਕ ਦਾ ਪ੍ਰਕਾਸ਼ ਦਿਹਾੜਾ ਸੀ। 4 ਜਨਮ ਸਾਖੀਆਂ ਨੇ ਮੁੱਖ। ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਪੜ੍ਹੀਏ ਅਸੀਂ, ਇੱਕ ਜਨਮ ਸਾਖੀ ਛੱਡ ਕੇ ਬਾਕੀ ਜਨਮ ਸਾਖੀਆਂ ਨੂੰ ਪੜ੍ਹੀਏ ਅਸੀਂ। ਧਿਆਨ ਨਾਲ ਸੁਣਿਓ ਮੇਰੀ ਗੱਲ ਜਿਹੜੀ ਮੈਂ ਕਹਿਣ ਜਾ ਰਿਹਾ। 4 ਜਨਮ ਸਾਖੀਆਂ ਦੇ ਵਿੱਚੋਂ ਇੱਕ ਜਨਮ ਸਾਖੀ ਆਪਾਂ ਅਲੱਗ ਰੱਖਦੇ ਹਾਂ, ਉਹਦੇ ਤੇ ਵੀ ਵਿਚਾਰ ਕਰਾਂਗੇ। ਭਾਈ ਬਾਲੇ ਵਾਲੀ ਪਹਿਲਾਂ ਲੈ ਲਈ ਅਸੀਂ। ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਇੱਕ ਜਗ੍ਹਾ ਵੀ ਕਿਤੇ ਵੀ ਬਾਲੇ ਨਾਂ ਦੇ ਬੰਦੇ ਦਾ ਕੋਈ ਜ਼ਿਕਰ ਨਹੀਂ ਹੈ। ਧਿਆਨ ਨਾਲ ਸੁਣਿਓ ਗੱਲ। ਫਿਰ ਲੈ ਲਈਏ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੀ ਬਾਣੀ। ਬਾਬਾ ਜੀ ਪਹਿਲਾਂ ਬਹੁਤ ਸੋਹਣੀ ਵਿਚਾਰ ਕਰ ਰਹੇ ਸੀ, ਅਸੀਂ ਚਾਹ ਪੀਂਦੇ ਸੁਣ ਰਹੇ ਸੀ।
ਬਾਬਾ ਜੀ ਪੂਰੀ ਬਾਣੀ ਦੇ ਵਿੱਚ ਕਿਸੇ ਬਾਲੇ ਦਾ ਜ਼ਿਕਰ ਹੋਇਆ? ਨਹੀਂ ਹੋਇਆ। ਦੋ ਗੱਲਾਂ ਸਮਝਣ ਲਈ ਬਹੁਤ ਵੱਡੀ ਗੱਲ ਹੈ ਵੀ ਗੁਰਬਾਣੀ ਦੇ ਵਿੱਚ ਵੀ ਬਾਲੇ ਦਾ ਜ਼ਿਕਰ ਨਹੀਂ ਹੈ। ਭਾਈ ਗੁਰਦਾਸ ਜੀ ਦੀ ਬਾਣੀ ਦੇ ਵਿੱਚ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ, ਭਾਈ ਗੁਰਦਾਸ ਦੀਆਂ ਰਚਨਾਵਾਂ ਦੇ ਵਿੱਚ ਕਿਤੇ ਵੀ ਬਾਲੇ ਦਾ ਜ਼ਿਕਰ ਨਹੀਂ ਹੈ। ਬਾਲੇ ਵਾਲੀ ਸਾਖੀ ਛੱਡ ਕੇ ਬਾਕੀ ਜਿਹੜੀਆਂ 3 ਜਨਮ ਸਾਖੀਆਂ ਮਿਲਦੀਆਂ ਨੇ ਉਹਨਾਂ ਦੇ ਵਿੱਚ ਵੀ ਕਿਤੇ ਬਾਲੇ ਦਾ ਜ਼ਿਕਰ ਨਹੀਂ ਹੈ। ਬਾਲੇ ਦਾ ਜ਼ਿਕਰ ਹੈ ਕਿੱਥੇ? ਜਿਹੜੀ ਬਾਲੇ ਨੇ ਖੁਦ ਲਿਖੀ ਹੈ ਜਨਮ ਸਾਖੀ, ਕੇਵਲ ਉਹਦੇ ਵਿੱਚ ਹੀ ਬਾਲੇ ਦਾ ਜ਼ਿਕਰ ਹੈ। ਹੁਣ ਸੱਚ ਕੀ ਹੈ? ਸੱਚ ਇਹ ਹੈ ਜਿਹੜਾ ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ, ਇਹ ਬਾਲੇ ਦੀ ਜਨਮ ਸਾਖੀ ਦਾ ਪ੍ਰਕਾਸ਼ ਦਿਹਾੜਾ। ਬਾਲੇ ਨਾਂ ਦਾ ਕੋਈ ਬੰਦਾ ਗੁਰੂ ਨਾਨਕ ਸਾਹਿਬ ਨਾਲ ਨਹੀਂ ਹੋਇਆ। ਇਹਦਾ ਸਬੂਤ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਿੰਦੀ ਹੈ, ਮੈਂ ਨਹੀਂ ਦਿੰਦਾ। ਬਾਬੇ ਮਰਦਾਨੇ ਦਾ ਨਾਮ ਭਾਈ ਮਰਦਾਨਾ ਜੀ ਦੀ ਵਾਰਾਂ ਦੇ ਵਿੱਚ ਵੀ ਹੈ, ਬਾਬੇ ਮਰਦਾਨੇ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ। ਬਾਬਾ ਜੀ ਬੈਠੇ ਨੇ, ਪੁੱਛ ਲਓ। ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਹੈ। ਭਾਈ ਸਾਹਿਬ ਭਾਈ ਮਰਦਾਨਾ ਜੀ ਦਾ ਜ਼ਿਕਰ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚ ਵੀ ਬਹੁਤ ਥਾਵੇਂ ਮਿਲ ਜਾਂਦਾ। ਭਾਈ ਗੁਰਦਾਸ ਜੀ ਲਿਖਦੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਤੀਜੇ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਕਿਸੇ ਦਾ, ਯਾਦ ਰੱਖਿਓ। ਇਹ ਅੱਜ ਮੰਨ ਕੇ ਚੱਲਿਓ ਗੱਲ। ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਬੂਤ ਦੇ ਰਿਹਾ, ਮੈਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦਾ ਸਬੂਤ ਦੇ ਰਿਹਾ। ਜੇ ਤੁਹਾਨੂੰ ਭਾਈ ਗੁਰਦਾਸ ਜੀ ਤੋਂ ਲੈ ਕੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਤੇ ਵਿਸ਼ਵਾਸ ਹੈ ਸਿੱਖੋ, ਤਾਂ ਅੱਜ ਤੋਂ ਬਾਅਦ ਬਾਲੇ ਨੂੰ ਭੁੱਲ ਜਾਓ। ਬਾਲੇ ਨਾਂ ਦਾ ਕੀ ਉਸੇ ਬਾਲੇ ਨੇ ਜਿਹੜੀ ਲਿਖਾਈ ਗਈ। ਕਿਵੇਂ ਲਿਖਾਈ ਗਈ? ਅਗਰ ਕਿਸੇ ਨੂੰ ਚਾਹੀਦਾ ਤੇ ਮੇਰੇ ਕੋਲੇ ਪੂਰਾ ਪ੍ਰਮਾਣ ਉਹਦਾ ਹੈ, ਸਬੂਤਾਂ ਦੇ ਆਧਾਰ ਤੇ ਹੈ। ਕਿਹਨੇ ਲਿਖਵਾਈ, ਕਿਉਂ ਲਿਖਵਾਈ, ਕਿੱਥੋਂ ਲਿਖਵਾਈ, ਸਾਰਾ ਮੇਰੇ ਫੋਨ 'ਚ ਹੈ, ਮੈਂ ਤੁਹਾਨੂੰ ਵੀਡੀਓ ਦੇ ਦਾਂਗਾ। ਟਾਈਮ ਨਹੀਂ ਵੀ। ਕਰਮ ਸਿੰਘ ਹਿਸਟੋਰੀਅਨ ਨਾਂ ਦਾ ਇੱਕ ਬੰਦਾ ਹੋਇਆ ਜਿਹਦੀ ਬੁੱਕ ਨੂੰ ਕੋਈ ਚੈਲੰਜ ਨਹੀਂ ਅੱਜ ਤੱਕ, ਜਿਹਦੀ ਲਿਖਤ ਨੂੰ ਕੋਈ ਚੈਲੰਜ ਨਹੀਂ ਅੱਜ ਤੱਕ। ਉਹਨਾਂ ਦੀ ਕਿਤਾਬ ਹੈ ਜੀ ਕੱਤਕ ਕੈ ਬੈਸਾਖ। ਕਿਹੜੀ? ਕੱਤਕ ਕੈ ਬੈਸਾਖ। ਉਹਦੇ ਵਿੱਚ ਵੀ ਉਹਨਾਂ ਨੇ ਸਾਰੀਆਂ ਜਨਮ ਸਾਖੀਆਂ ਜਿੰਨੀਆਂ ਅਜੇ ਤੱਕ ਕਿਤਾਬਾਂ ਲਿਖੀਆਂ ਗਈਆਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੇ ਆਧਾਰ ਤੇ ਲੈ ਕੇ ਪੜ੍ਹਿਓ ਕਿਤੋਂ? ਕਰਮ ਸਿੰਘ ਹਿਸਟੋਰੀਅਨ ਦੀ ਲਿਖੀ ਕਿਤਾਬ ਕੱਤਕ ਕੈ ਬੈਸਾਖ, ਉਹਦੇ ਵਿੱਚ ਉਹਨਾਂ ਨੇ ਸਾਰੀਆਂ ਕਿਤਾਬਾਂ ਜਿੰਨੀਆਂ ਅਜੇ ਤੱਕ ਗੁਰੂ ਨਾਨਕ ਸਾਹਿਬ ਬਾਰੇ ਲਿਖੀਆਂ ਗਈਆਂ, ਜਿੰਨੀ ਰਿਸਰਚ ਅੱਜ ਤੱਕ ਮੇਰੀਓ ਭੈਣੋ ਗੁਰੂ ਨਾਨਕ ਸਾਹਿਬ ਬਾਰੇ ਹੋਈ, ਉਹਨੇ ਸਾਰੀਆਂ ਕਿਤਾਬਾਂ ਦਾ ਵੇਰਵਾ ਦਿੰਦੇ ਹੋਏ ਸਬੂਤ ਦੇ ਆਧਾਰ ਤੇ ਲਿਖਿਆ ਵੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ, ਜਿਹੜਾ ਪ੍ਰਕਾਸ਼ ਹੈ ਗੁਰੂ ਨਾਨਕ ਸਾਹਿਬ ਜੀ ਦਾ, ਉਹ ਇੱਕ ਬੈਸਾਖ ਹੈ। ਤਾਂ ਹੀ ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਵਾਲੇ ਦਿਨ ਹੀ ਖਾਲਸਾ ਪੰਥ ਸਾਜਿਆ ਸੀ। ਆਖੋ ਸਤਨਾਮ। ਉਹ ਦਿਨ ਤਾਂ ਹੀ ਚੁਣਿਆ ਸੀ, ਨਹੀਂ ਸਾਡਾ ਤੇ ਵਿਸਾਖੀ ਨਾਲ ਕੋਈ ਸੰਬੰਧ ਨਹੀਂ। ਸਾਡੇ ਤੇ ਦਾਤੀ ਪੈਂਦੀ ਸੀ ਫਸਲ ਨੂੰ। ਬੋਲੋ ਭਰਾਵੋ, ਸਾਰੇ ਬੈਠੇ ਹੋ ਫਸਲਾਂ ਵੱਢਣ ਵਾਲੇ, ਕੋਈ ਹੋਰ ਹਿਸਟਰੀ ਹੈ ਤੁਹਾਡੀ? ਤੁਹਾਡਾ ਇੱਕ ਸੱਭਿਆਚਾਰਕ ਪੱਖ ਸੀ ਕਿ ਵਿਸਾਖੀ ਵਾਲੇ ਦਿਨ ਅਸੀਂ ਕਣਕ ਵੱਢਦੇ ਸੀ, ਸ਼ੁਰੂਆਤ ਕਰਦੇ ਸੀ। ਇਦੋਂ ਵੱਧ ਕੁਝ ਨਹੀਂ ਹੈ। ਇੱਕ ਬੈਸਾਖ ਖਾਲਸਾ ਪੰਥ ਸਾਜਨਾ ਦਿਵਸ ਤਾਂ ਹੀ ਰੱਖਿਆ ਗਿਆ ਕਿਉਂਕਿ ਇੱਕ ਬੈਸਾਖ ਹੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਸੀ, ਅੱਜ ਨਹੀਂ ਹੈ। ਔਰ ਦੂਜੀ ਗੱਲ, ਪਿਛਲੀ ਵਾਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਕਦੇ ਆਇਆ ਸੀ, ਕਦੇ ਕਦੋਂ ਆ ਜਾਂਦਾ, ਕਦੇ ਕਦੋਂ ਆ ਜਾਂਦਾ। ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰੋ ਗੁਰਦੁਆਰਾ ਸਾਹਿਬ ਦੇ ਵਿੱਚ। ਪ੍ਰਧਾਨ ਜੀ ਬੈਠੇ ਨੇ, ਵੀਰ ਜੀ ਬੈਠੇ ਨੇ। ਪਾਲ ਸਿੰਘ ਪੁਰੇਵਾਲ ਨਾਂ ਦਾ ਬੰਦਾ ਹੋਇਆ, ਕੈਨੇਡਾ ਰਹਿੰਦਾ। ਉਹਨੇ ਜ਼ਿੰਦਗੀ ਦੇ 60-65 ਸਾਲ ਲਾਏ। ਕਿੰਨੇ ਜੀ? 60-65 ਸਾਲ ਲਾਏ ਉਹਨੇ ਜ਼ਿੰਦਗੀ ਦੇ। ਉਹਨੇ ਇੱਕ ਕੈਲੰਡਰ ਤਿਆਰ ਕੀਤਾ, ਨਾਨਕਸ਼ਾਹੀ ਕੈਲੰਡਰ, ਜਿਹਨੂੰ ਸ਼੍ਰੋਮਣੀ ਕਮੇਟੀ ਚੈਲੰਜ ਨਹੀਂ ਕਰ ਸਕੀ। ਤੁਹਾਡੇ ਪਿੰਡ ਦੇ ਜਥੇਦਾਰ ਟੌੜਾ ਜੀ ਵੇਲੇ ਉਹ ਕੈਲੰਡਰ 8 ਸਾਲ ਜਾਰੀ ਰਿਹਾ। ਮੇਰੀਓ ਭੈਣੋ, ਉਸੇ ਕੈਲੰਡਰ ਦੇ ਅਨੁਸਾਰ ਸਾਡੇ ਗੁਰਪੁਰਬ ਆਉਂਦੇ ਰਹੇ 8 ਸਾਲ, ਸ਼ਹੀਦੀ ਦਿਹਾੜੇ ਆਉਂਦੇ ਰਹੇ 8 ਸਾਲ, ਤੇ ਬਾਦਲਾਂ ਨੇ ਫਿਰ ਨਾਗਪੁਰ ਦੇ ਹੁਕਮ ਤੇ ਉਸ ਕੈਲੰਡਰ ਨੂੰ ਚੱਕ ਕੇ ਖੂੰਜੇ ਲਾਤਾ। ਫਿਰ ਬ੍ਰਾਹਮਣਵਾਦੀ ਕੈਲੰਡਰ ਤੁਹਾਡੇ ਗਲ ਪਾਤਾ। ਹੁਣ ਤੁਹਾਡੇ ਬੱਚਿਆਂ ਦੇ ਜਨਮ ਦਿਨ ਤਰੀਕਾਂ ਬਦਲ ਕੇ ਆਉਂਦੇ ਨੇ ਭੈਣੋ, ਬੋਲਿਓ ਨਹੀਂ ਆਉਂਦੇ ਨਾ? ਜਿਸ ਡੇਟ ਨੂੰ ਬੱਚਾ ਪੈਦਾ ਹੋਇਆ ਉਸੇ ਡੇਟ ਨੂੰ ਜਨਮ ਦਿਨ ਆਉਂਦਾ ਤੁਹਾਡਾ ਵੀ। ਤੇ ਗੁਰੂ ਸਾਹਿਬ ਦਾ ਕਿਉਂ ਕਦੇ ਕਦੇ ਆ ਜਾਂਦਾ, ਕਦੇ ਕਦੋਂ ਆ ਜਾਂਦਾ? ਬੋਲੋ ਕਿਉਂ ਆ ਜਾਂਦਾ ਭਾਈ? ਤੁਸੀਂ ਚੈੱਕ ਕਰ ਲਓ, 2020 ਵਿੱਚ ਕੋਈ ਡੇਟ ਸੀ, 2019 ਵਿੱਚ ਕੋਈ ਡੇਟ ਸੀ, ਆ 2021 ਦੇ ਵਿੱਚ ਨਵੀਂ ਡੇਟ ਮਨਾ ਰਹੇ ਆ। ਬੈਠੇ ਬੈਠੇ 2022 ਦੀ ਵੀ ਚੈੱਕ ਕਰ ਲਿਓ, ਕੋਈ ਹੋਰ ਹੋਏਗੀ। ਇਹ ਬ੍ਰਾਹਮਣ ਦਾ ਕੈਲੰਡਰ ਤੁਹਾਡੇ ਗਲ ਪਾਇਆ ਗਿਆ। ਮੂਲ ਨਾਨਕਸ਼ਾਹੀ ਕੈਲੰਡਰ ਲਾਗੂ ਕਰੋ ਜੀ ਗੁਰਦੁਆਰੇ ਦੇ ਵਿੱਚ, ਉਹਦੇ ਅਨੁਸਾਰ ਤਿਉਹਾਰ ਮਨਾਉਣੇ ਸ਼ੁਰੂ ਕਰੋ। ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਪੰਥ ਦੇ ਬਹੁਤ ਵੱਡੇ ਵਿਦਵਾਨ ਸਰਦਾਰ ਅਤਿੰਦਰਪਾਲ ਸਿੰਘ ਜੀ, ਸਾਬਕਾ ਐਮਪੀ ਪਟਿਆਲਾ, ਉਹਨਾਂ ਨੇ ਉਪਰਾਲਾ ਕੀਤਾ। ਸਾਡਾ ਸਾਰਾ ਜਥਾ ਗਿਆ, ਕਈ ਜਥੇ ਬੁਲਾਏ ਉਹਨਾਂ ਨੇ ਨਾਮੀ। ਰਾਜੋਆਣਾ ਪਿੰਡ ਪੈਂਦਾ ਲੁਧਿਆਣੇ ਜ਼ਿਲ੍ਹੇ ਦੇ ਵਿੱਚ, ਸੁਧਾਰ ਦੇ ਕੋਲੇ, ਉੱਥੇ ਮਨਾਇਆ ਗਿਆ ਕਾਫੀ ਵੱਡੇ ਪੱਧਰ ਤੇ। ਮੈਂ ਵੀਰ ਜੀ ਜਿਹੜੀ ਤੁਹਾਨੂੰ ਵੀਡੀਓ 'ਚ ਭੇਜੀਆਂ ਸੀ ਸਾਡੇ ਸ਼ਬਦਾਂ ਦੀਆਂ ਸਟੇਜ ਦੇ ਉੱਪਰ, ਉੱਥੋਂ ਦੀ ਹੀ ਸੀ।
ਉਹ ਇੱਕ ਵਿਸਾਖ ਨੂੰ ਮਨਾਇਆ ਸੀ, ਵਿਸਾਖੀ ਵਾਲੇ ਦਿਨ ਖਾਲਸਾ ਪੰਥ ਸਾਜਨਾ ਦਿਵਸ ਵੀ ਮਨਾਇਆ ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਵੀ ਮਨਾਇਆ। ਮੈਂ ਫਿਰ ਗੱਲ ਰਿਪੀਟ ਕਰਦਾ, 4 ਜਨਮ ਸਾਖੀਆਂ ਨੇ, ਇੱਕ ਬਾਲੇ ਵਾਲੀ ਛੱਡ ਕੇ ਬਾਕੀ 3 ਜਨਮ ਸਾਖੀਆਂ ਦੇ ਵਿੱਚ ਇੱਕ ਵਿਸਾਖ ਹੈ। ਕਰਮ ਸਿੰਘ ਹਿਸਟੋਰੀਅਨ, ਉਹਨਾਂ ਦੀ ਕਿਤਾਬ ਹੈ ਕੱਤਕ ਕੈ ਵਿਸਾਖ, ਉਹਦੇ ਵਿੱਚ ਵੀ ਉਹਨਾਂ ਨੇ ਸਾਰੇ ਸਬੂਤਾਂ ਦੇ ਆਧਾਰ ਤੇ ਗੱਲ ਕੀਤੀ ਆ। ਇੱਕ ਵਿਸਾਖ ਲਿਖਦੇ ਨੇ, ਉਹ ਕਹਿੰਦੇ ਕੱਤਕ ਕੈ ਵਿਸਾਖ ਵੀ ਵਿਸਾਖ ਵਿੱਚ ਜਾਂ ਕੱਤੇ ਵਿੱਚ, ਉਹ ਲਿਖਦੇ ਨੇ ਵਿਸਾਖ ਵਿੱਚ। ਭਾਈ ਵੀਰ ਸਿੰਘ ਵਿਸਾਖ ਲਿਖਦੇ ਨੇ। ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਦੇ ਨਾਲ ਹੋਏ ਨੇ ਨਾ ਜਿਹੜੇ ਪ੍ਰੋਫੈਸਰ। ਇੱਕ ਚੱਕਰ ਤੇ ਅਸੀਂ ਪੜ੍ਹਦੇ ਨਹੀਂ ਨਾ, ਜੇ ਕਿਤੇ ਅਸੀਂ ਪੜ੍ਹਦੇ ਹੁੰਦੇ, ਮਾਫੀ ਹੱਥ ਜੋੜ ਕੇ ਕਹਿਣਾ ਸੀ ਸੜਕਾਂ ਤੇ ਨਾ ਰੁਲਦੇ, ਅੱਜ ਸਾਡਾ ਆਪਦਾ ਰਾਜ ਹੁੰਦਾ, ਸਾਡਾ ਖਾਲਸਾ ਰਾਜ ਸਥਾਪਿਤ ਹੁੰਦਾ। ਅਸੀਂ ਜਿਤਾਏ ਉਹ ਜਿਨ੍ਹਾਂ ਨੇ ਕਦੇ ਕਦੇ ਸਾਡੀ ਗੱਲ ਨਹੀਂ ਸੁਣੀ। ਤੁਹਾਨੂੰ ਪਤਾ ਹੈ ਤਕਰੀਬਨ 1.5 ਮਹੀਨਾ ਹੋ ਗਿਆ, ਲੁਧਿਆਣੇ ਦੇ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਪ੍ਰਤੀ, ਅਨਿਲ ਅਰੋੜਾ ਨਾਂ ਦੇ ਬੰਦੇ ਨੇ, ਇੰਨੀ ਗੰਦੀ ਸ਼ਬਦਾਵਲੀ ਵਰਤੀ ਉਹਨੇ ਫੋਨ ਦੇ ਉੱਪਰ ਗੱਲ ਕਰਦੇ ਹੋਏ ਨੇ ਇੱਕ ਦੂਜੇ ਨਾਲ। ਸੁਣੀ ਵੀਰ ਜੀ ਤੁਸੀਂ? ਬਹੁਤਿਆਂ ਨੇ ਸੁਣੀ ਹੋਏਗੀ, ਹਾਲੇ ਤੱਕ ਪੁਲਿਸ ਨੇ ਉਹਨੂੰ ਫੜਿਆ ਨਹੀਂ। ਇੰਨੀ ਘਟੀਆ ਸ਼ਬਦਾਵਲੀ ਉਹਨੇ ਗੁਰੂ ਨਾਨਕ ਸਾਹਿਬ ਦੇ ਲਈ ਵਰਤੀ, ਇੰਨੀ ਘਟੀਆ, ਬਹੁਤ ਜ਼ਿਆਦਾ ਘਟੀਆ ਸ਼ਬਦਾਵਲੀ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਪ੍ਰਤੀ ਉਹਨੇ ਵਰਤੀ। ਪਰ ਜਿਹੜੀ ਪੁਲਿਸ ਸਿੱਖਾਂ ਨੂੰ ਵਿਦੇਸ਼ਾਂ ਤੋਂ ਫੜ ਲਿਆਉਂਦੀ ਆ, ਕਦੇ ਜਰਮਨ ਤੋਂ ਚੱਕ ਲਿਆਉਂਦੀ ਆ ਸਾਡੇ ਮੁੰਡਿਆਂ ਨੂੰ, ਕਦੇ ਕੈਨੇਡਾ ਤੋਂ ਚੱਕ ਲਿਆਉਂਦੀ ਆ, ਉਹ ਪੁਲਿਸ ਉਸ ਬੰਦੇ ਨੂੰ ਪੰਜਾਬ ਚੋਂ ਹਲੇ ਤੱਕ ਫੜ ਨਹੀਂ ਸਕੀ। ਕਿਉਂ? ਹੁਣ ਚਿੱਟੀਆਂ ਦਾੜੀਆਂ ਵਾਲੇ ਜਿੰਨੇ ਬੈਠੇ ਹੋ ਸਾਰੇ ਮੇਰੀ ਇੱਕ ਗੱਲ ਦਾ ਜਵਾਬ ਦਿਓ, ਕਦੇ ਹਿੰਦੂਆਂ ਨੂੰ ਸੜਕਾਂ ਤੇ ਧਰਨੇ ਲਾਉਂਦਾ ਦੇਖੇ ਤੁਸੀਂ? ਤੁਹਾਡੀ ਇੰਨੀ ਉਮਰ ਹੋ ਗਈ, ਬਾਪੂ ਜੀ ਬੋਲਿਓ, ਬਾਪੂ ਜੀ ਬੋਲਿਓ। ਕਦੇ ਪੰਡਤਾਂ ਨੂੰ ਧਰਨੇ ਲਾਉਂਦਾ ਵੇਖਿਆ? ਕਦੇ ਸੜਕਾਂ ਦੇ ਉੱਪਰ ਰੁਲਦੇ ਵੇਖਿਆ ਉਹਨਾਂ ਨੂੰ? ਕਿਉਂਕਿ ਜਿਨ੍ਹਾਂ ਦਾ ਰਾਜ ਹੁੰਦਾ ਉਹ ਕਦੇ ਸੜਕਾਂ ਤੇ ਨਹੀਂ ਰੁਲਦੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਕਿਉਂ ਰੁਲਦੇ ਹਾਂ? ਸਾਲ ਹੋ ਗਿਆ ਬੈਠਿਆਂ ਨੂੰ, ਕਿਸੇ ਨੇ ਸਾਰ ਲਈ? ਕਿੰਨੇ ਮਰ ਗਏ, ਕਿੰਨੇ ਰੁਲ ਗਏ। ਜਦੋਂ ਧਰਨਾ ਸ਼ੁਰੂ ਹੋਇਆ ਨਾ, ਸਾਡਾ ਪ੍ਰੋਗਰਾਮ ਸੀ ਦਿੜਬੇ, ਬਿਲਕੁਲ ਸ਼ੁਰੂ ਹੀ ਹੋਇਆ ਸੀ, ਉਦੋਂ ਦਿੱਲੀ ਨਹੀਂ ਸੀ ਪਹੁੰਚੇ ਅਸੀਂ, ਇਹਨਾਂ ਦੇ ਰਿਲਾਇੰਸ ਵਾਲਿਆਂ ਦੇ ਪੰਪ ਰੋਕੀ ਬੈਠੇ ਸੀ। ਅਸੀਂ ਸ਼ੇਰਪੁਰ ਤੋਂ ਚੱਲੇ, ਦਿੜਬੇ ਨੂੰ ਜਾ ਰਹੇ ਹਾਂ, ਰਸਤੇ ਵਿੱਚ ਇੱਕ ਜਗ੍ਹਾ ਰੁਕੇ, ਅਸੀਂ ਚਾਹ ਪੀਤੀ। ਦਿੜਬੇ ਮਰਗ ਭੋਗ ਤੇ ਕੀਰਤਨ ਸੀ ਮੇਰਾ, ਬੇਟੀਆਂ ਇਦੋਂ ਪਹਿਲਾਂ ਇੱਕ ਹੋਰ ਬੇਟੀਆਂ ਹੁੰਦੀਆਂ ਸੀ, ਉਹ ਨਾਲ ਸੀ। ਮੈਂ ਰੁਕ ਕੇ ਉੱਥੇ ਅੱਧਾ ਘੰਟਾ ਸਪੀਚ ਵੀ ਦੇ ਕੇ ਗਿਆ। ਮੈਂ ਉੱਥੇ ਇੱਕ ਗੱਲ ਕਹੀ ਸੀ ਜਿਹੜੀ ਅੱਜ ਤੁਹਾਨੂੰ ਫੇਰ ਕਹਿਣਾ। ਗੁਰੂ ਨਾਨਕ ਸਾਹਿਬ ਦੀਆਂ ਸਾਖੀਆਂ ਤੁਸੀਂ ਸੁਣੀਆਂ ਹੋਣਗੀਆਂ, ਮੈਂ ਥੋੜੇ ਜਿਹੇ ਵਿਚਾਰ ਉਹ ਦੇਵਾਂਗਾ ਤੁਹਾਨੂੰ ਜਿਹੜੇ ਤੁਹਾਡੇ ਅੱਜ ਦੇ ਪ੍ਰੈਜ਼ੈਂਟ, ਅੱਜ ਦੇ ਤੁਹਾਡੇ ਕੰਮ ਆਉਣ ਵਾਲੇ ਨੇ। ਅੱਜ ਕੇਂਦਰ ਸਰਕਾਰ ਨੇ ਕੁਝ ਬਿੱਲ ਪਾਸ ਕਰਕੇ ਤੁਹਾਡੀਆਂ ਜ਼ਮੀਨਾਂ ਤੇ ਕਬਜ਼ਾ ਕਰਨ ਦਾ ਯਤਨ ਕੀਤਾ। ਅਸੀਂ ਲੜਦੇ ਪਏ ਹਾਂ ਕਿਉਂਕਿ ਸਾਡੇ ਖੂਨ ਦੇ ਵਿੱਚ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਹੈ। ਅਸੀਂ ਲੜਦੇ ਪਏ ਹਾਂ, ਅਸੀਂ ਹਾਰ ਨਹੀਂ ਮੰਨਦੇ, ਅਸੀਂ ਝੁਕਦੇ ਨਹੀਂ। ਅਸੀਂ ਕੱਟ ਸਕਦੇ ਹਾਂ, ਅਸੀਂ ਝੁਕ ਨਹੀਂ ਸਕਦੇ, ਸਾਡੇ ਖੂਨ ਚ ਆ, ਤਾਂ ਹੀ ਅਸੀਂ ਲੜ ਰਹੇ ਹਾਂ, ਸਾਲ ਤੋਂ ਬੈਠੇ ਲੜ ਰਹੇ ਹਾਂ। ਅੰਦੋਲਨ ਚੱਲਦਾ, ਅਰਦਾਸ ਵੀ ਹੈ ਸਤਿਗੁਰੂ ਅੰਦੋਲਨ ਨੂੰ ਜਿੱਤ ਫਤਿਹ ਬਖਸ਼ਣ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਇੱਕ ਗੱਲ ਬੋਲੀ ਸੀ ਵੀ ਅੱਜ ਕੇਂਦਰ ਸਰਕਾਰ ਬਿੱਲਾਂ ਦੇ ਰਾਹੀਂ ਸਾਡੀਆਂ ਜ਼ਮੀਨਾਂ ਨੂੰ ਕਬਜ਼ ਹੋਣਾ ਚਾਹੁੰਦੀ ਹੈ, ਸਾਡੀਆਂ ਜ਼ਮੀਨਾਂ ਨੂੰ ਹਥਿਆਉਣਾ ਚਾਹੁੰਦੀ ਹੈ। ਪਰ ਜਿਹੜੇ ਹਿਸਾਬ ਨਾਲ ਸਾਡੇ ਨੌਜਵਾਨ ਵਿਦੇਸ਼ਾਂ ਨੂੰ ਜਾ ਰਹੇ ਨੇ, ਇਸ ਪਿੰਡ ਦੇ ਵਿੱਚੋਂ ਕਿੰਨੇ ਐਸਐਸਪੀ, ਕਿੰਨੇ ਆਈਪੀਐਸ, ਕਿੰਨੇ ਡਾਕਟਰ, ਜੇ ਮੈਂ ਪੁੱਛਾਂ ਤਾਂ ਰਿਜ਼ਲਟ ਮੈਨੂੰ ਨਹੀਂ ਲੱਗਦਾ ਕੋਈ ਹੋਏਗਾ। ਹੈ ਜੀ ਕੋਈ ਆਈਪੀਐਸ ਹੈ ਪਿੰਡ ਦੇ ਵਿੱਚ? ਕੋਈ ਆਈਏਐਸ, ਪੀਸੀਐਸ, ਇੰਜੀਨੀਅਰ, ਡਾਕਟਰ, ਐਮਬੀਬੀਐਸ? ਜਵਾਬ ਦਿਓ। ਓਏ ਹੁਣ ਤੁਹਾਡੇ ਖੇਤਾਂ ਦੇ ਉੱਪਰ ਕਬਜ਼ਾ ਬਿੱਲਾਂ ਨਾਲ ਹੋ ਰਿਹਾ, 5-7 ਸਾਲਾਂ ਤੱਕ ਬਿੱਲ ਵੀ ਲਿਆਉਣ ਦੀ ਲੋੜ ਨਹੀਂ ਪੈਣੀ, ਚਾਹੇ ਉਹੀ ਆ ਕੇ ਬਹਿ ਜਾਣ। ਉਹ ਸੱਚ ਹੈ ਕਿ ਝੂਠਾ? ਬੋਲੋ। ਤੁਹਾਡੇ ਅਫਸਰ ਹੀ ਨਹੀਂ ਹੋਣੇ, ਤੁਹਾਡੀ ਗੱਲ ਕਰਨ ਵਾਲੇ ਨਹੀਂ ਹੋਣਾ ਕੋਈ, ਬੋਲੋ। ਤੇ ਮੰਗਰ ਅਸੀਂ ਉਹਨਾਂ ਦੇ ਲੱਗੇ ਆ ਜਿਹੜੇ ਐਨ ਵੇਚ ਕੇ ਆਏ ਨੇ ਸਾਨੂੰ, ਉੱਥੇ ਲਿਖ ਕੇ ਵੇਚ ਕੇ ਆਏ ਨੇ, ਜਿਹੜੇ ਸਾਨੂੰ ਕੌੜੀਆਂ ਲੱਗਣੀਆਂ ਕਈਆਂ ਨੂੰ ਗੱਲਾਂ, ਪਰ ਸੱਚ ਹੈ। ਮੈਂ ਗੁਰੂ ਨਾਨਕ ਦਾ, ਗੁਰੂ ਨਾਨਕ ਦੀ ਗੱਲ ਬੋਲਾਂਗਾ, ਮੈਂ ਕਿਸੇ ਬੰਦੇ ਦਾ ਨਹੀਂ, ਮੈਂ ਕਿਸੇ ਧਿਰ ਦਾ ਨਹੀਂ, ਮੈਂ ਉਹ ਬਾਬੇ ਦਾ ਆ। ਮੈਂ ਗੱਲ ਬਾਬੇ ਦੇ ਅੰਦਾਜ਼ ਨਾਲ ਹੀ ਕਰਾਂਗਾ। ਸੱਚ ਸੁਣਾਏ ਸੀ, ਸੱਚ ਕੀ ਵੇਲਾ। ਜੇ ਆਹੀ ਹੱਲ ਰਿਹਾ ਨਾ ਸਿੱਖੋ ਤੁਹਾਡਾ, ਸਾਰੇ ਬੱਚੇ ਭਰ ਭਰ ਜਹਾਜ਼ ਤੁਸੀਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਰਦੇ ਰਹੇ, ਆਉਣ ਵਾਲੇ 5-7 ਸਾਲਾਂ 'ਚ ਐਸਾ ਹਾਲਾਤ ਹੋ ਜਾਣਗੇ। ਹੁਣ ਰਹਿ ਕੌਣ ਗਏ ਪਿੱਛੇ? ਪਿੱਛੇ ਉਹ ਰਹਿ ਗਏ ਜਿਨ੍ਹਾਂ ਨੂੰ ਜਿਹੜੇ ਮਰਜ਼ੀ ਕੀਲੇ ਬੰਨ ਦਿਓ, ਨਾ ਤੇ ਤੁਹਾਡੇ ਗੁਰੂ ਗ੍ਰੰਥ ਸਾਹਿਬ ਦੀ ਇੱਥੇ ਪ੍ਰਕਾਸ਼ ਕਰਨ ਵਾਲਾ ਰਹਿਣਾ ਕੋਈ। ਕਿਉਂਕਿ ਮੇਰੇ ਵਰਗੇ ਪ੍ਰਚਾਰਕ ਵੀ ਵਿਦੇਸ਼ਾਂ ਨੂੰ ਤੁਰੇ ਜਾਂਦੇ ਨੇ। ਮੈਨੂੰ ਤੇ ਕਈ ਸਾਲ ਪਹਿਲਾਂ 2-3 ਦੇਸ਼ਾਂ 'ਚੋਂ ਆਫਰ ਆਈ। ਇੱਕ ਬੰਦਾ ਆਇਆ ਯੂਰਪ ਦੇ ਵਿੱਚੋਂ, ਕੋਠਾਲੇ ਪਿੰਡ ਦਾ ਸੀ ਜੀ। ਕੋਠਾਲੇ ਪਿੰਡ ਉਹਦੇ ਨਾਨਕੇ ਨੇ, ਮੁੱਲਾਪੁਰ ਦੇ ਨੇ ਅੰਕਲ ਜੀ, ਸਵੀਡਨ ਤੋਂ ਨੇ, ਤੁਹਾਡੇ ਵਰਗੀ ਨੇ ਬਿਲਕੁਲ। ਆਏ, ਬੱਚਿਆਂ ਨੇ ਉਹਨਾਂ ਨੂੰ ਕੀਰਤਨ ਸੁਣਾਇਆ, ਪੜਤਾਲ ਸੁਣਾਈ, ਰੋਣ ਲੱਗ ਗਏ। ਬਾਜੇ ਦੇ ਉੱਪਰ 10,000 ਦੀ ਗੁੱਟੀ ਰੱਖ ਕੇ ਮੇਰੇ ਕੋਲੇ ਹੱਥ ਜੋੜ ਕੇ ਕਹਿੰਦੇ ਨੇ, ਕਹਿੰਦੇ ਗਿਆਨੀ ਜੀ ਤੁਸੀਂ ਜਾਓ, ਆਓ ਮੇਰੇ ਕੋਲੇ ਸਵੀਡਨ, ਘਰੇ ਰੱਖਾਂਗਾ, 2 ਸਾਲ ਦਾ ਵੀਜ਼ਾ ਮੈਂ ਦੇਵਾਂਗਾ, 1.5 ਲੱਖ ਰੁਪਏ ਮਹੀਨੇ ਦੀ ਤਨਖਾਹ ਦੇਵਾਂਗਾ,
ਕੀਰਤਨ ਕਲਾਸਾਂ ਕਥਾ ਦੇ ਵੱਖਰੇ ਪ੍ਰੋਗਰਾਮ 1.5 ਲੱਖ ਤੁਹਾਨੂੰ ਅਸੀਂ ਦੇਵਾਂਗੇ, ਘਰੇ ਰੱਖਾਂਗੇ, ਉੱਥੇ ਆਓ। ਸਾਡੇ ਬੱਚਿਆਂ ਨੂੰ ਕਹਿੰਦੇ ਤੂੰ ਅੱਧਾ ਹੀ ਤਿਆਰ ਕਰ ਦੋ, ਅੱਧਾ ਹੀ। ਪਰ ਮੈਂ ਨਹੀਂ ਗਿਆ। ਹੋ ਸਕਦਾ ਮੈਂ ਨਹੀਂ ਜਾਵਾਂ ਮਨਾ, ਮੇਰਾ ਮਨ ਕੋਈ ਨਹੀਂ ਬਾਹਰ ਜਾਣ ਦਾ। ਸਾਡੇ ਲਈ ਬਾਹਰ ਜਾਣਾ ਕੋਈ ਔਖੀ ਗੱਲ ਨਹੀਂ ਹੈ, ਕਿਉਂਕਿ ਮੈਂ ਸੈਂਕੜੇ ਬੱਚਿਆਂ ਨੂੰ ਤਿਆਰ ਕਰ ਚੁੱਕਿਆ। ਤੁਸੀਂ ਬੱਚਿਆਂ ਦੇ ਕੀਰਤਨ ਦਾ ਲੈਵਲ ਦੇਖ ਚੁੱਕੇ ਹੋਵੋਗੇ ਇੱਥੇ ਬੈਠੇ। ਇਹ ਬੱਚੇ ਜਿੰਨੇ ਕੰਪੀਟੀਸ਼ਨਾਂ ਵਿੱਚ ਗਏ ਨੇ ਅੱਜ ਤੱਕ ਕਦੇ ਸੈਕੰਡ ਵੀ ਨਹੀਂ ਆਏ, ਹਮੇਸ਼ਾ ਫਸਟ ਆਉਂਦੇ ਨੇ। ਗੁਰਮਤਿ ਸੰਗੀਤ ਦਾ ਸਭ ਤੋਂ ਔਖਾ ਰੂਪ ਹੈ ਪੜਤਾਲ, ਇਹ ਗਾ ਲੈਂਦੇ ਨੇ। ਗੁਰੂ ਨਾਨਕ ਦਾ ਗੁਣ ਹੈ, ਮੈਂ ਤੇ ਮੂਰਖ ਜਿਹਾ ਬੰਦਾ, ਮੈਂ ਤੇ ਕੱਲ ਨੂੰ ਮਰ ਜੂ, ਅਕੈਡਮੀ ਫਿਰ ਵੀ ਚੱਲਦੀ ਰਹੂ। ਸੋ ਕਹਿਣਾ ਮੈਂ ਚਾਹੁੰਦਾ ਵੀ ਜੇ ਇਸੇ ਤਰ੍ਹਾਂ ਹੀ ਅਸੀਂ ਵਿਦੇਸ਼ਾਂ ਨੂੰ ਜਾਂਦੇ ਰਹੇ, ਅਸੀਂ ਨਸਲਾਂ ਤੇ ਫਸਲਾਂ ਨਾ ਸਾਂਭੀਆਂ, ਅਸੀਂ ਆਪਣਾ ਇਤਿਹਾਸ ਨਾ ਸਾਂਭਿਆ, ਅਸੀਂ ਆਪਣੀ ਭੋ ਭਾਈ ਮਿੱਟੀ ਨਾ ਸਾਂਭੀ, ਤਾਂ ਹਾਲਾਤ ਇਸ ਤੋਂ ਵੀ ਬੱਤਰ ਹੋਣਗੇ। ਕਹਿੰਦੇ ਇੱਕ ਸਾਡੇ ਸਿੱਖਾਂ ਦਾ ਕੋਈ ਮੁੰਡਾ ਪਾਕਿਸਤਾਨ ਗਿਆ, ਉਹਨੂੰ ਪਤਾ ਲੱਗਿਆ ਬਜ਼ੁਰਗਾਂ ਤੋਂ ਵੀ ਸਾਡਾ ਜੱਦੀ ਪਿੰਡ ਉਹ ਹੁੰਦਾ ਸੀ, ਉਹ ਆਪਣੇ ਜੱਦੀ ਪਿੰਡ ਚਲੇ ਗਿਆ ਪਾਕਿਸਤਾਨ। ਉੱਥੋਂ ਕੋਈ ਪੁਰਾਣਾ ਬਜ਼ੁਰਗ ਮਿਲਿਆ, ਉਹਨੂੰ ਜਾ ਕੇ ਮਿਲਿਆ। ਥੋੜਾ ਸ਼ਾਂਤੀ ਬਣਾਇਓ ਭੈਣੋ। ਪਾਕਿਸਤਾਨ ਆਪਣੇ ਜੱਦੀ ਪਿੰਡ ਗਿਆ, ਹੱਲਿਆਂ ਵੇਲੇ, ਆਜ਼ਾਦੀ ਨਹੀਂ ਹੱਲੇ ਹੋਏ ਸੀ ਉਹ। ਸਾਡੇ ਪੁਰਾਣੇ ਬਜ਼ੁਰਗ ਨੂੰ ਹੱਲੇ ਕਹਿੰਦੇ ਨੇ, ਕਿਉਂਕਿ 10 ਲੱਖ ਲੋਕਾਂ ਦੇ ਕਾਤਲ ਤੋਂ ਬਾਅਦ ਬਣੇ ਹੋਏ ਦੇਸ਼ ਕੋਈ ਆਜ਼ਾਦੀ ਨਹੀਂ ਹੁੰਦੀ। 10 ਲੱਖ ਲੋਕਾਂ ਦਾ ਕਤਲ ਹੋਇਆ ਸੀ। ਸਾਡੇ ਬਜ਼ੁਰਗ ਤਾਂ ਹੀ ਹੱਲੇ ਕਹਿੰਦੇ ਨੇ, ਕੋਈ ਆਜ਼ਾਦੀ ਨਹੀਂ ਕਹਿੰਦਾ ਪੁਰਾਣਾ ਬਜ਼ੁਰਗ। ਹੱਲਾ ਸ਼ਬਦ ਤਾਂ ਹੀ ਵਰਤਦੇ ਨੇ ਵੀ ਹੱਲਾ ਪਿਆ ਸੀ, ਹਮਲਾ ਹੋਇਆ ਸੀ, ਉਹਦਾ ਮਤਲਬ ਸੀ ਹਮਲਾ ਹੋਇਆ ਸੀ। ਉਹ ਕਹਿੰਦੇ ਪਾਕਿਸਤਾਨ ਗਿਆ ਕੋਈ, ਇੱਥੇ ਆਪਣੇ ਪੰਜਾਬ ਦੇ ਵਿੱਚੋਂ, ਪਾਕਿਸਤਾਨ ਦੇ ਪੰਜਾਬ ਵਿੱਚ ਕੋਈ ਮੁੰਡਾ ਗਿਆ, ਨੌਜਵਾਨ ਗਿਆ, ਕੋਈ ਪੁਰਾਣੇ ਬਜ਼ੁਰਗ ਨੂੰ ਮਿਲਿਆ, ਕਹਿੰਦਾ ਜੀ ਮੈਂ ਫਲਾਨਿਆਂ ਦੇ ਟੱਬਰ ਚੋਂ ਆ, ਜਿਹੜੇ ਉਦੋਂ ਇੱਥੇ ਉੱਜੜ ਕੇ ਗਏ ਸੀ। ਹੁਣ ਸੀ ਉਹ ਕਲੀਨ ਸ਼ੇਪ ਮੁੰਡਾ, ਦਾੜੀ ਉਹਨੇ ਕੱਟੀ ਹੋਈ, ਵਾਲ ਉਹਨੇ ਕੱਟੇ ਹੋਏ। ਉਹ ਬਜ਼ੁਰਗ ਕਹਿੰਦਾ, ਜਿਹੜਾ ਪਾਕਿਸਤਾਨੀ ਮੁਸਲਿਮ ਬਜ਼ੁਰਗ ਸੀ, ਕਹਿੰਦਾ ਉੱਥੇ ਕੀ ਕਰਨ ਗਏ ਸੀ ਫਿਰ 47 ਵੇਲੇ? ਇੱਥੋਂ ਤੁਸੀਂ ਉੱਜੜ ਕੇ ਉੱਥੇ ਕੀ ਕਰਨ ਗਏ ਸੀ? ਭੋਏ ਭਾਂਡਾ ਵੀ ਗਵਾਇਆ ਤੇ ਸਿੱਖੀ ਵੀ ਨਾ ਸਾਂਭੀ। ਆਖੋ ਸਤਨਾਮ ਸ਼੍ਰੀ ਅਕਾਲ। ਕਹਿੰਦਾ ਜੇ ਇੱਥੋਂ ਉੱਜੜ ਕੇ ਭਾਰਤੀ ਜਾਣਾ ਸੀ, ਉਹ ਘੱਟੋ ਘੱਟ ਸਿੱਖੀ ਤੇ ਸਾਂਭ ਲੈਂਦੇ। ਤੁਸੀਂ ਇੱਥੋਂ ਜ਼ਮੀਨਾਂ ਵੀ ਖੋ ਕੇ ਗਏ, ਭੋਏ ਭਾਂਡਾ ਵੀ ਗਵਾਇਆ ਤੇ ਸਿੱਖੀ ਵੀ ਨਾ ਸਾਂਭੀ। ਲਾਹਣਤ ਆ ਕਹਿੰਦਾ ਤੁਹਾਡੇ ਤੇ। ਔਰ ਇਹ ਸੱਚ ਆ ਸਾਡੇ ਲਈ ਵੀ। ਹੱਥ ਜੋੜ ਕੇ ਬੇਨਤੀ ਕਰਦਾ, ਜਿੰਨੇ ਬਜ਼ੁਰਗ ਬੈਠੇ ਹੋ, ਜਿੰਨੀਆਂ ਮਾਵਾਂ ਬੈਠੀ ਹੋ, ਜਿੰਨੇ ਪਿਤਾ ਬੈਠੇ ਹੋ, ਜਿੰਨੇ ਬੱਚੇ ਬੈਠੇ ਹੋ, ਤੁਹਾਡੇ ਤੇ ਧਰਤੀ ਨੇੜੇ ਆ ਸਰਹੰਦ ਦੀ। ਆਪਣੇ ਬੱਚਿਆਂ ਵਿੱਚ ਸਾਹਿਬਜ਼ਾਦਿਆਂ ਨੂੰ ਵੇਖਿਆ ਕਰੋ। ਕਲਗੀਧਰ ਪਾਤਸ਼ਾਹ ਨੇ ਕੋਈ ਜਿੱਦ ਪਕਾਉਣ ਲਈ ਸ਼ਹਾਦਤ ਨਹੀਂ ਸੀ ਦਿੱਤੀ ਸਾਰੇ ਟੱਬਰ ਦੀ। ਕਲਗੀਧਰ ਪਾਤਸ਼ਾਹ ਨੇ ਕੋਈ ਨਾਮ ਬਣਾਉਣ ਦੇ ਲਈ ਇਹ ਸਾਰੀ ਸ਼ਹਾਦਤ ਨਹੀਂ ਸੀ ਦਿੱਤੀ। ਕਲਗੀਧਰ ਪਾਤਸ਼ਾਹ ਨੇ ਤੁਹਾਨੂੰ ਰਾਜ ਭਾਗ ਦੇਣ ਲਈ ਇਹ ਸ਼ਹਾਦਤਾਂ ਦਿੱਤੀਆਂ ਸੀ, ਤੁਹਾਨੂੰ ਰਾਜੇ ਬਣਾਉਣ ਲਈ। ਇਨ ਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ, ਇਨ ਗਰੀਬ ਸਿੱਖਨ ਕੋ ਦੇਹੂ ਪਾਤਸ਼ਾਹੀ, ਯਾਦ ਕਰੇ ਹਮਰੀ ਗੁਰਿਆਈ। ਸਿੱਖੋ, ਪ੍ਰਕਾਸ਼ ਦਿਹਾੜੇ ਅਸੀਂ ਬਹੁਤ ਮਨਾ ਲਏ, ਨਗਰ ਕੀਰਤਨ ਗੁਰਮਤਿ ਸਮਾਗਮ ਅਸੀਂ ਹਰ ਸਾਲ ਕਰਾਨੇ ਆ, ਪਰ ਕੀ ਪ੍ਰਕਾਸ਼ ਸਾਡੇ ਖੋਪੜਾਂ ਵਿੱਚ ਹੋਇਆ? ਸਿੱਖੋ, ਵਿਚਾਰ ਕਰਿਓ, ਗੌਰ ਕਰਿਓ। ਕੀ ਅਸੀਂ ਗੁਰੂ ਨਾਨਕ ਦੇ ਹਾਣੀ ਬਣੇ? ਕੀ ਅਸੀਂ ਗੁਰਬਾਣੀ ਬਣੇ? ਕਿ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਸੀ ਜੀਵਨ ਦੇ ਵਿੱਚੋਂ ਲਾਗੂ ਕੀਤਾ? ਨਹੀਂ ਕੀਤਾ। ਅਸੀਂ ਤੇ ਨੇੜਿਓਂ ਤੋਂ ਵੀ ਨਹੀਂ ਲੰਘੇ ਗੁਰੂ ਗ੍ਰੰਥ ਸਾਹਿਬ। ਐ ਸੱਚੇ ਪਾਤਸ਼ਾਹ, ਅਸੀਂ ਤੇਰੀ ਵਿਚਾਰਧਾਰਾ ਦੇ ਨੇੜਿਓਂ ਤੋਂ ਵੀ ਨਹੀਂ ਲੰਘੇ। ਇਹ ਕਲਗੀਧਰ ਪਾਤਸ਼ਾਹ, ਸਰਹੰਦ ਦੀਆਂ ਨੀਹਾਂ ਸਾਨੂੰ ਅੱਜ ਵੀ ਲਾਹਨਤਾਂ ਪਾਉਂਦੀਆਂ ਨੇ। ਉਹ ਚਮਕੌਰ ਦੀ ਗੜੀ ਅੱਜ ਵੀ ਸਾਨੂੰ ਲਾਹਨਤਾਂ ਪਾਉਂਦੀ ਹੈ ਵੀ ਉਹ ਸਿੱਖੋ, ਤੁਹਾਡੇ ਗੁਰੂ ਦਾ ਜੋ ਫਰਜ਼ ਸੀ ਉਹ ਤੇ ਨਿਭਾ ਗਿਆ, ਪਰ ਤੁਸੀਂ ਨਹੀਂ ਹੋਏ ਕਲਗੀਧਰ ਪਾਤਸ਼ਾਹ ਦੇ, ਤੁਸੀਂ ਨਹੀਂ ਹੋਏ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਗੱਲ ਕਰਦੇ ਆ ਆਪਾਂ। ਜਿਹਨੂੰ ਮੇਰੀ ਗੱਲਾਂ 'ਚ ਕੋਈ ਸਵਾਲ ਪੈਦਾ ਹੋਵੇ, ਬਾਅਦ 'ਚ ਮੈਂ ਰੁਕ ਕੇ ਜਾਵਾਂਗਾ, ਅੱਧਾ ਘੰਟਾ ਮੇਰੇ ਨਾਲ ਗੱਲ ਕਰ ਸਕਦੇ ਹੋ। ਮੈਂ ਆਪਣੀ ਕਹੀ ਗੱਲ, ਸਟੇਜ ਤੇ ਕਹੀ ਗੱਲ ਦਾ ਸਬੂਤ ਦੇ ਆਧਾਰ ਤੇ ਜਵਾਬ ਦੇਣ ਨੂੰ ਤਿਆਰ ਹਾਂ ਜੀ। ਆਖੋ ਸਤਨਾਮ ਸ਼੍ਰੀ ਅਕਾਲ। ਅਸਮਾਨੀ ਉੱਡਦੀਆਂ ਗੱਲਾਂ ਨਹੀਂ ਕਰਦੇ। ਚਾਹੇ ਮੇਰੀ ਕਹੀ ਗੱਲ ਨੂੰ ਕੋਰਟ ਵਿੱਚ ਚੈਲੰਜ ਹੋ ਜੇ, ਮੈਂ ਉੱਥੇ ਵੀ ਵਿਦ ਐਵੀਡੈਂਸ ਆਪਣੀ ਗੱਲ ਰੱਖਣ ਦਾ ਹੀ ਔਕਾਤ ਰੱਖਦਾ ਹਾਂ। ਹੁੰਦੇ ਰਹਿੰਦੇ ਆ ਵਿਵਾਦ, ਛੋਟੀਆਂ ਵੱਡੀਆਂ ਸਟੇਜਾਂ ਤੇ ਅਸੀਂ ਵਿਚਰਦੇ ਹਾਂ, ਪੰਜਾਬ ਵੀ, ਪੰਜਾਬ ਤੋਂ ਬਾਹਰ ਵੀ, ਔਰ ਦੇਸ਼ ਤੋਂ ਬਾਹਰ ਵੀ ਅਸੀਂ ਜਾਂਦੇ ਹਾਂ ਕੀਰਤਨ ਕਰਨ। ਸੋ ਕਹਿਣ ਦਾ ਭਾਵ, ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹਾਂ। ਭੈਣੋ, ਕਦੇ ਬੇਬੇ ਨਾਨਕੀ ਬਾਰੇ ਪੜ੍ਹਿਆ? ਭੈਣ ਨਾਨਕੀ ਵੀ ਕਹਿ ਦਿੰਦੇ ਆ, ਬੇਬੇ ਨਾਨਕੀ ਵੀ ਕਹਿ ਦਿੰਦੇ ਆ। ਪੁਰਾਣੇ ਸਮਿਆਂ ਵਿੱਚ ਵੱਡੀ ਭੈਣ ਨੂੰ ਬੇਬੇ ਕਹਿ ਦਿੰਦੇ ਸੀ ਲੋਕ, ਮੇਰੀਆਂ ਮਾਤਾਵਾਂ ਚੰਗੀ ਤਰ੍ਹਾਂ ਜਾਣਦੀਆਂ ਹੋਣਗੀਆਂ। ਤਾਂ ਹੀ ਬੇਬੇ ਨਾਨਕੀ ਤਾਂ ਹੀ ਕਹਿੰਦੇ ਅਸੀਂ।
ਪੁਰਾਣੇ ਜ਼ਮਾਨੇ ਦੇ ਵਿੱਚ ਵੱਡੀ ਭੈਣ ਨੂੰ ਅਕਸਰ ਛੋਟੇ ਭੈਣ ਭਾਈ ਬੇਬੇ ਕਹਿ ਦਿੰਦੇ ਸੀ, ਤਾਂ ਹੀ ਬੇਬੇ ਨਾਨਕੀ ਕਹਿ ਦਿੰਦੇ ਆ। ਭੈਣੋ, ਅੱਜ ਸਾਡੇ ਘਰਾਂ ਵਿੱਚ ਸਾਡੇ ਮੁੰਡੇ ਦਾ ਵਿਆਹ ਹੁੰਦਾ ਹੈ, ਨੂੰਹ ਆਉਂਦੀ ਹੈ ਘਰੇ, ਜੇ 2-3 ਸਾਲ ਬੱਚਾ ਨਾ ਹੋਵੇ, ਅਸੀਂ ਦੁਨੀਆ ਦੀ ਕੋਈ ਡਾਕਟਰੀ ਨਹੀਂ ਛੱਡਦੇ ਜਿੱਥੇ ਅਸੀਂ ਨਹੀਂ ਚੈੱਕਅਪ ਕਰਵਾਉਂਦੇ ਵੀ ਬੱਚਾ ਕਿਉਂ ਨਹੀਂ ਹੋ ਰਿਹਾ। ਉਦੋਂ ਬਾਅਦ ਜੇ ਸਾਲ 2 ਸਾਲ ਹੋਰ ਉੱਪਰ ਲੰਘ ਜਾਣਾ, ਅਸੀਂ ਕੋਈ ਡੇਰਾ ਨਹੀਂ ਛੱਡਦੇ। ਸਾਲ ਹੋਰ ਉੱਪਰ ਲੰਘ ਗਿਆ, ਅਸੀਂ ਕੋਈ ਪਖੰਡੀ ਨਹੀਂ ਛੱਡਦੇ ਜਿਹਦੇ ਦਰ ਤੇ ਅਸੀਂ ਜਾ ਕੇ ਧੱਕੇ ਨਹੀਂ ਖਾਂਦੇ ਵੀ ਬੱਚਾ ਕਿਉਂ ਨਹੀਂ ਹੋ ਰਿਹਾ। ਹੁਣ ਬੇਬੇ ਨਾਨਕੀ ਦੇ ਬਾਰੇ ਦੱਸਾਂ, ਉਹਦੇ ਕੋਈ ਬੱਚਾ ਨਹੀਂ ਸੀ, ਉਹ ਨਹੀਂ ਕਿਤੇ ਗਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੁਨੀਆ ਦੇ ਲੋਕੋ, ਬੇਬੇ ਨਾਨਕੀ ਦੇ ਘਰ ਕੋਈ ਔਲਾਦ ਨਹੀਂ ਹੋਈ, ਪਰ ਉਹਨੇ ਗੁਰੂ ਨਾਨਕ ਦੇ ਦਰ ਤੋਂ ਬਿਨਾਂ ਹੋਰ ਦੂਜਾ ਦਰ ਕੋਈ ਨਹੀਂ ਵੇਖਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਪਰ ਇੱਕ ਅਸੀਂ ਆ, ਅਸੀਂ ਤੇ ਘਰ 'ਚ ਛੋਟੀ ਜਿਹੀ ਤਕਲੀਫ ਆਈ ਨਹੀਂ, ਅਸੀਂ ਤੇ ਛੱਡਦੇ ਹੀ ਨਹੀਂ ਥਾਂ ਜਾਣ ਬੰਨਿਓ ਕੋਈ। ਕਦੇ ਪੈਰਾਂ ਤੇ ਵੇਖੋ, ਪੈਰਾਂ ਤੇ ਦੇ ਕੇ ਵੇਖੋ ਨਾ ਗੁਰਬਾਣੀ ਦੇ ਉੱਪਰ, ਧਰ ਜੀ ਅਰੇ ਇੱਕ ਟੇਕ ਤੂੰ ਲਾਹੇ ਬਿਡਾਨੀ ਆਸ, ਨਾਨਕ ਨਾਮ ਤੇ ਆਈ ਹੈ ਕਾਰਜ ਆਵੇ ਰਾਸ। ਕਦੇ ਪੈਰਾ ਦੇ ਕੇ ਤਾਂ ਦੇਖੋ ਨਾ, ਕਦੇ ਇਹਨੂੰ ਮੰਨ ਕੇ ਤੇ ਵੇਖੋ ਨਾ ਉਸ ਗੁਰਬਾਣੀ ਨੂੰ, ਕਦੇ ਜੀ ਕੇ ਤੇ ਵੇਖੋ ਨਾ। ਕੋਈ ਕਮੀ ਨਹੀਂ ਰਹਿੰਦੀ ਸਿੱਖੋ, ਕੋਈ ਕਮੀ ਨਹੀਂ ਰਹਿੰਦੀ। ਜਦੋਂ ਪਾਤਸ਼ਾਹ ਵੇਈ ਨਦੀ ਦੇ ਵਿੱਚ ਇਸ਼ਨਾਨ ਕਰਕੇ ਵੇਈ ਨਦੀ ਤੋਂ ਪਾਰ ਗਏ ਨੇ, ਲੋਕਾਂ ਨੇ ਕਿਹਾ ਨਾਨਕ ਡੁੱਬ ਗਿਆ ਤੇ ਨਾਨਕ ਗਿਆ ਦੁਨੀਆ ਤੋਂ। ਉਦੋਂ ਇਕਲੌਤੀ ਭੈਣ ਨਾਨਕੀ ਸੀ, ਇਕਲੌਤੀ ਬੇਬੇ ਨਾਨਕੀ ਸੀ, ਕੱਲੀ ਭੈਣ ਨਾਨਕੀ ਸੀ, ਜਿਹੜੀ ਕਹਿੰਦੀ ਸੀ ਮੇਰਾ ਵੀਰ ਨਹੀਂ ਡੁੱਬ ਸਕਦਾ, ਮੇਰਾ ਵੀਰ ਤੇ ਡੁੱਬਿਆਂ ਨੂੰ ਤਾਰਨ ਆਇਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੱਲੀ ਬੇਬੇ ਨਾਨਕੀ ਸੀ ਜਿਹਨੇ ਇਹ ਦੱਸਿਆ ਦੁਨੀਆ ਨੂੰ ਕਿ ਮੇਰਾ ਵੀਰ ਨਹੀਂ ਡੁੱਬ ਸਕਦਾ, ਉਹ ਤੇ ਡੁੱਬਿਆਂ ਨੂੰ ਬਾਹਰ ਖਿੱਚਣ ਆਇਆ ਆ, ਉਹ ਤੇ ਡੁੱਬਦਿਆਂ ਨੂੰ ਕਿਨਾਰੇ ਲਾਉਣ ਆਇਆ ਆ। ਮੇਰਾ ਵੀਰ ਥੋੜੀ ਨਾ ਡੁੱਬ ਸਕਦਾ। ਸੋ ਇਹ ਗੱਲਾਂ ਤੇ ਗੌਰ ਕਰਿਓ। ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜਾਂਦੇ ਨੇ ਜਗਤਪੁਰੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਨੇ ਸੋਮਨਾਥ ਦੇ ਮੰਦਿਰ ਦੇ ਵਿੱਚ, ਗੁਰੂ ਨਾਨਕ ਸਾਹਿਬ ਜਾਂਦੇ ਨੇ ਮਸਜਿਦ ਦੇ ਵਿੱਚ, ਗੁਰੂ ਨਾਨਕ ਸਾਹਿਬ ਜਾਂਦੇ ਨੇ ਇਰਾਕ ਦੇ ਵਿੱਚ। ਭਾਈ ਗੁਰਦਾਸ ਜੀ ਲਿਖਦੇ ਨੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਥਾਨਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਆ ਜਹਾਨਾ। ਸੁਨ ਮੁਨ ਨਗਰੀ ਭਈ, ਦੇਖ ਪੀਰ ਭਇਆ ਹੈਰਾਨਾ। ਕਿਹੜੇ ਪੀਰ ਦੀ ਗੱਲ ਹੋ ਰਹੀ ਹੈ? ਇਰਾਕ ਦੀ ਧਰਤੀ ਹੈ, ਬਗਦਾਦ। ਹੁਣ ਇੱਥੋਂ ਦੇਖੋ, ਭਾਈ ਗੁਰਦਾਸ ਜੀ ਨੇ ਦੇਸ਼ ਦਾ ਨਾਮ ਵੀ ਲਿਖਿਆ, ਬਗਦਾਦ ਲਿਖਿਆ। ਬਗਦਾਦ ਕੀ ਹੈ ਜੀ? ਇਰਾਕ ਦੀ ਰਾਜਧਾਨੀ, ਜਿੱਥੋਂ ਦਾ ਰਾਜਾ ਪਿੱਛੇ ਜੇ ਅਮਰੀਕਾ ਨੇ ਫਾਂਸੀ ਦੇ ਕੇ ਮਾਰਿਆ, ਸਦਾਮ ਹੁਸੈਨ। ਯਾਦ ਹੀ ਹੋਣਾ ਸਾਰਿਆਂ ਨੂੰ ਤੁਹਾਨੂੰ। ਹੁਣ ਅਮਰੀਕਾ ਦਾ ਕਬਜ਼ਾ ਇਰਾਕ ਤੇ ਨਹੀਂ, ਇਰਾਕ ਦੇ ਜਿਹੜੇ ਤੇਲ ਦੇ ਖੂਹ ਨੇ ਉਹਨਾਂ ਤੇ ਕਬਜ਼ਾ। ਲੜਾਈ ਇਰਾਕ ਦੇ ਲੋਕਾਂ ਦੀ ਨਹੀਂ ਸੀ, ਲੜਾਈ ਸੀ ਇਰਾਕ ਦੇ ਖੂਹਾਂ ਦੀ, ਤੇਲ ਦੇ ਖੂਹਾਂ ਦੀ, ਜਿੱਥੋਂ ਤੇਲ ਨਿਕਲਦਾ ਆ। ਇਹੀ ਰੌਲਾ ਅਫਗਾਨਿਸਤਾਨ ਵਿੱਚ ਸੀ। ਸੋ ਆਓ, ਭਾਈ ਗੁਰਦਾਸ ਜੀ ਲਿਖਦੇ ਨੇ ਕਿ ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਤੇ ਭਾਈ ਮਰਦਾਨਾ ਜੀ ਦੋਨੋਂ ਬਗਦਾਦ ਦੀ ਧਰਤੀ ਦੇ ਉੱਪਰ ਗਏ ਨੇ, ਉੱਥੇ ਇੱਕ ਪੀਰ ਮਿਲਦਾ ਇਹਨਾਂ ਨੂੰ, ਜਿਨ੍ਹਾਂ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਖਿਆ ਪੀਰ ਦਸਤਗੀਰ। ਕਿਹੜਾ ਜੀ? ਦਸਤਗੀਰ। ਕਹਿੰਦੇ ਜਦੋਂ ਨੇ ਗੁਰੂ ਨਾਨਕ ਦੀ ਸ਼ੋਭਾ ਸੁਣੀ, ਜਦੋਂ ਨੇ ਗੁਰੂ ਨਾਨਕ ਦੀ ਸ਼ੋਭਾ ਸੁਣੀ ਕਿ ਇੱਕ ਭਾਰਤ ਦੇਸ਼ ਦੇ ਵਿੱਚੋਂ ਇੱਕ ਪੈਗੰਬਰ ਆਇਆ, ਕੋਈ ਭਾਰਤ ਦੇਸ਼ ਦੇ ਵਿੱਚੋਂ ਇੱਕ ਸੰਤ ਆਇਆ, ਕੋਈ ਉਹ ਬੜਾ ਕਮਾਲ ਦਾ ਆ, ਉਹ ਬੜਾ ਗਿਆਨੀ ਹੈ, ਬੜਾ ਵਿਦਵਾਨ ਹੈ। ਫਿਰ ਉਸ ਪੀਰ ਨੇ ਆ ਕੇ ਵੇਖਿਆ ਤੇ ਪੁੱਛਿਆ, ਵੇਖਿਆ ਧਿਆਨ ਲਗਾਏ ਕਰ, ਇੱਕ ਪੀਰ ਵੱਡਾ ਮਸਤਾਨਾ। ਉਹ ਪੀਰ ਨੇ ਧਿਆਨ ਲਗਾ ਕੇ ਦੇਖਿਆ ਕਿ ਕੋਈ ਵੱਡਾ ਮਸਤਾਨਾ, ਮਸਤ ਜਿਹਾ ਪੀਰ ਆਇਆ ਇੱਥੇ, ਕੋਈ ਪੈਗੰਬਰ ਆਇਆ, ਮਸਤ ਜਿਹਾ ਪੈਗੰਬਰ, ਕੋਈ ਸੰਤ ਆਇਆ, ਇੱਕ ਰੂਹ ਆਈ ਆ, ਇੱਕ ਫਕਰ ਜਿਹਾ ਕੋਈ ਬੰਦਾ ਆਇਆ। ਉਹ ਜਾ ਕੇ ਪੁੱਛਦੇ ਨੇ ਭਾਈ ਮਰਦਾਨਾ ਜੀ ਨੂੰ, ਕਹਿੰਦੇ ਪੁੱਛਿਆ ਫਿਰ ਕਹਿ ਦਸਤਗੀਰ ਪੁੱਛਦਾ ਭਾਈ ਮਰਦਾਨਾ ਜੀ ਨੂੰ, ਕਹਿੰਦੇ ਕੌਣ ਫਕੀਰ ਕਿਸਕਾ ਘਰਿਆਨਾ? ਕਿਹੜੇ ਘਰਾਣੇ ਦਾ ਫਕੀਰ ਆ ਇਹ? ਕਿੰਨਾ ਚੋਂ ਆ? ਇਹਦੀ ਕੁੱਲ ਕਿਹੜੀ ਹੈ? ਕਿਹੜੇ ਪੀਰਾਂ ਚੋਂ ਆ ਇਹ? ਹੁਣ ਭਾਈ ਸਾਹਿਬ ਭਾਈ ਮਰਦਾਨਾ ਜੀ ਲਿਖਦੇ ਨੇ, ਅੱਗੇ ਦੱਸਦੇ ਨੇ, ਉਹਨੂੰ ਜਵਾਬ ਦਿੰਦੇ ਨੇ। ਭਾਈ ਮਰਦਾਨਾ ਜੀ ਕਹਿੰਦੇ ਨਾਨਕ ਕਲ ਵਿੱਚ ਆਇਆ, ਰੱਬ ਫਕੀਰ ਇੱਕੋ ਪਹਿਚਾਨਾ, ਧਰਤ ਆਕਾਸ਼ ਚਹੁ ਦਿਸ ਜਾਨਾ। ਐ ਦਸਤਗੀਰ ਪੀਰ, ਇਹਦਾ ਕੋਈ ਘਰਿਆਨਾ ਨਹੀਂ, ਇਹ ਕਿਸੇ ਘਰਾਣੇ ਦਾ ਫਕੀਰ ਨਹੀਂ, ਇਹ ਤੇ ਰੱਬ ਦਾ ਫਕੀਰ ਹੈ। ਆਖੋ ਸਤਨਾਮ। ਦਸਤਗੀਰ ਪੁੱਛਦਾ ਆ, ਦਸਤਗੀਰ ਪੀਰ ਜਿਹੜਾ ਇਰਾਕ ਦੀ ਬਗਦਾਦ
ਦੇ ਵਿੱਚ ਰਹਿੰਦਾ ਆ, ਉਹ ਭਾਈ ਮਰਦਾਨਾ ਜੀ ਨੂੰ ਪੁੱਛਦਾ ਕਿ ਕੌਣ ਆ ਇਹ ਜਿਹਦੇ ਨਾਲ ਤੂੰ ਆਇਆ, ਇਹ ਪੀਰ ਕੌਣ ਹੈ, ਇਹਦਾ ਘਰਿਆਨਾ ਕਿਹੜਾ ਆ। ਹੁਣ ਭਾਈ ਮਰਦਾਨਾ ਜੀ ਦੱਸਦੇ ਨੇ, ਕਹਿੰਦੇ ਇਹਦਾ ਕੋਈ ਘਰਾਨਾ ਨਹੀਂ, ਇਹ ਕਿਸੇ ਘਰਾਨੇ ਦਾ ਪੀਰ ਨਹੀਂ, ਇਹ ਤੇ ਰੱਬ ਦਾ ਫਕੀਰ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇੱਕੋ ਪਹਿਚਾਨਾ, ਤੂੰ ਇਸ ਫਕੀਰ ਵਿੱਚ, ਤੂੰ ਇਸ ਨਾਨਕ ਵਿੱਚ ਤੇ ਰੱਬ ਵਿੱਚ ਭੇਦ ਨਾ ਜਾਣ। ਉਹ ਕਹਿੰਦਾ ਇਹਨੂੰ ਜਾਣਦੇ ਕੌਣ ਕੌਣ ਨੇ? ਕਹਿੰਦਾ ਇਹਨੂੰ ਚਾਰੇ ਦਿਸ਼ਾਵਾਂ ਜਾਣਦੀਆਂ ਨੇ, ਇਹਨੂੰ ਧਰਤੀ ਜਾਣਦੀ ਹੈ, ਇਹਨੂੰ ਆਕਾਸ਼ ਵੀ ਜਾਣਦਾ ਹੈ। ਧਰਤ ਆਕਾਸ਼ ਚਹੁੰ ਦਿਸ ਜਾਨਾ, ਧਰਤੀ ਵੀ ਜਾਣਦੀ ਹੈ, ਆਕਾਸ਼ ਵੀ ਜਾਣਦਾ ਹੈ, ਤੇ ਚਾਰੇ ਦਿਸ਼ਾਵਾਂ ਵੀ ਇਹਨੂੰ ਜਾਣਦੀਆਂ ਨੇ। ਐਡਾ ਆ ਗੁਰੂ ਨਾਨਕ ਤੁਹਾਡਾ। ਤੇ ਜਦੋਂ ਉਸ ਦਸਤਗੀਰ ਦੇ ਨਾਲ ਪਾਤਸ਼ਾਹ ਦਾ ਵਾਰਤਾਲਾਪ ਹੋਇਆ ਹੈ, ਗੱਲਬਾਤ ਹੋਈ ਹੈ, ਉਹ ਦਸਤਗੀਰ ਪੀਰ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪੈਰੀਂ ਪਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿੱਡਾ ਕਿੱਡਾ ਵਿਦਵਤਾ ਦਾ ਲੈਵਲ ਹੋਏਗਾ, ਬੌਧਿਕ ਲੈਵਲ ਕਿੱਡਾ ਹੋਏਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਂਦੇ ਆ ਸਿੱਧਾਂ ਕੋਲ। ਸਿੱਧ ਕੌਣ? ਗੋਰਖਨਾਥ ਹੋਣੀ, ਜਿਹੜੇ ਮਾਈਨਸ ਟੈਂਪਰੇਚਰ ਸੀ ਉੱਥੇ 20-30 ਡਿਗਰੀ ਸੈਲਸੀਅਸ, ਉੱਥੇ ਅਲਫ ਨੰਗੇ ਬੈਠੇ ਸੀ। ਉਹ ਮਾਈਨਸ ਟੈਂਪਰੇਚਰ ਦੇ ਵਿੱਚ, ਜਿੱਥੇ ਨਿਰੀ ਬਰਫ਼ ਪੈਂਦੀ ਸੀ, ਜਿੱਥੇ ਲੋਕ ਪੀਣ ਵਾਲਾ ਪਾਣੀ ਵੀ ਬਰਫ਼ ਤੋਂ ਪਾਣੀ ਨੂੰ ਉਬਾਲ ਕੇ ਗਰਮ ਕਰਕੇ ਫਿਰ ਪੀਂਦੇ ਨੇ, ਐਸੀ ਜਗ੍ਹਾ ਦੇ ਉੱਪਰ ਉਹ ਜਿਹੜੇ ਸਿੱਧ ਜੋਗੀ ਸੀ, ਉਹਨਾਂ ਨੇ ਇੰਨੀਆਂ ਰਿੱਧੀਆਂ ਸਿੱਧੀਆਂ ਹਾਸਲ ਕੀਤੀਆਂ ਕਿ ਬਿਨਾਂ ਕੱਪੜਿਆਂ ਤੋਂ ਉੱਥੇ ਅਲਫ ਨੰਗੇ ਬੈਠੇ ਨੇ ਉਹ। ਹੁਣ ਇੱਕ ਆਉਂਦਾ ਆ ਗੁਰੂ ਨਾਨਕ ਸਾਹਿਬ ਕੋਲੇ ਚੱਲ ਕੇ, ਉਹ ਆਉਂਦਾ ਆ ਪਾਣੀ ਤੇ ਤੁਰ ਕੇ ਦਿਖਾਉਂਦਾ ਗੁਰੂ ਨਾਨਕ ਸਾਹਿਬ ਨੂੰ। ਭਾਈ ਗੁਰਦਾਸ ਜੀ ਲਿਖਦੇ ਨੇ, ਪਾਣੀ ਤੇ ਤੁਰ ਕੇ ਦਿਖਾਉਂਦਾ ਆ। ਮਹਾਰਾਜ ਖੜੇ ਨੇ, ਮਹਾਰਾਜ ਮੁਸਕਰਾਏ ਥੋੜਾ ਉਹਨੂੰ ਵੇਖ ਕੇ। ਭਾਈ ਮਰਦਾਨਾ ਜੀ ਨਾਲ ਨੇ, ਉਹਨਾਂ ਨੇ ਬੜੀਆਂ ਸ਼ਕਤੀਆਂ ਦਿਖਾਈਆਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨੂੰ, ਬੜੀਆਂ। ਪਾਤਸ਼ਾਹ ਥੋੜਾ ਜਿਹਾ ਮੁਸਕਰਾਏ ਜਦੋਂ ਪਾਣੀ ਤੇ ਤੁਰ ਕੇ ਆਇਆ ਇੱਕ ਸਾਧੂ। ਜਦੋਂ ਪਾਤਸ਼ਾਹ ਮੁਸਕਰਾਏ ਤੇ ਉਹ ਤੇ ਲਾਲ ਹੋ ਗਿਆ ਫਿਰ ਗੁੱਸੇ 'ਚ। ਕਹਿੰਦਾ ਮੈਂ ਪਾਣੀ ਤੇ ਤੁਰ ਕੇ ਆਇਆ ਤੇ ਹੱਸਦਾ ਪਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੱਦ ਹੋ ਗਈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਨੂੰ ਸ਼ਬਦ ਉਚਾਰਿਆ ਸੀ ਬਾਲਾ। ਬਾਲਾ ਜਾਣੀ ਕਿ ਬੱਚਾ, ਵੀ ਇਹ ਬੱਚੇ ਦੇਖ ਸਾਡੇ 'ਚ ਕਿੰਨੀਆਂ ਸ਼ਕਤੀਆਂ ਨੇ। ਹੁਣ ਇਹ ਨਹੀਂ ਪਤਾ ਸੀ ਵੀ ਬੱਚਾ ਜਾਂ ਕੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਦੇਖਣ ਨੂੰ ਪਾਤਸ਼ਾਹ ਦੀ ਦਾੜੀ ਉਦੋਂ ਕਾਲੀ ਸੀ, 30-35 ਸਾਲ ਦੀ ਉਮਰ ਹੋਏਗੀ। ਪਾਤਸ਼ਾਹ ਮੁਸਕਰਾਏ। ਉਹ ਪੁੱਛਦਾ, ਕਹਿੰਦਾ ਵੀ ਮੈਂ ਐਡੀ ਵੱਡੀ ਕਰਾਮਾਤ ਦਿਖਾਈ, ਮੈਂ ਪਾਣੀ ਦੇ ਉੱਪਰ ਚੱਲ ਕੇ ਆਇਆ ਤੇ ਤੂੰ ਹੱਸਦਾ ਪਿਆ ਆ। ਮਹਾਰਾਜ ਕਹਿੰਦੇ ਇੱਕ ਗੱਲ ਦੱਸ, ਐ ਜੋਗੀ ਇੱਕ ਗੱਲ ਦੱਸ, ਜਿਹੜਾ ਕਿਸ਼ਤੀ ਵਾਲਾ ਕਿਸ਼ਤੀ ਚੋਂ ਇੱਧਰ ਉੱਧਰ ਲੈ ਕੇ ਜਾਂਦਾ ਲੋਕਾਂ ਨੂੰ, ਇਸ ਕਿਨਾਰੇ ਤੋਂ ਉਸ ਕਿਨਾਰੇ ਲੈ ਕੇ ਜਾਂਦਾ, ਕਿੰਨੇ ਪੈਸੇ ਲੈਂਦਾ? ਕਹਿੰਦਾ ਜੀ ਅੱਧਾ ਆਨਾ। ਤੇ ਉਸ ਕਿਨਾਰੇ ਤੋਂ ਇਸ ਕਿਨਾਰੇ ਲੈ ਕੇ ਆਉਣ ਦਾ ਕਹਿੰਦਾ ਜੀ ਅੱਧਾ ਆਨਾ। ਮਹਾਰਾਜ ਕਹਿੰਦੇ ਇੱਕ ਆਨੇ ਦਾ ਕੰਮ ਹੀ ਕੀਤਾ ਤੇ ਹੋਰ ਤੇ ਕੁਝ ਨਹੀਂ ਕੀਤਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੂੰ ਇਧਰੋਂ ਚੱਲ ਕੇ ਉਧਰ ਚੱਲ ਗਿਆ, ਉਧਰੋਂ ਚੱਲਿਆ ਤੇ ਇੱਧਰ ਆ ਗਿਆ। ਹੁਣ ਤੇਰੀ ਇਸ ਕਰਾਮਾਤ ਦਾ ਤੜਫਦੀ ਦੁਨੀਆ ਨਾਲ, ਤਪਦੇ ਜਗਤ ਨਾਲ, ਜਗਤ ਜਲੰਦੇ ਨਾਲ, ਦੁਨੀਆ ਲੋਕਾਂ ਦੇ ਦੁੱਖ ਦਰਦਾਂ ਦਾ ਤੇਰੀ ਇਸ ਕਰਾਮਾਤ ਨਾਲ ਕਿਵੇਂ ਭਲਾ ਹੋਏਗਾ? ਬੋਲ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਰੀ ਸਮਾਜ ਨੂੰ ਕੀ ਦੇਣਾ ਹੈ? ਤੇਰੀ ਗਰੀਬਾਂ ਨੂੰ ਕੀ ਦੇਣਾ ਹੈ? ਤੇਰੀ ਜਿਹੜੇ ਬਿਲਕਦੇ ਨੇ ਲੋਕ, ਜਿਹੜੇ ਤੜਫਦੇ ਨੇ ਲੋਕ, ਜਿਹੜੇ ਬ੍ਰਾਹਮਣਵਾਦ ਦੇ ਸਤਾਏ ਲੋਕ ਨੇ, ਸ਼ੂਦਰ, ਜਿਨ੍ਹਾਂ ਨੂੰ ਸ਼ੂਦਰ ਕਹਿ ਕੇ ਦੁਰਕਾਰਿਆ, ਲਤਾੜਿਆ, ਉਹਨਾਂ ਨੂੰ ਕੀ ਦੇਣਾ? ਕਿਵੇਂ ਭਲਾ ਕਰੇਗਾ ਉਹਨਾਂ ਦਾ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਜਵਾਬ ਨਹੀਂ ਆਇਆ। ਉਹਨੇ ਨੀਵੀਂ ਪਾਈ ਤੇ ਖੜ ਗਿਆ ਸਾਈਡ ਤੇ। ਅਗਲਾ ਆਇਆ ਪਾਤਸ਼ਾਹ ਨੂੰ ਕਹਿੰਦਾ ਤੁਸੀਂ ਘਰ-ਬਾਰ ਵਾਲੇ ਹੋ, ਤੁਸੀਂ ਪਤਨੀ ਵਾਲੇ ਹੋ, ਤੁਸੀਂ ਬੱਚਿਆਂ ਵਾਲੇ ਹੋ, ਤੁਸੀਂ ਵਿਆਹ ਕਰਾਇਆ ਹੋਇਆ, ਤੁਸੀਂ ਤੇ ਗ੍ਰਹਿਸਥ ਜੀਵਨ ਵਾਲੇ ਹੋ, ਤੁਸੀਂ ਸਾਧੂ ਨਹੀਂ ਹੋ ਸਕਦੇ। ਸੁਣਿਓ ਭੈਣੋ, ਪਹਿਲਾ ਜਿਹੜਾ ਸਿੱਧ ਜੋਗੀ ਸੀ ਉਹ ਗੁਰੂ ਨਾਨਕ ਸਾਹਿਬ ਦੇ ਸਵਾਲਾਂ ਨੂੰ, ਗੁਰੂ ਨਾਨਕ ਸਾਹਿਬ ਦੇ ਵਿਚਾਰਾਂ ਨੂੰ ਸੁਣ ਕੇ ਸਾਈਡ ਤੇ ਨੀਵੀਂ ਪਾ ਕੇ ਖੜ ਗਿਆ। ਅਗਲਾ ਆਉਂਦਾ ਆ, ਅਗਲਾ ਗੁਰੂ ਨਾਨਕ ਸਾਹਿਬ ਤੇ ਸਵਾਲ ਕਰਦਾ ਆ, ਤੁਹਾਡੇ ਬੱਚੇ ਨੇ, ਤੁਹਾਡੀ ਪਤਨੀ ਹੈ, ਤੁਸੀਂ ਗ੍ਰਹਿਸਥ ਜੀਵਨ ਵਿੱਚ ਰਹਿੰਦੇ ਹੋ, ਤੁਸੀਂ ਸੰਸਾਰ ਵਿੱਚ ਰਹਿੰਦੇ ਹੋ, ਤੁਸੀਂ ਘਰ-ਬਾਰ ਵਿੱਚ ਰਹਿੰਦੇ ਹੋ, ਤੁਸੀਂ ਦੁਨੀਆਦਾਰੀ ਨੂੰ ਭੋਗ ਰਹੇ ਹੋ, ਤੁਸੀਂ ਤੇ ਦੁਨਿਆਵੀ ਜੀਵਨ ਬਤੀਤ ਕਰ ਰਹੇ ਹੋ, ਤੁਸੀਂ ਰੱਬ ਦੇ ਸੱਚੇ ਭਗਤ ਨਹੀਂ ਹੋ ਸਕਦੇ, ਤੁਸੀਂ ਦਿਖਾਵਾ ਹੀ ਕਰ ਰਹੇ ਹੋ। ਪਾਤਸ਼ਾਹ ਉਹ ਵਾਰ-ਵਾਰ ਕਹਿ ਰਿਹਾ ਤੁਹਾਡੇ ਬੱਚੇ ਨੇ, ਤੁਹਾਡਾ ਵਿਆਹ ਹੋਇਆ, ਤੁਹਾਡੇ ਬੱਚੇ ਨੇ, ਤੁਹਾਡਾ ਵਿਆਹ ਹੋਇਆ। ਪਾਤਸ਼ਾਹ ਕਹਿੰਦੇ ਓਏ ਭੰਗਰਨਾਥ ਚੁੱਪ। ਜੇ ਤੇਰਾ ਬਾਪ ਤੇਰੀ ਮਾਂ ਨਾਲ ਵਿਆਹ ਹੀ ਨਾ ਕਰਾਉਂਦਾ, ਤੂੰ ਮੇਰੇ ਸਾਹਮਣੇ ਕਿੱਥੋਂ ਆਉਂਦਾ ਓਏ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੋਲ। ਤੇਰਾ ਬਾਪ
ਤੇਰੀ ਮਾਂ ਨਾਲ ਵਿਆਹ ਨਾ ਕਰਾਉਂਦਾ ਤੂੰ ਕਿੱਥੋਂ ਪੈਦਾ ਹੋਣਾ ਸੀ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਉਹਨੇ ਸਵਾਲ ਦਾ ਜਵਾਬ ਸੁਣਿਆ, ਨੀਵੀਂ ਪਈ, ਖੁੰਝੇ ਲੱਗ ਗਿਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਹਾਡੇ ਗੁਰੂ ਦਾ ਬੌਧਿਕ ਲੈਵਲ ਕਿੰਨਾ ਸੀ ਸਿੱਖੋ, ਤੁਹਾਡੇ ਗੁਰੂ ਦੀ ਮੱਤ ਕਿੱਡੀ ਉੱਚੀ ਸੀ। ਤੁਹਾਡੇ ਗੁਰੂ ਅੱਗੇ ਕੋਈ ਨਹੀਂ ਟਿਕ ਪਾਇਆ। ਮੈਂ ਵਾਰ-ਵਾਰ ਇਹ ਗੱਲ ਕਹਿ ਰਿਹਾ, ਸਾਡੀ ਬੌਧਿਕ ਲੈਵਲ ਕਿੰਨਾ। ਅਸੀਂ ਡੇਰਿਆਂ ਤੇ ਜਾ ਕੇ ਇੱਕ ਸਿਰੇ ਦੇ ਜਿਹੜਾ ਕਈ ਦਿਨ ਨਹੀਂ ਨਹਾਉਂਦਾ, ਐਸੇ ਲੋਕਾਂ ਦੇ ਪੈਰਾਂ 'ਚ ਬੈਠਣਾ ਸਾਨੂੰ ਆਉਂਦਾ ਆ। ਜਿਹਦੇ ਆਪਦੇ 4 ਕੁੜੀਆਂ ਨੇ, ਉਹ ਤੋਂ ਜਾ ਕੇ ਮੁੰਡੇ ਅਸੀਂ ਮੰਗਦੇ ਆ। ਲੁਧਿਆਣੇ ਦਾ ਇੱਕ ਪੁਜਾਰੀ, ਉਹਦੀ ਵਾਈਫ ਪਿੱਛੇ ਜਿਹਾ 2-3 ਮਹੀਨਿਆਂ ਦੀ ਗੱਲ ਆ, ਗਰਮੀ ਦੇ ਦਿਨਾਂ ਦੇ ਵਿੱਚ ਉਹ ਲਾਈਵ ਹੋਈ ਫੇਸਬੁੱਕ ਤੇ, ਕਹਿੰਦੀ ਮੇਰਾ ਘਰ ਵਾਲਾ ਲੋਕਾਂ ਨੂੰ ਮੁੰਡੇ ਵੰਡਦਾ ਆ, ਮੇਰੇ ਆਪਦੇ 3 ਕੁੜੀਆਂ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਲੁਧਿਆਣੇ ਸ਼ਹਿਰ ਦੀ ਗੱਲ ਕਰਦਾ ਪਿਆ, ਕਿਤੋਂ ਦੂਰ ਦੀ ਨਹੀਂ। ਕਹਿੰਦੀ ਮੇਰੇ ਘਰ ਵਾਲਾ ਜੋਤਸ਼ੀ ਹੈ, ਲੋਕਾਂ ਨੂੰ ਮੁੰਡੇ ਵੰਡਦਾ ਆ, ਮੇਰੇ ਆਪਦੇ 3 ਧੀਆਂ ਨੇ, ਇਹਨੂੰ ਪੁੱਛੋ ਤੇਰੇ ਕਿਉਂ ਨਹੀਂ ਹੋਇਆ? ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜੇ ਤੁਹਾਡੇ ਦੁੱਖ ਦੂਰ ਕਰਦੇ ਨੇ ਪਖੰਡੀ ਸਾਧ, ਇਹਨਾਂ ਦੀ ਆਪਦੀ ਦਵਾਈ PGI ਤੋਂ ਚੱਲਦੀ ਹੁੰਦੀ ਹੈ। ਸੱਚ ਹੈ ਕਿ ਝੂਠ ਹੈ? ਬੋਲੋ। ਗੁਰੂ ਨਾਨਕ ਦੇ ਦਰ ਤੋਂ ਵੱਡਾ ਦਰ ਕੋਈ ਨਹੀਂ, ਗੁਰੂ ਨਾਨਕ ਦੇ ਘਰ ਤੋਂ ਵੱਡਾ ਘਰ ਕੋਈ ਨਹੀਂ। ਚਾਹੇ ਅੱਜ ਮੰਨ ਲਿਓ, ਚਾਹੇ ਧੱਕੇ ਖਾ ਕੇ ਮੰਨ ਲਿਓ, ਇਦੋਂ ਵੱਡਾ ਸੱਚ ਕੋਈ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਯਾਦ ਰੱਖਿਓ, ਜੇ ਬਾਬੇ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਜੇ ਬਾਬੇ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਬਾਬੇ ਦੀ ਕਹੀ ਗੱਲ ਵੀ ਦਿਮਾਗ ਦੇ ਵਿੱਚ ਪਾਇਓ। ਬਾਬਾ ਕਹਿੰਦਾ ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਣ ਨਾ ਜਾਈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਤੁਹਾਡਾ ਬਾਬਾ ਕਹਿੰਦਾ ਹੈ, ਪਰ ਸਾਡੇ ਤੇ ਖੇਤਾਂ ਵਿੱਚ ਬਣੀਆਂ ਨੇ। ਹੁਣ ਬੰਦਾ ਕੀ ਕਰਦਾ ਸੁਣਿਓ, ਬੰਦਾ ਕੀ ਕਰਦਾ ਹੈ, ਇੱਟਾਂ ਲਿਆਉਂਦਾ ਨਾ 10 ਇੱਟਾਂ, ਉਹਨਾਂ ਨੂੰ ਧੋਤਾ ਜਾਂਦਾ, ਗਿੱਲਾ ਕਰਿਆ ਜਾਂਦਾ, ਫਿਰ ਉਹਨਾਂ ਨੂੰ ਚਿਣਿਆ ਜਾਂਦਾ V ਸ਼ੇਪ, ਉਲਟੀ ਵੀ, ਐਦਾਂ ਥੱਲੇ ਲਾ ਲਈਆਂ ਜਾਂਦੀਆਂ ਨੇ, ਉੱਪਰ V ਸ਼ੇਪ ਪੁੱਠੀ ਜੀ V ਬਣਾ ਲਈ ਜਾਂਦੀ ਹੈ। ਉਦੋਂ ਬਾਅਦ ਥੋੜੇ ਦਿਨਾਂ ਬਾਅਦ ਉਹ ਤੇ ਮਾਰ ਕੇ ਪਲਸਤਰ ਕਰਕੇ ਚਿੱਟੀ ਕਲੀ, ਆਪ ਹੀ ਇੱਟਾਂ ਲਿਆਂਦੀਆਂ, ਆਪ ਹੀ ਲਾਈਆਂ ਕੋਲ ਖੜ ਕੇ, ਚਾਹੇ ਮਿਸਤਰੀ ਤੋਂ ਲਾਈਆਂ, ਚਾਹੇ ਆਪ ਹੀ ਪਲਸਤਰ ਕਰਵਾਇਆ, ਆਪ ਹੀ ਕਲੀ ਕਰਵਾਈ, ਕਰੀ, ਆਪ ਹੀ ਡਰੀ ਜਾਂਦਾ। ਹੱਦ ਹੈ ਮੂਰਖ। ਐਦੋਂ ਵੱਡਾ ਮੂਰਖਤਾ ਦਾ ਲੈਵਲ ਤੁਹਾਨੂੰ ਹੋਰ ਕਿਤੇ ਮਿਲ ਜਾਏਗਾ? ਆਪਦੀਆਂ ਲਾਈਆਂ ਇੱਟਾਂ ਤੋਂ ਡਰੀ ਜਾਂਦੇ ਨੇ, ਹੱਦ ਹੋ ਗਈ। 2019 ਦੇ ਵਿੱਚ ਅਸੀਂ ਅੰਬਾਲੇ ਤੋਂ ਗਾਹਾਂ ਜਾਣਾ ਸੀ, ਕਾਲੇ ਅੰਬ ਦੇ ਨੇੜੇ ਪ੍ਰੋਗਰਾਮ ਤੇ। ਨਾਭੇ ਆਉਂਦੇ, ਨਾਭੇ ਜਦੋਂ ਨਾਭੇ ਜਿਹੜਾ ਬੱਸ ਸਟੈਂਡ ਨੂੰ ਰੋਡ ਚਲਿਆ ਜਾਂਦਾ, ਇੱਕ ਸ਼ਹਿਰ ਨੂੰ ਆ ਜਾਂਦਾ, ਇੱਕ ਮੇਨ ਰੋਡ ਤੁਹਾਨੂੰ ਪਤਾ ਇੱਧਰ ਆ ਜਾਂਦਾ ਤੁਹਾਡੇ ਵੱਲ ਨੂੰ, ਰੋਟੀ ਪੁਲ ਵੱਲ ਨੂੰ। ਉਹ ਜਿਹੜਾ ਚਰਸਤਾ ਬਣਦਾ, ਉੱਥੇ ਬੜਾ ਵੱਡਾ ਢਾਲਾ, ਧੁੰਦ ਜੀ ਦੇ ਦਿਨ, ਮੇਰੇ ਨਾਲ ਬੇਟੀਆਂ, ਮੈਂ ਖੁਦ ਹੀ ਗੱਡੀ ਡਰਾਈਵ ਕਰਦਾ ਹੁੰਦਾ, ਚਾਹੇ ਦੂਰ ਜਾਣਾ ਚਾਹੇ ਨੇੜੇ। ਕਈ ਵਾਰੀ ਜ਼ਿਆਦਾ ਦੂਰ ਜਾਣਾ, ਜਿਵੇਂ ਕਹਿ ਲਓ ਅਸੀਂ ਪੀਲੀਭੀਤ ਵਗੈਰਾ, ਹਲਦਵਾਨੀ ਜਾਂ ਨੈਨੀਤਾਲ ਵਗੈਰਾ ਜਾਂਦੇ ਰਹਿੰਦੇ ਹਾਂ, ਜੈਪੁਰ ਸਾਈਡ ਜਾਂਦੇ ਰਹਿੰਦੇ ਹਾਂ, ਉਦੋਂ ਫਿਰ ਡਰਾਈਵਰ ਲੈ ਲਈਦਾ ਨਾਲ। ਮੋਸਟਲੀ ਜ਼ਿਆਦਾਤਰ ਡਰਾਈਵਿੰਗ ਮੈਂ ਆਪ ਹੀ ਕਰਦਾ, ਕਿਉਂਕਿ ਬੱਚੀਆਂ ਹੁੰਦੀਆਂ ਨਾਲ, ਜਥਾ ਹੁੰਦਾ, ਫਿਰ ਡਰਾਈਵਰ ਦਾ ਰਹਿਣਾ ਕਰਨਾ ਥੋੜਾ ਮੁਸ਼ਕਲ ਹੋ ਜਾਂਦਾ। ਮੈਂ ਇੱਕ ਸਕੂਟਰ ਵਾਲੇ ਨੂੰ ਪੁੱਛਿਆ, ਮੈਂ ਕਿਹਾ ਟ੍ਰੈਫਿਕ ਕਿਉਂ ਰੁਕੀ ਹੋਈ ਹੈ? ਉਹਨੇ ਸਕੂਟਰ ਸਾਈਡ ਤੇ ਲਾਇਆ, ਕਹਿੰਦਾ ਬਾਬਾ ਜੀ ਢਾਲਾ ਕੀਤਾ, ਢਾਲਾ। ਮੈਂ ਕਿਹਾ ਢਾਲਾ ਕੀਤਾ ਫਿਰ ਕੀ ਹੁੰਦਾ? ਕਹਿੰਦਾ ਜੀ ਕੋਈ ਲੰਘਦਾ ਹੀ ਨਹੀਂ ਪਿਆ। ਮੈਂ ਕਿਹਾ ਕਰਨਾ ਪੈਣਾ ਕੁਛ, ਆਪਾਂ ਗੱਡੀ ਕੀਤੀ ਬੰਦ। ਮੈਂ ਕਿਹਾ ਪੁੱਤ ਆਓ, ਬੱਚੇ ਮੇਰੇ ਨਾਲ, ਉਹਦੇ ਵਿੱਚ ਬੜੀਆਂ ਕੀਮਤੀ ਚੀਜ਼ਾਂ ਸੀ, 2100 ਰੁਪਇਆ ਪਿਆ ਸੀ। ਮੈਂ ਕਿਹਾ ਲੈ ਤੇਲ ਤਾਂ ਨਿਕਲਿਆ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੇਲ ਨਿਕਲਿਆ ਆ। ਉਦੋਂ ਤੇਲ ਸਸਤਾ ਸੀ, ਮੈਨੂੰ ਲੱਗਦਾ ਸਾਡਾ ਉਹ ਕਾਲੇ ਅੰਬ ਦੇ ਕੋਲੇ 2000 ਦਾ ਤੇਲ ਲੱਗਿਆ ਹੋਏਗਾ। ਜਿਹੜੇ ਹਿਸਾਬ ਨੇ ਮੋਦੀ ਨੇ ਹੁਣ ਹਾਲਾਤ ਬਣਾਤੇ, ਹੁਣ ਮੈਨੂੰ ਲੱਗਦਾ ਤੁਹਾਡੇ ਕੋਲੇ 2000 ਦਾ ਲੱਗ ਜਾਣਾ ਇੱਥੇ ਆਉਂਦੇ ਹੁੰਦਾ। ਕਿਰਪਾ ਕਿੰਨੀ ਹੈ ਨਾ ਸਾਡੇ ਦੇਸ਼ ਦੇ ਰਾਜੇ ਦੀ, ਵਿਕਾਸ ਹੋ ਰਿਹਾ ਨਾ, ਅੰਨਦਾਤਾ ਰੁਲ ਰਿਹਾ। ਸਾਡਾ ਗੀਤ ਵੀ ਆਇਆ ਸੀ, ਮੈਂ ਵੀਰ ਨੂੰ ਦੱਸ ਰਿਹਾ ਸੀ, ਵੀਰ ਜੀ ਹੁਣਾਂ ਨੂੰ, ਤੁਸੀਂ ਸੁਣ ਸਕਦੇ ਹੋ, YouTube ਲਿੰਕ ਮੈਂ ਵੀਰ ਜੀ ਨੂੰ ਦੇ ਦਾਂਗਾ। ਮੇਰਾ ਆਪਦਾ ਲਿਖਿਆ ਗੀਤ ਸੀ ਕਿਸਾਨੀ ਅੰਦੋਲਨ ਦੇ ਵਿੱਚ। ਜੇ ਜਦ ਮੰਗਿਆ ਨਹੀਂ ਮਿਲਦੇ, ਫੇਰ ਹੱਕ ਖੋਣੇ ਪੈਂਦੇ ਆ। ਇਹ ਦਾਗ ਗੁਲਾਮੀ ਵਾਲੇ ਰਲ ਮਿਲ ਢੋਣੇ ਪੈਂਦੇ ਆ। ਜਦ ਮੰਗਿਆ ਨਹੀਂ ਮਿਲਦੇ, ਫੇਰ ਹੱਕ ਖੋਣੇ ਪੈਂਦੇ ਆ। ਹੁਣ ਅਸੀਂ ਹੱਕ ਖੋਣ ਲਈ ਬੈਠੇ ਹਾਂ ਉੱਥੇ, ਕਿਉਂਕਿ ਮੰਗਿਆ ਤੇ ਦਿੱਤੇ ਨਹੀਂ ਸਾਨੂੰ ਕਿਸੇ ਨੇ। ਆਓ ਰਹੋ ਵਿਚਾਰ। ਉਤਰ ਕੇ ਗਏ, 2100 ਰੁਪਇਆ ਪਾਇਆ ਸੀ ਮੈਂ, ਝਾੜ ਕੇ ਜੇ ਉਹਨੂੰ ਸੰਧੂਰ ਜਾ ਲਾਇਆ ਸੀ, ਝਾੜ ਕੇ ਜੇ ਜੇਬ ਚ ਪਾਇਆ। ਮੈਂ ਕਿਹਾ ਤੇਲ ਤੇ ਆਇਆ। ਉਦੋਂ ਬਾਅਦ ਨਾਰੀਅਲ ਪਏ ਸੀ, ਕਈ ਹੈ ਜਗਾੜ ਵੱਡਾ ਕੀਤਾ ਸੀ, ਚੁੰਨੀਆਂ ਚੰਨੀਆਂ ਜਿਹੀਆਂ ਪਈਆਂ ਸੀ, ਸਾਰਾ ਸਮਾਨ ਅਸੀਂ ਜਿਹੜਾ ਵਰਤੋਂ ਵਾਲਾ ਸੀ, ਕੁਛ ਮੈਂ ਆਪ ਚੱਕਿਆ, ਕੁਛ ਬੱਚਿਆਂ ਨੂੰ ਫੜਾਇਆ। ਮੈਂ ਕਿਹਾ ਪੁੱਤ ਰੜਕੇ ਬੜੇ ਸੋਹਣੇ ਰੱਖੇ ਸੀ, 3 ਐ ਤਕੋਣ ਬਣਾ ਕੇ, ਵਿਚਾਲੇ ਆਲੇ ਦੁਆਲੇ ਰੜਕੇ, ਬਾਉਂਡਰੀ ਰੜਕਿਆਂ ਦੀ ਬਣਾਈ ਹੈ ਐਦਾਂ, ਇੱਕ ਇੱਧਰ ਨੂੰ 2 ਇੱਧਰ ਨੂੰ, ਬਾਉਂਡਰੀ ਰੜਕਿਆਂ ਦੀ ਬਣਾ ਕੇ ਵਿਚਾਲੇ ਉਹਦੇ ਸਮਾਨ ਰੱਖਿਆ ਹੋਇਆ, ਨਾਰੀਅਲ ਵਗੈਰਾ, ਹੋਰ ਪਤਾ ਨਹੀਂ ਕੀ ਕੀ, ਗਲਾਸ ਸੀਗੇ 5, ਹੋਰ ਕਾਫੀ ਕੁਛ ਸੀ। ਸਾਰਾ ਸਮਾਨ ਮੈਂ ਇਕੱਠਾ ਕੀਤਾ, ਜਿਹੜਾ ਵਰਤੋਂ ਵਾਲਾ ਗੱਡੀ 'ਚ ਰੱਖਿਆ। ਜਿਹੜਾ ਆਪਣੇ ਵਰਤੋਂ ਦਾ ਸਮਾਨ ਨਹੀਂ ਸੀ, ਜਿਵੇਂ ਸੰਧੂਰ ਸੰਧਾਰੋ ਤੋਂ ਆਪਾਂ ਕੀ ਲੈਣਾ, ਉਹਦੇ ਮਾਰੀ ਲੱਤ ਉਸ ਸਾਈਡ ਕਰਤਾ। ਉਹ ਜਿਹੜੀ ਸਵਾਹ ਜੀ ਬਚ ਗਈ ਨਾ ਪਿੱਛੇ ਥੋੜੀ ਜਿਹੀ, ਉਹਦੇ ਉੱਪਰ ਦੀ ਵੀ ਨਾ ਕੋਈ ਲੰਘੇ, ਇੰਨਾ ਡਰਦੇ ਆ ਲੋਕ।
ਬਾਜ਼ਾਰ ਵਾਲੇ ਸਮਾਨ ਹੁਣ ਤੁਸੀਂ ਰੜਕਾ ਨਹੀਂ ਲਿਆਂਦਿਆ ਕਦੇ ਬਾਜ਼ਾਰ ਚੋਂ? ਬੋਲੋ। ਸਾਰੀ ਲਿਆਉਂਦੇ ਆ ਭਾਈ, ਸਾਰਿਆਂ ਦੇ ਘਰਾਂ 'ਚ ਹੀ ਲੱਗਦਾ ਝਾੜੂ। ਤੇ ਮੇਰੀ ਉਹ ਭੈਣੋ, ਤੁਸੀਂ ਸੰਧੂਰ ਆਮ ਵਰਤਦੇ ਹੋ, ਖੈਰ ਸਿੱਖੀ ਦਾ ਸੰਧੂਰ ਨਾਲ ਕੋਈ ਵਾਸਤਾ ਨਹੀਂ ਹੈ। ਸੰਧੂਰ ਤੁਸੀਂ ਬਹੁਤੀਆਂ ਵਰਤਦੇ ਹੋ, ਸੰਧੂਰ ਤੋਂ ਡਰੀ ਜਾਂਦੇ ਨੇ, ਰੜਕਿਆਂ ਤੋਂ ਡਰੀ ਜਾਂਦੇ ਨੇ, ਭਾਂਡਿਆਂ ਤੋਂ ਡਰੀ ਜਾਂਦੇ ਨੇ, ਨਾਰੀਅਲ ਤੋਂ ਡਰੀ ਜਾਂਦੇ ਨੇ। ਨਾਰੀਅਲ ਡਰਾਉਣ ਵਾਲੀ ਚੀਜ਼ ਥੋੜੋ ਹੈ। ਜਿੰਨਾ ਸਿਹਤ ਲਈ, ਸਾਡੀ ਲਈ, ਲੀਵਰ ਲਈ ਨਾਰੀਅਲ ਅੱਛਾ ਆ, ਹੋਰ ਕੋਈ ਚੀਜ਼ ਅੱਛੀ ਹੀ ਨਹੀਂ ਹੈਗੀ। ਜਿਹਦਾ ਲੀਵਰ ਖਰਾਬ ਹੁੰਦਾ ਉਹਨੂੰ ਡਾਕਟਰ ਕਹਿੰਦੇ ਨੇ ਵੀ ਨਾਰੀਅਲ ਪੀਆ ਕਰ ਸਵੇਰੇ ਉੱਠ ਕੇ। ਸੋ ਜਿਹੜੀਆਂ ਕੰਮ ਦੀਆਂ ਚੀਜ਼ਾਂ ਸੀ ਸਾਰੀਆਂ ਰੱਖੀਆਂ ਗੱਡੀ 'ਚ। ਬਾਅਦ 'ਚ ਜਦੋਂ ਪਤਾ ਲੱਗਿਆ ਕਹਿੰਦੇ ਕੋਈ ਗੱਡੀ ਵੀ ਨਹੀਂ ਲੰਘਾਉਂਦਾ, ਫਿਰ ਗੱਡੀ ਖੱਬਾ ਸੱਜਾ ਕਰਕੇ ਜਾਮ 'ਚੋਂ ਕੱਢ ਕੇ ਗੱਡੀ ਵੀ ਮੈਂ ਲੰਘਾਈ ਜੀ ਉਹਦੇ ਉੱਪਰ ਦੀ। ਆ ਬੈਠਾ ਤੁਹਾਡੇ ਸਾਹਮਣੇ, ਆਖੋ ਸਤਨਾਮ ਸ਼੍ਰੀ। ਕਿਉਂਕਿ ਮੇਰੀ ਟੇਕ ਗੁਰੂ ਨਾਨਕ ਹੈ, ਮੇਰੀ ਟੇਕ ਗੁਰੂ ਗ੍ਰੰਥ ਸਾਹਿਬ ਹੈ। ਨਿਰਭਉ ਜਪੈ, ਬੋਲੋ ਜੀ, ਨਿਰਭਉ ਜਪੈ ਸਗਲ ਭਉ ਮਿਟੈ। ਜਦੋਂ ਤੁਸੀਂ ਇੱਕ ਓਂਕਾਰ ਨੂੰ ਜਪਦੇ ਹੋ, ਦੁਨੀਆ ਦਾ ਕੋਈ ਡਰ ਤੁਹਾਡੇ ਅੰਦਰ ਨਹੀਂ ਰਹਿ ਜਾਂਦਾ। ਆਖੋ ਸਤਨਾਮ ਸ਼੍ਰੀ। ਲੋਕ ਕਹਿੰਦੇ ਨੇ ਜੇ ਬਿੱਲੀ ਰਸਤਾ ਕੱਟ ਜੇ ਡਰ ਲੱਗਦਾ ਹੈ, ਸਾਡੀ ਗੱਡੀ ਥੱਲੇ ਆ ਕੇ 3 ਮਰ ਗਈਆਂ ਹੁਣ ਤੱਕ। ਆਖੋ ਸਤਨਾਮ ਸ਼੍ਰੀ। ਸੋ ਆਓ ਮੇਰੀ ਉਹ ਭੈਣੋ, ਵਹਿਮਾਂ ਭਰਮਾਂ ਨੂੰ ਛੱਡੋ। ਮਨੂ ਬ੍ਰਾਹਮਣ ਦੇ ਵਿੱਚੋਂ ਲਿਖੀ ਮਨੂ ਸਿਮਰਤੀ ਦੇ ਵਿੱਚ ਲਿਖਿਆ ਹੋਇਆ ਕਿ ਔਰਤ ਦਾਸੀ ਹੈ, ਔਰਤ ਪੈਰ ਦੀ ਜੁੱਤੀ ਹੈ। ਗੁਰੂ ਨਾਨਕ ਸਾਹਿਬ ਲਿਖਦੇ ਪਏ ਨੇ, ਬੱਚੀਆਂ ਨੇ ਤੁਹਾਨੂੰ ਸ਼ਬਦ ਸ਼ਰਵਣ ਕਰਾਇਆ, ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ। ਜਿੰਨੀ ਇੱਜ਼ਤ, ਜਿੰਨੀ ਰਿਸਪੈਕਟ ਮੇਰੀ ਉਹ ਭੈਣੋ ਤੁਹਾਨੂੰ ਗੁਰੂ ਨਾਨਕ ਨੇ ਦਿੱਤੀ, ਗੁਰੂ ਨਾਨਕ ਦੇ ਘਰ ਨੇ ਦਿੱਤੀ, ਹੋਰ ਕੋਈ ਦੁਨੀਆ ਦਾ ਬੰਦਾ ਨਹੀਂ ਦਿੰਦਾ, ਦੁਨੀਆ ਦਾ ਕੋਈ ਧਰਮ ਨਹੀਂ ਦਿੰਦਾ। ਆਖੋ ਸਤਨਾਮ। ਹੁਣ ਆਜੋ ਅੱਗੇ ਆਜੋ। ਹਿੰਦੂ ਧਰਮ ਦੇ ਵਿੱਚ ਬ੍ਰਾਹਮਣ ਪਾਉਂਦਾ 3 ਧਾਗਿਆਂ ਦਾ ਜਨੇਊ। ਸੱਚ ਹੈ ਜੀ। ਮਹਾਰਾਜ ਲਿਖਦੇ ਨੇ, ਤੇਰੇ ਪਾਇਨ ਤੱਗ ਉਹ ਹਰ ਕੇ ਸੰਤ ਨਾ ਆਖੀਏ ਬਾਨਰਸ ਕੇ ਠੱਗ। 3 ਧਾਗਿਆਂ ਦਾ ਜਨੇਊ ਪਾਉਂਦਾ ਬ੍ਰਾਹਮਣ, 2 ਧਾਗਿਆਂ ਦਾ ਜਨੇਊ ਪਾਉਂਦਾ ਖੱਤਰੀ, 1 ਧਾਗੇ ਦਾ ਜਨੇਊ ਪਾਉਂਦਾ ਬਾਣੀਆ ਜਾਣੀ ਕਿ ਵੈਸ਼। ਔਰਤ ਨਹੀਂ ਪਾ ਸਕਦੀ, ਔਰਤ ਸ਼ੂਦਰ ਹੈ। ਬ੍ਰਾਹਮਣ, ਖੱਤਰੀ, ਵੈਸ਼ ਤਿੰਨਾਂ ਨੂੰ ਛੱਡ ਕੇ ਬਾਕੀ ਸਾਰੇ ਸ਼ੂਦਰ ਨੇ। ਸਣੇ ਜੱਟ, ਆਪਦੀ ਗੱਲ ਨਾਲ ਹੀ ਕਰ ਲਈਏ ਅਸੀਂ, ਸਣੇ ਜੱਟ ਸਾਰੇ ਸ਼ੂਦਰ ਨੇ, ਤੇ ਬਾਕੀ ਕੋਈ ਜਨੇਊ ਨਹੀਂ ਪਾ ਸਕਦਾ। ਸ਼ੂਦਰ ਜਨੇਊ ਨਹੀਂ ਪਾ ਸਕਦਾ ਤੇ ਔਰਤ ਵੀ ਜਨੇਊ ਨਹੀਂ ਪਾ ਸਕਦੀ। ਔਰਤ ਵੀ ਸ਼ੂਦਰ ਹੈ ਅਕੋਰਡਿੰਗ ਟੂ ਬ੍ਰਾਹਮਣਵਾਦ, ਅਕੋਰਡਿੰਗ ਟੂ ਹਿੰਦੂਇਜ਼ਮ। ਤੇ ਹੁਣ ਕਲਗੀਧਰ ਪਾਤਸ਼ਾਹ ਜਿਸ ਦਿਨ ਖਾਲਸਾ ਪੰਥ ਸਾਜਦੇ ਪਏ ਨੇ, ਉਸ ਦਿਨ ਮਾਤਾ ਸਾਹਿਬ ਕੌਰ ਨੇ ਵੀ ਕਕਾਰ ਪਾਏ ਨੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਮੇਰੀ ਘਰ ਵਾਲੀ ਹੈ, ਉਹ ਵੀ ਕੇਸਕੀ ਬੰਦੀ ਹੈ, ਖੰਡਾ ਲਾਉਂਦੀ ਹੈ, ਕੀਰਤਨ ਕਰਦੀ ਆ। ਮੇਰੀ ਛੋਟੀ ਜੀ ਬੇਟੀ ਆ ਹਰਗੀਤ ਕੌਰ। ਅਸੀਂ ਨਹੀਂ ਕਿਤੇ ਗਏ, ਉਹਦਾ ਜਨਮ ਹੋਇਆ, ਅਸੀਂ ਉਹਨੂੰ ਗੁਰੂ ਘਰ ਹੀ ਲੈ ਕੇ ਗਏ ਹਾਂ। ਹੁਕਮਨਾਮਾ ਲਿਆ, ਹੁਕਮਨਾਮਾ ਆਇਆ, ਹਮ ਭੀਖ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ। ਹਾਹੇ ਦੇ ਉੱਪਰ ਨਾਮ ਆਇਆ, ਅਸੀਂ ਰੱਖਿਆ ਨਾਮ ਹਰਗੀਤ। ਆ ਬੇਟਾ ਹੋਇਆ 7 ਮਹੀਨਿਆਂ ਦਾ, ਉਹਨੂੰ ਗੁਰੂ ਘਰ ਲੈ ਕੇ ਗਏ। ਉਹਦਾ ਹੁਕਮਨਾਮਾ ਆਇਆ, ਸੇਵਕ ਸੇਵ ਕਰੇ ਸਭ ਤੇਰੀ, ਜਿੰਨੀ ਸ਼ਬਦੀ ਸਾਧਨਾ ਆਇਆ। ਉਹਦਾ ਨਾਮ ਰੱਖਿਆ ਸਵਰਮੀਤ। ਸਿਰਫ ਓਟ ਗੁਰੂ ਗ੍ਰੰਥ ਸਾਹਿਬ ਹੈ, ਕਿਉਂਕਿ ਦੇਣ ਵਾਲਾ ਉਹੀ ਹੈ। ਮੈਨੂੰ ਤੇ ਲੱਗਦਾ ਮੇਰੀ ਜ਼ਿੰਦਗੀ 'ਚ ਜੋ ਸੁੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਦਿੱਤਾ ਹੈ, ਔਰ ਜੋ ਮਾੜਾ ਉਹ ਮੇਰੇ ਆਪਦੇ ਕਰਮਾਂ ਦਾ ਆ। ਆਖੋ ਸਤਨਾਮ ਸ਼੍ਰੀ। ਜਿਸ ਦਿਨ ਪਾਤਸ਼ਾਹ ਨੇ ਅੰਮ੍ਰਿਤ ਦੀ ਦਾਤ ਬਖਸ਼ੀ, ਜਿੰਨੇ ਅਧਿਕਾਰ ਇੱਕ ਮਰਦ ਨੂੰ ਦਿੱਤੇ, ਉਨੀ ਅਧਿਕਾਰ ਇੱਕ ਔਰਤ ਨੂੰ ਵੀ ਦਿੱਤੇ ਨੇ। ਆਖੋ ਸਤਨਾਮ ਸ਼੍ਰੀ। ਜੇ ਮੈਂ ਪੱਗ ਬੰਨਦਾ ਤੇ ਸਾਡੀ ਘਰ ਦੀ ਔਰਤ, ਚਾਹੇ ਬੇਟੀ ਹੈ, ਚਾਹੇ ਮਾਂ, ਚਾਹੇ ਘਰ ਵਾਲੀ ਹੈ, ਪਤਨੀ ਹੈ, ਉਹ ਵੀ ਬੰਨ ਸਕਦੀ ਹੈ ਦਸਤਾਰ। ਜੇ ਮੈਂ ਕਿਰਪਾਨ ਪਾਉਣਾ, ਉਹ ਵੀ ਪਾ ਸਕਦੀ ਹੈ। 5 ਕਕਾਰ ਜਿਹੜੇ ਮਰਦ ਨੂੰ ਬਖਸ਼ੇ ਉਹੀ ਔਰਤ ਨੂੰ ਬਖਸ਼ੇ, ਕੋਈ ਭੇਦਭਾਵ ਨਹੀਂ ਕੀਤਾ। ਸੋ ਮੇਰੀ ਉਹ ਭੈਣੋ, ਜਿੰਨੀ ਰਿਸਪੈਕਟ, ਜਿੰਨੀ ਇੱਜ਼ਤ, ਜਿੰਨਾ ਮਾਣ ਸਤਿਕਾਰ ਤੁਹਾਨੂੰ ਗੁਰੂ ਨਾਨਕ ਨੇ ਦਿੱਤਾ ਆ, ਹੋਰ ਦੁਨੀਆ ਦੇ ਕਿਸੇ ਪੀਰ ਪੈਗੰਬਰ ਨੇ ਨਹੀਂ ਦਿੱਤਾ। ਆਖੋ ਸਤਨਾਮ ਸ਼੍ਰੀ। ਮੇਰੀ ਉਹ ਭੈਣੋ, ਗੁਰੂ ਨਾਨਕ ਦਾ ਦਰ ਛੱਡ ਕੇ ਦੂਜੇ ਦਰ ਵੱਲ ਨਾ ਝਾਕਿਆ ਕਰੋ, ਨਾ ਵੇਖਿਆ ਕਰੋ, ਨਾ ਸੋਚਿਆ ਕਰੋ, ਨਾ ਜਾਇਆ ਕਰੋ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਖਬਰ ਮਿਲਦੀ ਹੈ ਕਿਤੋਂ ਵੀ ਇੱਕ ਕੋੜੀ ਹੈ ਪਿੰਡ ਦੇ ਵਿੱਚ, ਫਲਾਣੇ ਪਿੰਡ ਦੇ ਵਿੱਚ ਇੱਕ ਕੋੜੀ ਹੈ। ਉਹਨੂੰ ਪਿੰਡ ਵਾਲਿਆਂ ਨੇ ਪਿੰਡੋਂ ਬਾਹਰ ਕੱਢ ਕੇ ਉਹਦੀ ਇੱਕ ਛਪਰੀ ਪਾ ਦਿੱਤੀ। ਉਹ ਤੋਂ ਬਹੁਤ ਦੂਰ ਉਹਦਾ ਖਾਣਾ ਘਰ ਦੇ ਧਾਰ ਆਉਂਦੇ ਨੇ, ਕਈ ਵਾਰੀ ਖਾ ਲੈਂਦਾ, ਕਈ ਵਾਰੀ ਦਰਦ ਉਹਦੇ ਹੱਡਾਂ 'ਚ ਇੰਨਾ ਹੁੰਦਾ ਵੀ ਉਹ ਤੋਂ ਨਹੀਂ ਖਾਧਾ ਜਾਂਦਾ। ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਮਰਦਾਨਾ ਜੀ ਨੂੰ ਕਹਿੰਦੇ, ਚੱਲ ਮਰਦਾਨਿਆ, ਉਸ ਕੋੜੀ ਦੀ ਕੁੱਲੀ ਵਿੱਚ ਜਾ ਕੇ ਕਰਤਾਰ ਦਾ ਕੀਰਤਨ ਕਰੀਏ। ਉਹ ਤਨ ਕਰਕੇ ਵੀ ਅਰੋਗ ਹੋ ਜਾਏਗਾ, ਮਨ ਕਰਕੇ ਵੀ ਅਰੋਗ ਹੋ ਜਾਏਗਾ। ਆਖੋ ਸਤਨਾਮ ਸ਼੍ਰੀ। ਹੁਣ ਇੱਥੇ ਇੱਕ ਵਿਚਾਰ ਰੱਖਣ ਲੱਗਾ। ਕੋੜੀ ਦੀ ਕੁੱਲੀ ਦੇ ਵਿੱਚ ਪਾਤਸ਼ਾਹ ਜਾਂਦੇ ਨੇ। ਇਤਿਹਾਸ ਲਿਖਦਾ ਵੀ ਉਹ ਕੋੜੀ ਤੰਦਰੁਸਤ ਹੋ ਗਿਆ, ਕਿਉਂਕਿ ਜਦੋਂ ਬੰਦਾ ਮਨ ਕਰਕੇ ਸਟਰੋਂਗ ਹੋ ਜਾਂਦਾ ਨਾ, ਮੈਡੀਕਲ ਸਾਇੰਸ ਲਿਖਦੀ ਹੈ ਵੀ ਜਿਹੜਾ ਮਰੀਜ਼, ਚਾਹੇ ਉਹਨੂੰ ਕਿੱਡੀ ਵੱਡੀ ਮਰਜ਼ੀ ਭਿਆਨਕ ਬਿਮਾਰੀ ਹੋਵੇ, ਚਾਹੇ ਕੈਂਸਰ ਹੋਵੇ, ਲਾਸਟ ਸਟੇਜ ਤੇ ਹੋਵੇ, ਮੈਡੀਕਲ ਸਾਇੰਸ ਇਹ ਮੰਨਦੀ ਹੈ
ਜਿਹੜਾ ਮਰੀਜ਼ ਮਾਨਸਿਕ ਤੌਰ ਤੇ ਸਟਰੋਂਗ ਰਹਿੰਦਾ ਉਹਨੂੰ ਬਿਮਾਰੀ ਨਹੀਂ ਹਰਾ ਸਕਦੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੰਦੇ ਨੂੰ ਚੜਿਆ ਹੋਵੇ ਬੁਖਾਰ ਤੇ ਬੰਦਾ ਕਈ ਵਾਰੀ ਕਲਪ ਜੇ ਨਾ ਅੰਦਰੋਂ ਵੀ ਮੈਂ ਤੇ ਮਰੂੰ, ਮੈਂ ਤਾਂ ਨਹੀਂ ਬਚਦਾ, ਚੜਿਆ ਬੁਖਾਰ ਹੀ ਹੁੰਦਾ, ਉਹ ਬੁਖਾਰ ਨਹੀਂ ਮਰ ਜਾਂਦਾ। ਦੁਨੀ ਚੰਦ ਦਾ ਕੀ ਹਾਲ ਹੋਇਆ ਸੀ? ਪਾਤਸ਼ਾਹ ਨੇ ਕੱਦ ਵੇਖਿਆ, ਕਲਗੀਧਰ ਪਾਤਸ਼ਾਹ ਨੇ ਕਹਿੰਦੇ 7 ਫੁੱਟ ਦਾ ਬੰਦਾ। ਦੁਨੀ ਚੰਦ ਸੁਣਿਆ ਮੁਗਲਾਂ ਨੇ ਹਾਥੀ ਭੇਜਿਆ ਸ਼ਰਾਬ ਪਿਆ ਕੇ, ਤੈਂ ਮੋੜਨਾ ਆ। ਅੱਧੀ ਰਾਤ ਸੋਚਦਾ ਵੀ ਮਨਾ ਹਾਥੀ, ਯਾਰ ਬੇਸ਼ੱਕ ਤੂੰ 7 ਫੁੱਟ ਦਾ ਆ, ਪਰ ਮਨਾ ਹਾਥੀ ਨਾਲ ਥੋੜੋ ਲੜ ਲੇਗਾ ਤੂੰ। ਅਗਲੇ ਦਿਨ ਉਸੇ ਰਾਤ ਹੀ ਕਿਲੇ ਦੀ ਕੰਧ ਟੱਪਿਆ, ਟੱਪਦੇ ਦੀ ਲੱਤ ਟੁੱਟ ਗਈ, ਉੱਥੇ ਪੈ ਪੈ ਦੇ ਸੱਪ ਲੜ ਗਿਆ, ਮਰ ਗਿਆ, ਕਿਉਂਕਿ ਅੰਦਰ ਕਮਜ਼ੋਰ ਸੀ ਨਾ। ਹੁਣ ਬਚਿੱਤਰ ਸਿੰਘ ਆ 5 ਫੁੱਟ ਦਾ। ਅਗਲੇ ਦਿਨ ਪਾਤਸ਼ਾਹ ਨੂੰ ਪਤਾ ਲੱਗਿਆ ਵੀ ਦੁਨੀ ਚੰਦ ਤਾਂ ਮਰ ਗਿਆ, ਉੱਥੇ ਭੱਜ ਗਿਆ। ਹੁਣ ਪਾਤਸ਼ਾਹ ਵੀ ਜਾਣੀ ਜਾਣ ਸੀ ਨਾ, ਕਲਗੀਧਰ ਪਾਤਸ਼ਾਹ ਨੂੰ ਕਹਿੰਦੇ ਆ ਚੋਜੀ ਪ੍ਰੀਤਮ। ਕਿਹੜਾ ਜੀ? ਚੋਜੀ ਪ੍ਰੀਤਮ। ਪਾਤਸ਼ਾਹ ਨੇ ਚੋਜ ਬੜੇ ਕੀਤੇ, ਖੇਡਾਂ ਬੜੀਆਂ ਖੇਡੀਆਂ। ਪਹਿਲੇ ਦਿਨ ਹੀ ਬਚਿੱਤਰ ਸਿੰਘ ਨੂੰ ਵੀ ਠਾ ਸਕਦੇ ਸੀ, ਅਗਲੇ ਦਿਨ ਤਾਂ ਠਾਇਆ ਸੀ। ਦੁਨੀਆ ਨੂੰ ਸਮਝਾਉਣਾ ਸੀ ਪਿਆਰਿਓ ਵੀ ਸਰੀਰ ਕਰਕੇ ਜਿੱਤਾਂ ਨਹੀਂ ਜਿੱਤੀਆਂ ਜਾਂਦੀਆਂ, ਮਨ ਕਰਕੇ ਜਿੱਤੀਆਂ ਜਾਂਦੀਆਂ ਨੇ। ਸਰੀਰ ਤੇ 7 ਸਾਲ ਦਾ ਸੀ, ਸਰੀਰ ਤੇ 7 ਸਾਲ ਦਾ ਸੀ, ਸਰੀਰ ਦੀ ਉਮਰ ਤੇ 7 ਸਾਲ ਸੀ, 9 ਸਾਲ ਸੀ, ਪਰ ਮਨ ਦੀ ਉਮਰ ਬਹੁਤ ਵੱਡੀ ਸੀ, ਨਹੀਂ ਹਾਰੇ। ਆਖੋ ਸਤਨਾਮ। ਦੂਜੇ ਪਾਸੇ ਸਰੀਰ ਦੀ ਉਮਰ ਬਹੁਤ ਵੱਡੀ ਹੈ ਗੰਗੂ ਬ੍ਰਾਹਮਣ ਦੀ, ਤਕਰੀਬਨ 50 ਪਲੱਸ ਹੋਏਗਾ, 50 ਤੋਂ ਉੱਪਰ ਹੋਏਗਾ। ਸਰੀਰ ਦੀ ਉਮਰ ਬਹੁਤ ਵੱਡੀ ਹੈ, ਮਨ ਕਰਕੇ ਬੜਾ ਛੋਟਾ ਆ। ਹਾਰ ਗਿਆ ਨਾ, ਡੋਲ ਗਿਆ ਨਾ, ਵਿਕ ਗਿਆ ਨਾ। ਸੱਚ ਹੈ ਕਿ ਝੂਠ ਹੈ? ਬੋਲੋ। ਸੋ ਗੁਰਬਾਣੀ ਤੁਹਾਨੂੰ ਅੰਦਰੋਂ ਸਟਰੋਂਗ ਬਣਾਉਂਦੀ ਹੈ, ਅੰਦਰੋਂ ਪਾਵਰ ਦਿੰਦੀ ਹੈ ਤੁਹਾਨੂੰ। ਹੁਣ ਅਗਲੇ ਦਿਨ ਪਾਤਸ਼ਾਹ ਨੇ ਬਚਿੱਤਰ ਸਿੰਘ ਠਾਇਆ, ਬਚਿੱਤਰ ਸਿੰਘ ਮੋੜਿਆ ਆ ਹਾਥੀ ਨੂੰ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਮੋੜਿਆ ਆ, 5 ਫੁੱਟ ਦਾ ਬੰਦਾ ਮੋੜਿਆ ਆ। ਰਹਿੰਦੀ ਦੁਨੀਆ ਤੱਕ ਹਿਸਟਰੀ ਦੱਸੇਗੀ ਵੀ 7 ਫੁੱਟ ਦਾ ਮਰ ਗਿਆ, 5 ਫੁੱਟ ਦਾ ਇਤਿਹਾਸ ਬਣਾਇਆ ਹੈ ਜਾ ਕੇ। ਸੋ ਕਹਿਣ ਦਾ ਭਾਵ, ਤੁਸੀਂ ਮਾਨਸਿਕ ਤੌਰ ਤੇ ਐਨੇ ਸਟਰੋਂਗ ਹੋਵੋ, ਤੁਹਾਡੇ ਅੰਦਰ ਗੁਰਮਤ ਐਨੀ ਦ੍ਰਿੜ ਹੋਵੇ ਕਿ ਘਰ ਵਿੱਚ ਜਿਹੋ ਜਿਹੇ ਮਰਜ਼ੀ ਹਾਲਾਤ ਆ ਜਾਣ, ਬਿਮਾਰੀ ਕਾਰਨ, ਚਾਹੇ ਪੈਸਾ ਚਲਾ ਜਾਵੇ, ਆਰਥਿਕ ਪੱਖੋਂ ਤੁਸੀਂ ਕਮਜ਼ੋਰ ਹੋ ਗਏ, ਗਰੀਬੀ ਆ ਗਈ, ਸਰੀਰਕ ਪੱਖੋਂ ਕਮਜ਼ੋਰ ਹੋ ਗਏ, ਬਿਮਾਰੀ ਆ ਗਈ, ਪਰ ਮਾਨਸਿਕ ਪੱਖੋਂ ਕਮਜ਼ੋਰ ਨਾ ਹੋਵੋ। ਉਦੋਂ ਗੁਰੂ ਨਾਨਕ ਦਾ ਭਰੋਸਾ, ਗੁਰੂ ਨਾਨਕ ਦਾ ਜੋ ਸਿਧਾਂਤ ਹੈ ਉਹ ਤੁਹਾਡੇ ਦਿਮਾਗ ਵਿੱਚ ਇੰਨਾ ਕੁ ਬਸਿਆ ਹੋਵੇ, ਉੱਥੇ ਗਰੀਬੀ ਨਾ ਆਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉੱਥੇ ਗਰੀਬੀ ਨਾ ਆਵੇ। ਸੋ ਆਓ ਪਾਤਸ਼ਾਹ ਦੀ ਕੁੱਲੀ ਦੇ ਵਿੱਚ ਗਏ। ਪਾਤਸ਼ਾਹ ਕੁੱਲੀ ਦੇ ਵਿੱਚ ਗਏ, ਕੁੱਲੀ ਦੇ ਵਿੱਚ ਕੀਰਤਨ ਕੀਤਾ। ਉਹ ਮਨ ਕਰਕੇ ਵੀ ਅਰੋਗ ਹੋ ਗਿਆ, ਤਨ ਕਰਕੇ ਵੀ ਅਰੋਗ ਹੋ ਗਿਆ। ਪਾਤਸ਼ਾਹ ਸੱਜਣ ਠੱਗ ਦੀ ਧਰਮਸ਼ਾਲਾ ਦੇ ਵਿੱਚ ਜਾਂਦੇ ਨੇ। ਸੱਜਣ ਠੱਗ, ਸੱਜਣ ਠੱਗ, ਦੁਨੀਆ ਕਹਿੰਦੀ ਸੀ ਠੱਗ ਹੈ, ਪਤਾ ਗੁਰੂ ਨਾਨਕ ਸਾਹਿਬ ਨੂੰ ਵੀ ਸੀ। ਪਾਤਸ਼ਾਹ ਉਹਦੀ ਕੁੱਲੀ 'ਚ ਗਏ, ਪਾਤਸ਼ਾਹ ਉਹਦੀ ਕੁੱਲੀ 'ਚ ਜਾਂਦੇ ਨੇ, ਉਹਦੀ ਧਰਮਸ਼ਾਲਾ ਵਿੱਚ ਜਾਂਦੇ ਨੇ। ਹੁਣ ਉਹਨੇ ਲਿਖਿਆ ਸੀ ਵੀ ਰਾਹੀ ਆਉਣ, ਰਾਹਗੀਰ ਆਉਣ, ਫ੍ਰੀ ਰਹਿਸ਼ ਆ, ਫ੍ਰੀਏ ਖਾਣਾ ਆ। ਰਹਿਸ਼ ਤੇ ਖਾਣਾ ਫ੍ਰੀ ਹੈ। ਖਾਣੇ ਦੇ ਵਿੱਚ ਜ਼ਹਿਰ ਪਾ ਕੇ ਦਿੰਦਾ ਸੀ, ਲੋਕ ਖਾਣਾ ਖਾਂਦੇ ਸੀ ਤੇ ਮਰ ਜਾਂਦੇ ਸੀ। ਪਾਤਸ਼ਾਹ ਨੇ ਪ੍ਰਸ਼ਾਦਾ ਨਹੀਂ ਛਕਿਆ, ਅੱਧੀ ਰਾਤ ਨੂੰ ਕੀਰਤਨ ਸ਼ੁਰੂ ਕਰ ਦਿੱਤਾ ਉਹਦੀ ਧਰਮਸ਼ਾਲਾ ਦੇ ਵਿੱਚ। ਕੀਰਤਨ ਕੀਤਾ ਤੇ ਸੱਜਣ ਨੂੰ ਲੱਗਿਆ ਵੀ ਮੇਰੀ ਗੱਲ ਹੋ ਰਹੀ ਹੈ। ਸਾਨੂੰ ਨਹੀਂ ਲੱਗਿਆ ਅੱਜ ਤੱਕ ਕਦੇ, ਸਾਡੀਆਂ ਉਮਰਾਂ ਲੰਘਣ ਵਾਲੀਆਂ, ਅਸੀਂ ਗਾਂਹ ਪਹੁੰਚ ਗਏ। ਅਸੀਂ ਪਤਾ ਨਹੀਂ ਕਿੰਨੀ ਵਾਰੀ ਬਾਣੀ ਪੜ੍ਹੀ ਵੀ ਹੈ, ਸੁਣੀ ਵੀ ਹੈ, ਗਾਈ ਵੀ ਹੈ, ਕੀਰਤਨ ਵੀ ਸੁਣਿਆ, ਪਾਠ ਵੀ ਸੁਣਿਆ, ਕਥਾ ਵੀ ਸੁਣੀਆਂ। ਅੱਜ ਤੱਕ ਸਾਨੂੰ ਨਹੀਂ ਲੱਗਿਆ ਕਦੇ ਵੀ ਮੇਰੀ ਗੱਲ ਹੋ ਰਹੀ ਹੈ। ਪਰ ਸੱਚ ਕਰਕੇ ਜਾਣਿਓ, ਸਾਰੀ ਮੇਰੀ ਇਹ ਗੱਲ ਹੋ ਰਹੀ ਹੈ। ਕੱਲਾ ਕੱਲਾ ਬੰਦਾ ਮੰਨੀਏ, ਸਾਰੀ ਮੇਰੀ ਇਹ ਗੱਲ ਹੋ ਰਹੀ ਹੈ। ਜਦੋਂ ਪਾਤਸ਼ਾਹ ਕਹਿੰਦੇ ਨੇ ਨਾ, ਸੰਗ ਚਲਤ ਹੈ ਹੰਪੀ ਚਲਣਾ, ਦੂਰ ਗਗਨ ਸਿਰ ਉੱਪਰ ਮਰਨਾ, ਕਿਆ ਤੂੰ ਸੋਇਆ ਜਾਗੇ ਨਾ, ਤੈ ਜੀਵਨ ਜਗ ਸੱਚ ਕਰ ਜਾਣਾ। ਜਾਂ ਪਾਤਸ਼ਾਹ ਕਹਿੰਦੇ ਨੇ, ਭਈ ਪ੍ਰਾਪਤ ਮਾਨੁਖ ਤੇ ਹੋ ਰਹੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਬਰ ਕਾਜ ਤੇਰਾ ਕਿਤੇ ਨਾ ਕੰਮ ਮਿਲ, ਸਾਧ ਸੰਗਤ ਭਜ ਕੇਵਲ ਨਾਮ। ਮੇਰੀ ਇਹ ਗੱਲ ਹੋ ਰਹੀ ਹੈ, ਸਾਰਿਆਂ ਦੀ ਗੱਲ ਹੋ ਰਹੀ ਹੈ। ਪਾਤਸ਼ਾਹ ਨੇ ਕੀਰਤਨ ਕੀਤਾ, ਉਹਨੂੰ ਲੱਗਿਆ ਮੇਰੀ ਇਹ ਗੱਲ ਹੋ ਰਹੀ ਹੈ। ਉਹ ਪਹੁੰਚਿਆ, ਚਰਨਾਂ 'ਚ ਮੱਥਾ ਟੇਕਿਆ, ਕਹਿੰਦਾ ਪਾਤਸ਼ਾਹ ਮੈਨੂੰ ਲੱਗਦਾ ਮੇਰੀ ਗੱਲ ਹੋ ਰਹੀ ਹੈ। ਪਾਤਸ਼ਾਹ ਕਹਿੰਦੇ ਹਾਂ ਤੇਰੀ ਇਹ ਗੱਲ ਹੋ ਰਹੀ ਹੈ। ਉਹਨੇ ਜੋ ਗੁਨਾਹ ਕੀਤੇ ਸੀ ਮੰਨੇ, ਪਰ ਉਹ ਬੜਾ ਵੱਡਾ ਸੂਰਮਾ ਸੀ। ਉਹ ਬੰਦਾ ਸੂਰਮਾ ਹੁੰਦਾ ਜਿਹੜਾ ਕੀਤੇ ਹੋਏ ਪਾਪ ਆ ਕੇ ਗੁਰੂ ਕੋਲ ਮੰਨ ਲਵੇ ਵੀ ਮੈਂ ਕੀਤੇ ਨੇ। ਆਖੋ ਸਤਨਾਮ। ਅਸੀਂ ਤੇ ਇੱਥੇ ਵੀ ਚਲਾਕੀਆਂ ਕਰਦੇ ਆ ਕੇ, ਇੱਥੇ ਵੀ ਨਹੀਂ ਮੰਨਦੇ ਆ ਕੇ, ਇੱਥੇ ਵੀ ਕਹਿੰਦੇ ਮੇਰੇ ਜਿੰਨਾ ਕੌਣ ਸਿਆਣਾ। ਪਰ ਨਹੀਂ ਪਿਆਰਿਓ, ਕੱਟ ਕੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ, ਉਹ ਤੇ ਸਭ ਜਾਣਦਾ, ਉਹ ਤੋਂ ਕੁਝ ਨਹੀਂ ਲੁਕਿਆ, ਉਹ ਤੇ ਸਭ ਜਾਣਦਾ।
ਤਨ ਦੀ ਵੀ ਜਾਣਦਾ, ਮਨ ਦੀ ਵੀ ਜਾਣਦਾ, ਉਹ ਤੋਂ ਕੁਝ ਨਹੀਂ ਲੁਕਿਆ। ਤੇਰੇ ਅੰਦਰ ਚੱਲਦਾ ਕੀ ਹੈ ਉਹ ਸਭ ਜਾਣਦਾ ਹੈ। ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉਹਦੇ ਧਰਮਸ਼ਾਲਾ 'ਚ ਕੀਰਤਨ ਕੀਤਾ ਤੇ ਉਹ ਮੰਨਿਆ ਕਿ ਪਾਤਸ਼ਾਹ ਮੈਂ ਆਹ ਪਾਪ ਕੀਤੇ ਨੇ, ਮੈਂ ਤੇ ਪਤਾ ਹੀ ਨਹੀਂ ਕਿੰਨੇ ਲੋਕਾਂ ਨੂੰ ਪਿੱਛੇ ਖੂਹ 'ਚ ਸੁੱਟ ਦਿੱਤਾ, ਮੇਰਾ ਤੇ ਖੂਹ ਭਰਨ ਵਾਲਾ, ਇੰਨੀਆਂ ਲਾਸ਼ਾਂ ਮੇਰੇ ਖੂਹ ਦੇ ਵਿੱਚ ਨੇ। ਪਾਤਸ਼ਾਹ ਨੇ ਉਹਨੂੰ ਮਾਫੀ ਦਿੱਤੀ, ਉਹਨੂੰ ਗੁਰਮਤਿ ਦਾ ਸਿਧਾਂਤ ਦ੍ਰਿੜ ਕਰਵਾਇਆ। ਉਹੀ ਸੱਜਣ ਠੱਗ ਮੁੜ ਕੇ ਸੱਜਣ ਸੰਤ ਬਣ ਗਿਆ। ਹੁਣ ਗੱਲ ਕਰੀਏ ਆਪਦੀ। ਬਾਪੂ ਜੀ ਕਹਿੰਦੇ ਅੱਜ ਦੇ ਦਿਹਾੜੇ ਦੀ ਗੱਲ ਕਰਿਓ। ਬਾਪੂ ਜੀ ਅੱਜ ਦੇ ਦਿਹਾੜੇ ਦੀ ਗੱਲ ਕਰ ਰਹੇ ਹਾਂ, ਤੁਹਾਡਾ ਇਤਿਹਾਸ ਸੁਣਾ ਰਿਹਾ ਮੈਂ, ਕੋਈ ਹੋਰ ਨਹੀਂ ਗੱਲ, ਮੈਂ ਕੋਈ ਬ੍ਰਹਮਾ ਵਿਸ਼ਨੂੰ ਦੀ ਗੱਲ ਨਹੀਂ ਸੁਣਾਈ। ਕਲਗੀਧਰ ਪਾਤਸ਼ਾਹ ਜੀ ਨੂੰ ਨਾਲ ਰੱਖਦੇ ਰੱਖਦੇ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਮੈਂ ਦ੍ਰਿੜ ਕਰਾ ਰਿਹਾ। ਸੋ ਆਓ, ਪਾਤਸ਼ਾਹ ਜਿੱਥੇ ਵੀ ਗਏ ਪਾਤਸ਼ਾਹ ਨੇ ਇੱਕ ਓੰਕਾਰ ਦਾ ਹੋਕਾ ਦਿੱਤਾ। ਪਾਤਸ਼ਾਹ ਜਗਨਨਾਥਪੁਰੀ 'ਚ ਗਏ, ਬ੍ਰਾਹਮਣ ਪੂਜਾ ਕਰ ਰਹੇ ਨੇ। ਮਹਾਰਾਜ ਕਹਿੰਦੇ ਕਿਹਦੀ ਪੂਜਾ ਕਰਦੇ ਹੋ? ਕਹਿੰਦੇ ਜੀ ਪਰਮਾਤਮਾ ਦੀ, ਰੱਬ ਦੀ। ਮਹਾਰਾਜ ਕਹਿੰਦੇ ਐਡੀ ਕੁ ਥਾਲੀ ਨਾਲ ਐਡਾ ਵੱਡਾ ਰੱਬ ਕਿਵੇਂ ਪੂਜਿਆ ਜਾਏਗਾ? ਮਹਾਰਾਜ ਨੇ ਉੱਥੇ ਸ਼ਬਦ ਉਚਾਰਨ ਕੀਤਾ ਆ, ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ। ਮਹਾਰਾਜ ਸੱਚੇ ਪਾਤਸ਼ਾਹ ਨੇ ਉੱਥੇ ਜਾ ਕੇ ਉਹਨਾਂ ਨੂੰ ਆਰਤੀ ਦੱਸੀ ਵੀ ਆਰਤੀ ਕਿਵੇਂ ਹੁੰਦੀ ਹੈ। ਐਡੀ ਛੋਟੀ ਜੀ ਥਾਲੀ ਨਾਲ ਆਰਤੀ ਨਹੀਂ ਹੁੰਦੀ, ਸਮੁੱਚੀ ਕਾਇਨਾਤ, ਸਮੁੱਚੀ ਕੁਦਰਤ ਹੀ ਉਸ ਇੱਕ ਓੰਕਾਰ ਦੀ ਆਰਤੀ ਕਰ ਰਹੀ ਹੈ। ਪਰ ਆ ਪਰਸੋਂ ਚੌਥੇ ਇੱਕ ਵੀਡੀਓ ਆਈ ਹੈ, ਉਹ ਇੱਕ ਲੱਗਿਆ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੈ ਨਾ, ਦੇਖੀ ਹੋਣੀ ਤੁਸੀਂ, ਕੋਈ ਸ਼੍ਰੀ ਚੰਦੀਆ, ਉਹ ਲੱਗਿਆ ਆਰਤੀ ਕਰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ। ਪਰ ਕੌਣ ਸਮਝਾਵੇ ਇਹਨਾਂ ਨੂੰ? ਸੋ ਆਓ ਸਿੱਖੋ, ਗੁਰੂ ਨਾਨਕ ਸਾਹਿਬ ਦਾ ਦ੍ਰਿੜ ਸੰਕਲਪ, ਗੁਰੂ ਨਾਨਕ ਸਾਹਿਬ ਦਾ ਦਿੱਤਾ ਸਿਧਾਂਤ ਆਪਣੇ ਦਿਮਾਗ ਵਿੱਚ, ਆਪਣੇ ਮਨ ਵਿੱਚ, ਆਪਣੇ ਸਰੀਰ ਵਿੱਚ, ਆਪਣੇ ਜ਼ਿਹਨ ਵਿੱਚ ਵਸਾਈਏ। ਪ੍ਰਕਾਸ਼ ਦਿਹਾੜੇ ਬਹੁਤ ਮਨਾ ਲੈ, ਕੋਈ ਗੱਲ ਤੇ ਅੰਦਰ ਵਸਾ ਲਈਏ ਗੁਰੂ ਨਾਨਕ ਦੀ। ਗੁਰੂ ਨਾਨਕ ਸਾਹਿਬ ਨੇ ਇੱਕ ਦਾ ਹੋਕਾ ਦਿੱਤਾ। ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਿਹਦੀ ਪ੍ਰਕਰਮਾ ਕਰਦੀ ਆ? ਇੱਕ ਓੰਕਾਰ ਦੀ। ਪਾਤਸ਼ਾਹ ਗੱਲ ਕ੍ਰਿਸ਼ਨ ਜੀ ਦੀ ਕਰਨ, ਪਾਤਸ਼ਾਹ ਗੱਲ ਕਿਸੇ ਦੇਵੀ ਦੇਵਤੇ ਦੀ ਗੱਲ ਕਰਨ, ਪਾਤਸ਼ਾਹ ਕਿਸੇ ਦੀ ਵੀ ਗੱਲ ਕਰਨ, ਪਾਤਸ਼ਾਹ ਨਿਬੇੜਦੇ ਇੱਕ ਓੰਕਾਰ ਤੇ ਲਿਆ ਕੇ ਨੇ, ਆਖੋ ਸਤਨਾਮ। ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਨਿਚੋੜ ਕੇਵਲ ਇੱਕ ਓੰਕਾਰ ਆ। ਔਰ ਦੂਜੀ ਗੱਲ ਸਿੱਖੋ, ਕਿੱਡੀ ਵੱਡੀ ਗੱਲ ਹੈ, ਤੁਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ। ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਹੜੀਆਂ ਚਾਰੇ ਉਦਾਸੀਆਂ ਕੀਤੀਆਂ ਪਾਤਸ਼ਾਹ ਜੀ ਨੇ, ਚਾਰੇ ਉਦਾਸੀਆਂ ਦਾ ਸਮਾਂ ਜਿਹੜਾ ਬਣਦਾ 32 ਸਾਲ ਬਣਦਾ ਹੈ। ਉਹ ਕਿੰਨਾ ਜੀ? 32 ਸਾਲ, 32 ਇਅਰਸ। ਤੇ ਜਿਹੜਾ ਅਸੀਂ ਪੜਿਆ ਬਨਵਾਸ ਉਹ ਕਿੰਨੇ ਸਾਲਾਂ ਦਾ? 14 ਸਾਲਾਂ ਦਾ। ਜਿਹੜਾ 14 ਸਾਲਾਂ ਦਾ ਬਨਵਾਸ ਸੀ ਸ਼੍ਰੀ ਰਾਮਚੰਦਰ ਜੀ ਦਾ, ਉਹਦਾ ਸੰਬੰਧ ਕੇਵਲ ਉਹਦੇ ਆਪਦੇ ਪਰਿਵਾਰ ਦੇ ਆਲੇ ਦੁਆਲੇ ਘੁੰਮਦਾ, ਉਹਦਾ ਦੁਨੀਆ ਦੇ ਨਾਲ, ਦੁਨੀਆ ਦੇ ਭਲੇ ਨਾਲ, ਗਰੀਬਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਦੂਜੇ ਪਾਸੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਜਲੰਦੇ ਨੂੰ ਤਾਰਦੇ ਹੋਏ ਅਨੇਕਾਂ ਦੇਸ਼ਾਂ ਦੇ ਵਿੱਚ ਗਏ ਨੇ, ਦੁਨੀਆ ਦੇ ਅਨੇਕਾਂ ਦੇਸ਼ਾਂ ਦੇ ਵਿੱਚ। ਮਹਾਰਾਜ ਚਾਈਨਾ ਤੋਂ ਲੈ ਕੇ, ਈਰਾਨ ਤੋਂ ਲੈ ਕੇ ਇਟਲੀ ਤੱਕ, ਇਟਲੀ ਦੇ ਰੋਮ ਸ਼ਹਿਰ ਦੇ ਵਿੱਚ ਵੀ ਸਬੂਤ ਪਏ ਨੇ ਜੀ ਵੀ ਪਾਤਸ਼ਾਹ ਉੱਥੇ ਵੀ ਗਏ ਨੇ। ਉੱਥੋਂ ਜਿਹੜਾ ਪੋਪ ਹੁੰਦਾ ਨਾ, ਪੋਪ ਇਹਨਾਂ ਦਾ ਈਸਾਈਆਂ ਦਾ, ਪਾਤਸ਼ਾਹ ਉਹਨੂੰ ਮਿਲ ਕੇ ਆਏ, ਉੱਥੇ ਸਬੂਤ ਪਏ ਨੇ, ਦੇਖ ਸਕਦੇ ਹੋ ਤੁਸੀਂ ਜਾ ਕੇ, ਉਹਨਾਂ ਨੇ ਸੰਭਾਲ ਕੇ ਰੱਖੇ ਨੇ। ਗੁਰੂ ਨਾਨਕ ਸਾਹਿਬ ਇਟਲੀ ਵੀ ਜਾ ਕੇ ਆਏ ਨੇ। ਅਸੀਂ ਦੁਬਈ ਕੀਰਤਨ ਕਰਨ ਗਏ ਪਿੱਛੇ 2018 ਚ, ਇੱਕ ਬੜੇ ਵੱਡੇ ਮਹਿਲ ਵਿੱਚ ਅਸੀਂ ਕੀਰਤਨ ਕਰਨ ਗਏ। ਬਹੁਤ ਰਿਚ ਫੈਮਿਲੀ, ਬਹੁਤ ਜ਼ਿਆਦਾ ਅਰਬਪਤੀ ਉਹ ਲੋਕ ਸੀ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਜਿਸ ਕਮਰੇ 'ਚ ਪ੍ਰਕਾਸ਼ ਕੀਤਾ, ਸਾਰੇ ਕਮਰੇ 'ਚ ਸੋਨੇ ਦੀ ਕਢਾਈ ਹੋਈ ਸੀ, ਪਾਲਕੀ ਵੀ ਸੋਨੇ ਦੀ, ਚੌਰ ਵੀ ਸੋਨੇ ਦਾ, ਔਰ ਜਿਹੜੀ ਅਲਮਾਰੀ ਪਈ ਸੀ ਅੰਦਰ ਉਹ ਵੀ ਸੋਨੇ ਦੀ। ਐਨੇ ਅਮੀਰ ਉਹ। ਤੇ ਜਦੋਂ ਅਸੀਂ ਖਾਣਾ ਖਾਧਾ ਉਹਨਾਂ ਦੇ ਡਾਈਨਿੰਗ ਟੇਬਲ ਤੇ ਕੀਰਤਨ ਤੋਂ ਬਾਅਦ, ਤੇ ਉਹ ਦੱਸ ਰਹੇ ਸੀ, ਵੀਰ ਜੀ ਕਹਿੰਦੇ ਅਸੀਂ ਪੰਜਾਬ ਦੇ ਨਹੀਂ, ਅਸੀਂ ਭਾਰਤ ਦੇ ਨਹੀਂ, ਅਸੀਂ ਈਰਾਨ ਦੇ ਰਹਿਣ ਵਾਲੇ ਆ। ਕਹਿੰਦੇ ਅਸੀਂ ਸਾਡੇ ਪੁਰਖਿਆਂ ਨੇ, ਸਾਡੇ ਬਜ਼ੁਰਗਾਂ ਨੇ ਗੁਰੂ ਨਾਨਕ ਸਾਹਿਬ ਤੋਂ ਸਿੱਖੀ ਲਈ ਸੀ ਈਰਾਨ 'ਚ, ਦੇਖੋ। ਔਰ ਉਹ ਗੂਗਲ ਦੇ ਉੱਪਰ ਪੰਜਾਬੀ ਸਿੱਖ ਰਹੇ ਸੀ, ਆਈਫੋਨ ਦੇ ਉੱਪਰ। ਦੁਬਈ ਦੀ ਗੱਲ ਦੱਸ ਰਿਹਾ ਮੈਂ ਤੁਹਾਨੂੰ। ਉਹ ਦੋ ਵੀਰ ਜੀ ਸੀ, ਉਹ ਦੋਨੇ ਵਿਆਹੇ ਪੰਜਾਬ ਵਿੱਚ ਹੋਏ ਸੀ। ਉਹ ਦੱਸਦੇ ਸੀ, ਕਹਿੰਦੇ ਅਸੀਂ ਈਰਾਨੀ ਸਿੱਖ ਹਾਂ, ਈਰਾਨ ਦੇ ਵਿੱਚ ਵੀ ਸਿੱਖ ਨੇ। ਈਰਾਨ ਗਏ ਪਾਤਸ਼ਾਹ, ਮਹਾਰਾਜ ਜਿੱਥੇ ਵੀ ਗਏ ਮਹਾਰਾਜ ਨਹੀਂ ਹਾਰੇ ਕਿਸੇ ਤੋਂ, ਕਿਉਂਕਿ ਮਹਾਰਾਜ ਕੋਲ ਸਿਧਾਂਤ ਸੀ ਇੱਕ ਦਾ, ਮਹਾਰਾਜ ਕੋਲ ਗਿਆਨ ਸੀ ਇੱਕ ਦਾ। ਜਿਹਦੇ ਪੱਲੇ ਇੱਕ ਹੁੰਦਾ ਨਾ, ਉਹ ਇੱਕ ਤੋਂ ਵੀ ਨਹੀਂ ਹਾਰਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਯਾਦ ਰੱਖਿਓ। ਹੁਣ ਕਮਾਲ ਦੀ ਗੱਲ ਵੇਖੋ, ਜ਼ਿੰਦਗੀ ਦੇ 32 ਸਾਲ ਇਸ ਜਗਤ ਜਲੰਦੇ ਨੂੰ ਤਾਰਨ ਵਾਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ। ਸਾਡਾ ਸ਼ਬਦ ਰਿਕਾਰਡ ਹੋ ਚੁੱਕਿਆ, ਥੋੜੇ ਦਿਨਾਂ ਤੱਕ ਵੀਡੀਓ ਆ ਜਾਏਗੀ। ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ, ਨੀਚਾਂ ਅੰਦਰ ਨੀਚ ਜਾਤ। ਐ ਪਾਂਡੇ, ਜਿਹਨੂੰ ਤੂੰ ਨੀਚਾਂ ਤੋਂ ਨੀਚ ਕਹਿਣਾ ਆ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਜਿਹਨੂੰ ਕਹਾਂ ਨੀਵਿਆਂ ਤੋਂ ਵੀ ਨੀਵਾਂ ਕਹਿਣਾ ਆ ਤੂੰ, ਨਾਨਕ ਤਿਨ ਕੈ ਸੰਗ ਸਾਥ ਵੱਡਿਆਂ ਸੋ ਕਿਆ ਰੀਸ। ਨਾਨਕ ਤੇ ਉਹਨਾਂ ਦੇ ਨਾਲ ਖੜਾ ਜਿਹੜੇ ਨੀਵਿਆਂ ਤੋਂ ਵੀ ਨੀਵੇਂ ਨੇ। ਆਖੋ ਸਤਨਾਮ।
ਦੇਖੋ ਤੁਹਾਡੇ ਗੁਰੂ ਦਾ ਗਿਆਨ ਦੇਖੋ, ਤੁਹਾਡੇ ਗੁਰੂ ਨਾਨਕ ਦਾ ਬੌਧਿਕ ਲੈਵਲ ਦੇਖੋ ਤੇ ਸਾਡਾ ਵੇਖ ਲਓ। ਸਾਡੇ 'ਚ ਤਾਂ ਮੁੱਕਿਆ ਨਹੀਂ ਨਾ ਅੱਜ ਤੱਕ ਇਹ। ਮੈਂ ਪਹਿਲਾਂ ਵੀ ਗੱਲ ਕੀਤੀ ਹੈ, ਤਾਂ ਹੀ ਹਾਲਾਤ ਸਾਡੇ ਇਹ ਨੇ ਸਾਰਿਆਂ ਦੇ, ਕਿਸੇ ਇੱਕ ਦੀ ਗੱਲ ਨਹੀਂ, ਸਾਰਿਆਂ ਦੇ। ਆਓ ਮਹਾਰਾਜ ਲਿਖਦੇ ਨੇ, ਅੱਗੇ ਜਾਤ ਨਾ ਜ਼ੋਰ ਹੈ, ਅੱਗੇ ਜੀਓ ਨਵੇਂ। ਆਸਾ ਦੀ ਵਾਰ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਜ਼ਾਤ ਪਾਤ ਦੇ ਕੂੜੇ ਨੂੰ ਦਿਮਾਗ ਚੋਂ ਕੱਢੀਏ। ਏਕ ਪਿਤਾ ਏਕ ਸਕੇ ਹਮ ਬਾਰਕ, ਇੱਕ ਚੋਂ ਆਇਆ ਭਾਈ। ਜਦੋਂ ਬਲੱਡ ਬੈਂਕ 'ਚੋਂ ਜਾ ਕੇ ਖੂਨ ਮੰਗਣਾ ਹੁੰਦਾ, ਉਦੋਂ ਥੋੜ੍ਹੋ ਕਹਿੰਦੇ ਆ ਵੀ ਬਾਹਮਣ ਦਾ ਚਾਹੀਦਾ, ਬਾਣੀਏ ਦਾ ਚਾਹੀਦਾ, ਜੱਟ ਦਾ ਚਾਹੀਦਾ, ਚਮਾਰ ਦਾ ਚਾਹੀਦਾ। ਬੋਲੋ, ਉਦੋਂ ਕੀ ਕਹਿੰਦੇ ਆ? ਬੀ ਪੋਜ਼ਿਟਿਵ ਚਾਹੀਦਾ, O ਨੈਗੇਟਿਵ ਚਾਹੀਦਾ। ਠੀਕ ਹੈ ਵੀਰ ਜੀ ਕਿ ਨਹੀਂ? ਉਦੋਂ ਤੇ ਗਰੁੱਪ ਹੀ ਮੰਗਦੇ ਆ ਨਾ ਜਾ ਕੇ। ਜਦ ਸਵਾਦ ਤਾਂ ਆਵੇ ਵੀ ਮੈਂ ਤੇ ਜਾਤ ਪਾਤ ਮੰਨਦਾ, ਮੈਨੂੰ ਤੇ ਇਸੇ ਜਾਤ ਦਾ ਹੀ ਚਾਹੀਦਾ। ਪਰ ਨਹੀਂ, ਸਪੈਸ਼ਲੀ ਜਦੋਂ ਕਿਸੇ ਦਾ ਐਕਸੀਡੈਂਟ ਹੁੰਦਾ, ਜਦੋਂ ਕੋਈ ਸਾਨੂੰ ਚੱਕ ਕੇ ਲੈ ਕੇ ਜਾਂਦਾ ਹਸਪਤਾਲ, ਜਾਂ ਅਸੀਂ ਚੱਕਣ ਵਾਲਾ 'ਚ ਹੁੰਦੇ ਹਾਂ ਜਾਂ ਚੱਕੇ ਜਾਣ ਵਾਲਿਆਂ ਵਿੱਚ ਹੁੰਦੇ ਹਾਂ, ਉਦੋਂ ਕੌਣ ਜਾਤ ਵੇਖਦਾ? ਬੋਲੋ, ਕਿਤੇ ਵੀ ਨਹੀਂ ਹੈ, ਕਿਤੇ ਇੱਥੇ ਹੈ। ਇਹਨੂੰ ਇੱਥੋਂ ਕੱਢੋ। ਮੈਂ ਪਹਿਲਾਂ ਗੱਲ ਕਹੀ ਆ, ਪਖੰਡ ਪਹਿਲਾਂ ਇੱਥੋਂ ਕੱਢਣਾ ਪਏਗਾ, ਫਿਰ ਤੁਹਾਡੇ ਸਰੀਰ ਚੋਂ ਨਿਕਲੇਗਾ, ਤੁਹਾਡੇ ਘਰ ਚੋਂ ਨਿਕਲੇਗਾ, ਤੁਹਾਡੇ ਸਮਾਜ ਚੋਂ ਨਿਕਲੇਗਾ। ਮਨ ਮਤ ਪਹਿਲਾਂ ਇੱਥੋਂ ਕੱਢਣੀ ਪਏਗੀ। ਮਨ ਮਤ, ਗੁਰਮਤ ਨੂੰ ਗ੍ਰਹਿਣ ਕਰ ਲਓ, ਮਨ ਮਤ ਆਪਣੇ ਆਪ ਦੂਰ ਹੋ ਜਾਏਗੀ। ਜੋ ਗੁਰੂ ਨਾਨਕ ਤੁਹਾਨੂੰ ਕਹਿੰਦੇ ਨੇ, ਜੋ ਗੁਰੂ ਨਾਨਕ ਤੁਹਾਨੂੰ ਸਮਝਾਉਂਦੇ ਨੇ, ਉਹ ਮੰਨ ਲਓ, ਬਾਕੀ ਸਭ ਆਪਣੇ ਆਪ ਖਤਮ ਹੋ ਜਾਏਗਾ। ਹਨੇਰਾ ਥੋੜੋ ਬਾਲਟੀਆਂ ਭਰ ਭਰ ਬਾਹਰ ਕੱਢਣਾ ਪੈਂਦਾ, ਲਾਈਟ ਜਲਾਉਂਦੇ ਆ ਤੇ ਹਨੇਰਾ ਖਤਮ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਝੂਠ ਬੋਲਣਾ ਥੋੜੋ ਛੱਡਣਾ ਪੈਂਦਾ, ਸੱਚ ਬੋਲਣਾ ਸ਼ੁਰੂ ਕਰਦੇ ਆ ਤੇ ਝੂਠ ਬੋਲਣਾ ਆਪਣੇ ਆਪ ਖਤਮ ਹੋ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਰੀ ਮਨਮਤ ਦੇ ਰੋਗ ਦੀ ਦਵਾਈ ਕੇਵਲ ਗੁਰਮਤ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੰਨੇ ਪਖੰਡ ਨੇ, ਜਿੰਨੇ ਕਰਮਕਾਂਡ ਨੇ, ਜਿੰਨੇ ਅਸੀਂ ਦੁਨਿਆਵੀ ਝੰਜਟਾਂ ਵਿੱਚ, ਫੋਕੇ ਕਰਮਕਾਂਡਾਂ ਵਿੱਚ ਪਏ ਹੋਏ ਆ, ਸਾਰੇ ਦੁੱਖਾਂ ਦਾ ਇਲਾਜ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਆਖੋ ਸਤਿਨਾਮ ਸ੍ਰੀ। ਔਰ ਕਮਾਲ ਦੀ ਗੱਲ ਸਿੱਖੋ ਜਿਹੜੀ ਮੈਂ ਕਹਿਣੀ ਚਾਹੁੰਦਾ ਆ, 10 ਪਾਤਸ਼ਾਹੀਆਂ ਨੇ ਤੁਹਾਨੂੰ ਜਿਉਂਦੇ ਜੀ ਰੱਬ ਬਣਾ ਦਿੱਤਾ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਲਿਖਦੇ ਨੇ ਵੀ ਇਸ ਦੇਹੀ ਕੋ ਸਿਮਰੈ ਦੇਵ। ਦੇਵਤੇ ਵੀ ਐਸਾ ਸਰੀਰ ਨੂੰ ਲੋਚਦੇ ਨੇ, ਸਿਮਰਦੇ ਨੇ। ਗੁਰੂ ਸਾਹਿਬ ਲਿਖਦੇ ਨੇ, ਮੈਂ ਨਹੀਂ ਕਹਿੰਦਾ। ਤੇ ਮਹਾਰਾਜ ਦੀ ਇੱਕ ਬੜੀ ਕਮਾਲ ਦੀ ਗੱਲ ਦੇਖੋ, ਉਸੇ ਨਾਲ ਸਾਨੂੰ ਜੋੜਿਆ ਜਿਹਦੇ ਨਾਲ ਆਪ ਜੁੜੇ ਸੀ, ਉਸ ਨੂੰ ਹੀ ਸਿਮਰਨ ਲਈ ਕਿਹਾ ਜਿਹਨੂੰ ਆਪ ਸਿਮਰਨਦੇ ਸੀ। ਤੇ ਮਹਾਰਾਜ ਦੀ ਕਮਾਲ ਦੀ ਬਖਸ਼ ਦੇਖੋ ਸਿੱਖੋ। ਅਸੀਂ ਕਦੇ ਨਹੀਂ ਕਹਿੰਦੇ ਗੁਰੂ ਨਾਨਕ ਦੀ ਜੈ, ਅਸੀਂ ਕਦੇ ਨਹੀਂ ਕਹਿੰਦੇ ਗੁਰੂ ਅਰਜਨ ਸਾਹਿਬ ਦੀ ਜੈ, ਅਸੀਂ ਕਦੇ ਨਹੀਂ ਕਹਿੰਦੇ ਗੁਰੂ ਗੋਬਿੰਦ ਸਿੰਘ ਦੀ ਜੈ। ਅਸੀਂ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਉਂਕਿ ਸਾਨੂੰ ਇੱਕ ਦਾ ਸਿਧਾਂਤ ਹੈ। ਗੁਰੂ ਸਾਹਿਬ ਨੇ ਇੱਕ ਨੂੰ ਜਪਿਆ, ਇੱਕ ਨੂੰ ਜਪਾਇਆ। ਜਿਹਦੇ ਨਾਲ ਆਪ ਜੁੜੇ ਸੀ ਉਹਦੇ ਨਾਲ ਹੀ ਸਾਨੂੰ ਜੋੜਿਆ। ਜਿਹਨੂੰ ਆਪ ਜਪਦੇ ਸੀ ਉਹੀ ਉਸੇ ਨੂੰ ਜਪਣ ਦਾ ਸਾਨੂੰ ਹੁਕਮ ਹੈ। ਨਹੀਂ, ਮਹਾਰਾਜ ਤਾਂ ਕਹਿੰਦੇ ਨੇ, ਹੋ ਮੂਰਖ ਕਾਰੇ ਲਾਇਆ, ਮੈਨੂੰ ਮੂਰਖ ਨੂੰ ਕੰਮ ਲਾਇਆ। ਸੋ ਆਓ, ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ ਸਿੱਖੋ। ਆਪਣੇ ਮਨਾਂ ਵਿੱਚ ਪ੍ਰਕਾਸ਼ ਕਰੀਏ, ਆਪਣੇ ਜੀਵਨ ਵਿੱਚ ਪ੍ਰਕਾਸ਼ ਕਰੀਏ। ਪ੍ਰਕਾਸ਼ ਤਦੇ ਹੋਏਗਾ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਖੁਦ ਪੜਾਂਗੇ, ਖੁਦ ਉਹਨੂੰ ਪੜ੍ਹ ਕੇ ਵਿਚਾਰਾਂਗੇ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਐਸੀ ਸ਼ਕਤੀ, ਐਸੀ ਰੂਹਾਨੀਅਤ ਹੈ, ਤੁਹਾਨੂੰ ਕਿਤੋਂ ਪੁੱਛਣ ਦੀ ਲੋੜ ਨਹੀਂ ਵੀ ਕੀ ਕਹਿੰਦੀ ਹੈ। ਅੱਜ ਪੜੋਗੇ, ਕੱਲ ਪੜੋਗੇ, ਪਰਸੋਂ ਪੜੋਗੇ, ਜਿਉਂ-ਜਿਉਂ ਦਿਨ ਬੀਤਦੇ ਜਾਣਗੇ ਤੁਹਾਨੂੰ ਆਪਣੇ ਆਪ ਸਮਝ ਆਏਗੀ ਵੀ ਬਾਣੀ ਕਹਿੰਦੀ ਕੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਅਸੀਂ ਦੁਨਿਆਵੀ ਵਸਤੂਆਂ ਜਿੰਨੀਆਂ ਵੀ ਨੇ, ਬਸ 2 ਮਿੰਟ 'ਚ ਸਮਾਪਤੀ ਕਰਨ ਲੱਗਾ। ਦੁਨਿਆਵੀ ਵਸਤੂਆਂ ਜਿੰਨੀਆਂ ਵੀ ਨੇ, ਸਾਰੀਆਂ ਆਪ ਚੱਖ ਕੇ ਵੇਖਦੇ ਆ, ਆਪ ਟੇਸਟ ਕਰਕੇ ਵੇਖਦੇ ਆ ਵੀ ਕਿੱਦਾਂ ਦੀ ਹੈ। ਕਦੇ ਗੁਰਬਾਣੀ ਵੀ ਆ ਪੜ੍ਹ ਕੇ ਵੇਖ ਲਈਏ। ਆਖੋ ਸਤਿਨਾਮ ਸ੍ਰੀ ਵੀ ਕਿੱਦਾਂ ਦੀ ਹੈ, ਕੀ ਲਿਖਿਆ ਉਹਦੇ ਵਿੱਚ। ਸੋ ਆਓ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜੀਵਨ 1469 ਤੋਂ ਸ਼ੁਰੂ ਹੁੰਦਾ ਆ। 1439 ਨੂੰ ਸਰੀਰਕ ਜੀਵਨ ਸਮਾਪਤ ਹੁੰਦਾ ਹੈ, ਲੇਕਿਨ ਜਿਹੜਾ ਮਾਨਸਿਕ ਤੇ ਬੌਧਿਕ ਜੀਵਨ ਹੈ ਉਹ ਰਹਿੰਦੀ ਦੁਨੀਆ ਤੱਕ ਰਹਿਣਾ। ਆਖੋ ਸਤਿਨਾਮ ਸ੍ਰੀ। ਉਹ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ। ਆਖੋ ਸਤਿਨਾਮ ਸ੍ਰੀ। ਸਰੀਰ ਬਦਲੇ, ਜੋਤ ਉਹੀ ਸੀ। 10ਵੇਂ ਪਾਤਸ਼ਾਹ ਆਏ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾ ਗਏ। ਤੇ ਹੁਣ ਸਿੱਖੋ, ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਦੂਜੀ ਟੇਕ ਨਾ ਰੱਖਿਆ ਕਰੋ ਮਨ ਦੇ ਵਿੱਚ। ਸਾਡੇ ਕੋਈ ਜੰਮਦਾ, ਕੋਈ ਮਰਦਾ ਤਾਂ ਗੁਰੂ ਗ੍ਰੰਥ ਸਾਹਿਬ। ਸਾਡੇ ਕੋਈ ਖੁਸ਼ੀ ਹੈ, ਗਮੀ ਹੈ ਤਾਂ ਗੁਰੂ ਗ੍ਰੰਥ ਸਾਹਿਬ। ਸਾਡੇ ਆਨੰਦ ਕਾਰਜ ਤਾਂ ਗੁਰੂ ਗ੍ਰੰਥ ਸਾਹਿਬ। ਤੇ ਫਿਰ ਜਦੋਂ ਇੱਧਰ ਉੱਧਰ ਜਾਂਦੇ ਹੋ ਉਦੋਂ ਕਿਉਂ? ਉਦੋਂ ਮਨ ਨੂੰ ਕਿਉਂ ਨਹੀਂ ਪੁੱਛਦੇ ਵੀ ਮੰਨਾ ਕਿਉਂ? ਜੇ ਤੁਹਾਡੇ ਬੱਚੇ ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਮੰਮੀ ਡੈਡੀ ਕਹਿਣ, ਤੁਹਾਨੂੰ ਕਿਵੇਂ ਲੱਗੇਗਾ? ਬੋਲੋ ਮੇਰੀਓ ਭੈਣੋ, ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਬਾਪੂ ਬਣਾਉਣ ਬੱਚੇ, ਤੁਹਾਨੂੰ ਛੱਡ ਕੇ ਕਿਸੇ ਹੋਰ ਨੂੰ ਮੰਮੀ ਬਣਾਉਣ, ਕਿੱਦਾਂ ਲੱਗੇਗਾ? ਨਹੀਂ, ਮਾਂ ਪਿਓ ਤਾਂ ਇੱਕੋ ਹੀ ਹੁੰਦੇ ਨੇ ਨਾ। ਫਿਰ ਗੁਰੂ ਵੀ ਇੱਕੋ ਹੀ ਹੁੰਦਾ ਆ। ਆਖੋ ਸਤਿਨਾਮ ਸ਼੍ਰੀ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਏ। ਨਾਨਕ ਤਿਸ ਬਲਿਹਾਰਣੈ, ਜਲ ਥਲ ਮਹੀਲ ਸੋਏ।
ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਇੱਕੋ ਹੀ ਬਣਾਉਣ ਵਾਲਾ, ਇੱਕੋ ਹੀ ਚਲਾਉਣ ਵਾਲਾ, ਇੱਕੋ ਹੀ ਮਿਟਾਉਣ ਵਾਲਾ। ਨਾ ਉਹ ਮਰੇ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ, ਗੁਣ ਇਹੋ ਹੋਰ ਨਾਹੀ ਕੋਈ, ਨਾ ਕੋ ਹੋਆ ਨਾ ਕੋ ਹੋਏ। ਉਸ ਇੱਕ ਓੰਕਾਰ ਵਰਗਾ ਕੋਈ ਨਹੀਂ ਹੋਇਆ ਭਾਈ, ਕੋਈ ਨਹੀਂ ਹੋਇਆ। ਮਹਾਰਾਜ ਦੂਜੇ ਤੋਂ ਵੀ ਮੁਨਕਰ ਨੇ, ਮਹਾਰਾਜ ਦੂਜੇ ਦੀ ਵੀ ਗੱਲ ਨਹੀਂ ਕਰ ਰਹੇ, ਤੀਜੇ ਦੀ ਗੱਲ ਤੇ ਬਹੁਤ ਪਰੇ ਦੀ ਹੈ। ਦੂਜਾ ਕੋਈ ਨਹੀਂ ਹੈ, ਇੱਕੋ ਹੀ ਹੈ ਜਿਹੜਾ ਬਣਾ ਰਿਹਾ, ਇੱਕੋ ਹੀ ਹੈ ਜਿਹੜਾ ਚਲਾ ਰਿਹਾ। ਆਓ ਅੱਜ ਦੇ ਇਸ ਸ਼ੁਭ ਦਿਹਾੜੇ ਤੇ, ਅੱਜ ਦੇ ਇਸ ਪਾਵਨ ਦਿਹਾੜੇ ਤੇ ਇੰਨੀ ਗੱਲ ਪ੍ਰਵਾਨ ਕਰੀਏ, ਮੰਨੀਏ, ਖੱਟ ਕੇ ਜਾਈਏ, ਇੰਨਾ ਕੋ ਲਾਹਾ ਖੱਟ ਕੇ ਜਾਈਏ ਵੀ ਕੇਵਲ ਇੱਕ ਓੰਕਾਰ ਹੀ ਸਭ ਕੁਝ ਕਰਨ ਕਰਾਉਣ ਵਾਲਾ ਆ। ਆਖੋ ਸਤਨਾਮ। ਤੂੰ ਕਰਤਾ ਮੰਡੇ, ਤੂੰ ਕਰਤਾ ਸਚਿਆਰ ਮਹਿੰਡਾ ਸਾਈਂ, ਜੋ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ। ਸੋ ਆਓ ਤੁਹਾਨੂੰ ਸਾਰਿਆਂ ਨੂੰ ਪ੍ਰਕਾਸ਼ ਦਿਹਾੜੇ ਦੀ ਬਹੁਤ ਮੁਬਾਰਕ। ਮੈਂ ਫਿਰ ਬੇਨਤੀ ਕਰਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਕੋਸ਼ਿਸ਼ ਕਰੋ ਮੂਲ ਨਾਨਕ ਸ਼ਾਹੀ ਕੈਲੰਡਰ ਇੱਥੇ ਲਾਗੂ ਕਰੋ ਜੀ। ਵੈਰੀ ਗੁੱਡ, ਵਧਾਈ ਦੇ ਪਾਤਰ ਹੋ। ਸਿੰਘ ਸਾਹਿਬ ਜੀ ਨੇ ਦੱਸਿਆ, ਵੀਰ ਜੀ ਉਹਨਾਂ ਨੇ, ਪ੍ਰਧਾਨ ਜੀ ਨੇ, ਕਿ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਉਹ 5 ਜਨਵਰੀ ਨੂੰ ਹੀ ਮਨਾਉਂਦੇ ਆ। ਉਹ ਮੂਲ ਨਾਨਕ ਸ਼ਾਹੀ ਦੀ ਹੀ ਡੇਟ ਹੈ ਜੀ। ਆਖੋ ਸਤਨਾਮ। ਸਾਰੇ ਪ੍ਰਕਾਸ਼ ਦਿਹਾੜੇ ਅਸੀਂ ਉਹਦੇ ਵਿੱਚੋਂ ਲੈ ਲਈਏ, ਨਾਲੇ ਤੇ ਤੁਹਾਨੂੰ ਬੱਚਿਆਂ ਨੂੰ ਪਤਾ ਲੱਗ ਜਾਏਗਾ, ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗ ਜਾਏਗਾ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ। ਤੁਹਾਡੇ ਬੱਚੇ ਵੀ ਕਨਫਿਊਜ਼ ਹੁੰਦੇ ਨੇ। ਮੈਂ ਸਕੂਲਾਂ ਵਿੱਚ ਵੀ ਜਾਣਾ, ਮੈਂ ਕਾਲਜਾਂ ਵਿੱਚ ਵੀ ਜਾਣਾ। 2019 ਦੇ ਵਿੱਚ ਅਸੀਂ ਨਾਭੇ ਕਾਲਜ ਦਾ ਸ਼ਬਦ ਤਿਆਰ ਕਰਾਇਆ ਸੀ ਤੇ ਸਾਡੀ ਟੀਮ ਫਸਟ ਆਈ ਸੀ। ਭਾਈ ਗੁਰਦਾਸ ਜਿਹੜਾ ਕਾਲਜ ਆ ਸੰਗਰੂਰ, ਉੱਥੇ ਕੰਪੀਟੀਸ਼ਨ ਹੋਏ ਸੀ। ਰਿਪਦਮਨ ਕਾਲਜ ਨਾਭਾ ਦੀ ਜਿਹੜੀ ਕੀਰਤਨ ਦੀ ਤਿਆਰੀ ਸੀ, ਮੈਂ ਖੁਦ ਨਾਲ ਕਰਾਈ ਸੀ। ਅਸੀਂ 2-3 ਜਾਣੇ ਸੀ, ਅਸੀਂ ਤਿਆਰ ਕਰਾਈ ਸੀ। ਕਾਲਜਾਂ ਵਿੱਚ ਜਾਂਦੇ ਹਾਂ, ਸਕੂਲਾਂ ਵਿੱਚ ਜਾਂਦੇ ਹਾਂ, ਬੜੀ ਦੂਰ ਦੂਰ ਤੱਕ ਕੀਰਤਨ ਦੀ ਸੇਵਾ ਗੁਰੂ ਸਾਹਿਬ ਕਰਵਾਉਂਦੇ ਨੇ। ਬੱਚੇ ਕਨਫਿਊਜ਼ ਨੇ, ਉਹ ਕਹਿੰਦੇ ਵੀ 2020 ਵਿੱਚ ਆਹ ਡੇਟ ਸੀ ਗੁਰਪੁਰਬ ਦੀ ਪਿਛਲੇ ਸਾਲ, ਵੀ ਐਤਕੀ ਆ ਅਗਲੇ ਸਾਲ ਆ ਬੋਲ ਰਹੀ ਆ, ਵੀ ਦੱਸੋ ਵੀਰ ਜੀ ਕਿਉਂ? ਹੁਣ ਕੀ ਜਵਾਬ ਦਈਏ, ਬੋਲੋ। ਬੱਚੇ ਤੇ ਅੱਜ ਦੇ ਯੁੱਗ ਦੇ ਬੱਚੇ ਨੇ ਨਾ, ਉਹ ਤੇ ਸਵਾਲ ਕਰਨਗੇ। ਅਸੀਂ ਤੇ ਖੁੰਡ ਹੋ ਗਏ ਨਾ, ਅਸੀਂ ਤੇ ਜਿੱਥੇ ਧਰਤੇ ਮੁੜ ਕੇ ਨਹੀਂ ਹਿਲਦੇ, ਅਸੀਂ ਤੇ ਦਰਖਤ ਹੋ ਗਏ, ਅਸੀਂ ਤੇ ਟਾਹਣੇ ਹੋ ਗਏ। ਟਾਹਣੇ ਨਹੀਂ ਮੁੱਚਦੇ, ਟਾਹਣੇ ਟੁੱਟਦੇ ਨੇ। ਟਾਹਣੀਆਂ ਮੁੱਚ ਜਾਂਦੀਆਂ ਨੇ, ਟਾਹਣੀਆਂ ਨਹੀਂ ਟੁੱਟਦੀਆਂ। ਇੱਕ ਛੋਟੇ ਪੌਦੇ ਨੂੰ ਪੱਟ ਕੇ ਦੂਜੀ ਜਗ੍ਹਾ ਤੇ ਲਾਇਆ ਜਾ ਸਕਦਾ, ਵੱਡੇ ਦਰਖਤ ਨੂੰ ਪੱਟ ਕੇ ਦੂਜੀ ਥਾਂ ਤੇ ਲਾਉਂਗੇ, ਉਹ ਅਕਸਰ ਸੁੱਕ ਜਾਇਆ ਕਰਦੇ ਨੇ। ਬੱਚੇ ਨੇ ਛੋਟੀਆਂ ਟਾਹਣੀਆਂ, ਬੱਚੇ ਨੇ ਛੋਟੇ ਪੌਦੇ, ਇਹਨਾਂ ਨੂੰ ਕਿਸੇ ਮਾੜੀ ਥਾਂ ਤੋਂ ਪੁੱਟ ਕੇ ਚੰਗੀ ਸੋਚ ਵਾਲੇ ਪਾਸੇ ਲਾਉਂਗੇ, ਲੱਗ ਜਾਂਦੇ ਨੇ। ਸੋ ਆਓ ਮੂਲ ਨਾਨਕ ਸ਼ਾਹੀ ਕੈਲੰਡਰ ਲਾਗੂ ਕਰੀਏ। ਉਸ ਕੈਲੰਡਰ ਨੇ ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਬਹੁਤ ਤਾਤ ਵਿੱਚ ਗੁਰਮਤ ਨਾਲ ਜੋੜ ਦੇਣਾ। ਆਓ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ। ਕਿਹੜੀ ਧੁੰਦ ਸੀ? ਅਗਿਆਨਤਾ ਦੀ, ਮਨਮਤ ਦੀ, ਪਖੰਡ ਦੀ, ਜਿਹੜਾ ਕੂੜ ਵਰਤਾਇਆ ਹੋਇਆ ਸੀ ਬ੍ਰਾਹਮਣਵਾਦ ਨੇ, ਵੀ ਆ ਨੀਵਾਂ, ਆ ਵੱਡਾ, ਆ ਦਿਨ ਮਾੜਾ, ਆ ਦਿਨ ਚੰਗਾ। ਮਹਾਰਾਜ ਕਹਿੰਦੇ ਸਤਿਗੁਰ ਬਾਝੋਂ ਅੰਧਗਵਾਰ, ਥਿੱਤੀਵਾਰ ਸੇਵੈ ਮੁਗਧਗਵਾਰ, ਪਾਥਰਲੇ ਪੂਜੈ ਮੁਗਧਵਾਰ, ਓਏ ਜੇ ਆਪ ਡੂਬੈ ਤੁਮ ਕਹਾਂ ਤਰਨਹਾਰ। ਗੁਰਮਤ ਦੇ ਵਿੱਚ ਕੋਈ ਦਿਨਾਂ ਤਰੀਕਾਂ ਦੀ ਭਾਈ ਵਿਚਾਰ ਨਹੀਂ ਹੈ, ਕੋਈ ਪਾਉਣ ਦੀ ਵਿਚਾਰ ਨਹੀਂ ਹੈ, ਕੋਈ ਛਿੱਕ ਦੀ ਵਿਚਾਰ ਨਹੀਂ ਹੈ, ਕੋਈ ਬਿੱਲੀਆਂ ਦੀ ਵਿਚਾਰ ਨਹੀਂ ਆ। ਸਾਰੀ ਦਿਨ ਚੰਗੇ ਨੇ ਜੋ ਮਾਲਕ ਨੇ ਬਣਾਏ ਨੇ। ਆਖੋ ਸਤਨਾਮ। ਸਭ ਚੰਗਾ ਆ ਜੋ ਮਾਲਕ ਨੇ ਬਣਾਇਆ। ਔਰ ਗੁਰੂ ਨਾਨਕ ਦਾ ਰੱਬ ਗੁਰਦੁਆਰਿਆਂ 'ਚ ਨਹੀਂ ਰਹਿੰਦਾ, ਗੁਰੂ ਨਾਨਕ ਦਾ ਰੱਬ ਤੁਹਾਡੇ ਵਿੱਚ ਰਹਿੰਦਾ ਆ। ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਤੁਹਾਡੇ ਵਿੱਚ ਰੱਬ ਰਹਿੰਦਾ ਪਿਆਰਿਓ। ਜਿੱਦਾਂ ਬੋਲਿਆ ਤੁਹਾਡੇ ਵਿੱਚੋਂ ਹੀ ਬੋਲੇਗਾ, ਜਿੱਦਾਂ ਮਿਲਿਆ ਤੁਹਾਡੇ ਅੰਦਰੋਂ ਹੀ ਮਿਲੇਗਾ। ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੇ ਸੋ ਪਾਵੇ। ਇਸ ਬਾਣੀ ਨੂੰ ਪੜੋ, ਇਸ ਬਾਣੀ ਨੂੰ ਮੰਨੋ, ਇਸ ਬਾਣੀ ਨਾਲ ਜੁੜੋ। ਇਹ ਬਾਣੀ ਹੀ ਰੱਬ ਹੈ। ਬਾਹੋ ਬਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਸੋ ਆਓ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਦਿਹਾੜੇ ਦੀਆਂ ਤੁਹਾਨੂੰ ਬਹੁਤ ਵਧਾਈਆਂ ਭਾਈ। ਅਰਦਾਸ ਹੈ ਸਤਿਗੁਰੂ ਅੱਗੇ, ਤੁਹਾਡੇ ਸਮੁੱਚੇ ਨਗਰ ਵਿੱਚ, ਗੁਰਚਰਨ ਸਿੰਘ ਟੌੜਾ ਜੀ ਦਾ ਨਗਰ ਹੈ, ਤੁਹਾਡੇ ਸਮੁੱਚੇ ਨਗਰ ਦੇ ਵਿੱਚ, ਸਾਰੇ ਘਰਾਂ ਵਿੱਚ ਸਤਿਗੁਰੂ ਗੁਰਮਤ ਦਾ ਪ੍ਰਕਾਸ਼ ਕਰਨ, ਮਨਮਤ ਦਾ ਨਾਸ਼ ਕਰਨ, ਘਰ ਘਰ ਵਿੱਚ ਗੁਰਸਿੱਖੀ ਬਖਸ਼ਣ, ਤੁਹਾਡੀ ਆਉਣ ਵਾਲੀ ਪੀੜ੍ਹੀ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਣ, ਗੁਰਸਿੱਖੀ ਦੀ ਦਾਤ ਬਖਸ਼ਣ। ਅੱਛਾ, ਅੱਜ ਰੱਦ ਕਰਤੇ? ਲਓ ਜੀ, ਬਹੁਤ ਜਕਾਰਾ ਛੱਡ ਦੋ, 2-3 ਜਕਾਰੇ ਛੱਡੋ ਜੀ। ਸਤਿ ਸ਼੍ਰੀ ਅਕਾਲ। ਇੱਕ ਭੈਣਾਂ ਵਿੱਚੋਂ ਸਤਿ ਸ਼੍ਰੀ ਅਕਾਲ। ਮੇਰੀਓ ਭੈਣੋ, ਸਤਿ ਸ਼੍ਰੀ ਅਕਾਲ। ਮੇਰੀਆਂ ਸਤਿ ਸ਼੍ਰੀ ਅਕਾਲ। ਮੇਰੀਆਂ ਤੱਕ ਸਤਿ ਸ਼੍ਰੀ ਅਕਾਲ। ਮੇਰੀਆਂ ਤੇ ਅੱਖਾਂ ਚੋਂ ਪਾਣੀ ਹੋ ਗਿਆ ਭਾਈ ਖੁਸ਼ਖਬਰੀ ਸੁਣ ਕੇ, ਕਿਉਂਕਿ
ਬੜੀਆਂ ਜਾਨਾਂ ਉੱਥੇ ਚਲੀਆਂ ਗਈਆਂ। ਮੈਂ ਤੁਹਾਨੂੰ ਦੱਸਦਾ ਸੀ, ਜਦੋਂ ਦਿੜਬੇ ਵਾਲੀ ਗੱਲ ਵਿੱਚ ਰਹਿ ਗਈ, ਮੈਂ 1 ਮਿੰਟ 'ਚ ਹੀ ਪੂਰੀ ਕਰਦਾ। ਜਦੋਂ ਜਾ ਰਿਹਾ ਸੀ, ਇੱਕ ਉੱਥੇ ਬਾਪੂ ਜੀ ਤੇ ਬੇਬੇ ਜੀ ਬੈਠੇ, ਉਹਨਾਂ ਨੇ ਮੈਨੂੰ ਦੱਸਿਆ, ਕਹਿੰਦੇ ਘਰ ਕੁੜੀ ਦਾ ਵਿਆਹ 4 ਦਿਨ ਬਾਅਦ ਉਹ ਸੜਕਾਂ ਤੇ ਬੈਠੇ ਸੀ। ਜਿਸ ਘਰ ਦੇ ਵਿੱਚ ਕੁੜੀ ਦਾ ਧੀ ਦਾ ਵਿਆਹ ਹੋਵੇ, ਉਹ ਸੜਕਾਂ ਤੇ ਥੋੜੋ ਬਹਿੰਦੇ ਹੁੰਦੇ ਨੇ, ਉਹ ਤੇ ਪ੍ਰਬੰਧ ਕਰਦੇ ਹੁੰਦੇ ਨੇ। ਸੋ ਸਾਡੇ ਪਤਾ ਹੀ ਨਹੀਂ ਕਿੰਨੇ ਬਜ਼ੁਰਗ ਏਦਾਂ ਤੁਰ ਗਏ। ਲੋਕਾਂ ਦੇ ਜਵਾਕ ਵੀ ਜੰਮੇ ਘਰਾਂ ਵਿੱਚ, ਉੱਥੇ ਬਾਪੂ ਬੈਠਾ ਸੀ, ਉੱਥੇ ਮਾਤਾ ਬੈਠੀ ਸੀ, ਕਿਸੇ ਦੀ ਦਾਦੀ ਬੈਠੀ ਸੀ, ਕਿੰਨੇ ਹੀ ਕੁਛ ਮੈਂ ਕੀ ਬਿਆਨ ਕਰਾਂ, ਹਨਾ। ਲਾਸ਼ਾਂ ਆਈਆਂ, ਸਾਡੇ ਸ਼ੇਰਪੁਰ ਵੀ ਇੱਕ ਲਾਸ਼ ਆਈ, ਅਸੀਂ ਭਾਈ ਮਾਝੀ ਉਹਨਾਂ ਨੂੰ ਕਹਿ ਕੇ ਉਹਨਾਂ ਦੀ ਆਰਥਿਕ ਮਦਦ ਵੀ ਕਰਵਾਈ 5 ਲੱਖ ਰੁਪਏ ਦੀ ਬਾਹਰੋਂ। ਸੋ ਕੀ ਅਸੀਂ ਹੰਡਾਇਆ ਪਿੰਡੇ ਤੇ। ਪਰ ਇਹ ਵੀ ਤੇ ਹੁਣ ਵੋਟਾਂ ਆ ਰਹੀਆਂ ਨੇ ਤਾਂ ਇਹਨਾਂ ਨੂੰ ਪਤਾ ਵੀ, ਕਿਉਂਕਿ ਬੀਜੇਪੀ ਵਾਲੇ ਨੂੰ ਅਸੀਂ ਪਿੰਡਾਂ 'ਚ ਵੜਨ ਨਹੀਂ ਦੇ ਰਹੇ, ਇਹਨੂੰ ਪਤਾ ਸੀ ਵੀ ਛਿੱਤਰ ਦੀ ਜਿਹੜੀ ਛਿੱਤਰ ਫਿਰਦਾ ਨਾ, ਵੀ ਉਹਦੀ ਜਿਹੜੀ ਪਰਸੈਂਟੇਜ ਉਹ ਵਧਣੀ ਆ, ਘਟੇਗੀ ਨਹੀਂ, ਕਿਉਂਕਿ ਗੁੱਸਾ ਵੱਧ ਹੀ ਰਿਹਾ ਸੀ, ਦਿਨੋਂ ਦਿਨ ਘਟ ਥੋੜੋ ਰਿਹਾ ਸੀ। ਸੋ ਇਹ ਸਭ ਇਹਨਾਂ ਨੇ ਡਰਦਿਆਂ ਨੇ ਲਾਂਘਾ ਵੀ ਕੱਲ ਤਾਂ ਹੀ ਖੋਲਿਆ ਇਹਨਾਂ ਨੇ, ਅੱਜ ਬਿੱਲ ਰੱਦ ਕਰਤੇ। ਬਹੁਤ ਤੁਹਾਨੂੰ ਵਧਾਈਆਂ ਸਾਰਿਆਂ ਨੂੰ, ਪ੍ਰਕਾਸ਼ ਪੁਰਬ ਦੇ ਨਾਲ ਨਾਲ ਇਸ ਗੱਲ ਦੀ ਵੀ ਵਧਾਈ। ਸੋ ਸਤਿਗੁਰੂ ਕਿਰਪਾ ਕਰਨ, ਸਾਰੇ ਘਰਾਂ ਵਿੱਚ ਸੁੱਖ ਸ਼ਾਂਤੀ ਗੁਰਮਤਿ ਦਾ ਪ੍ਰਕਾਸ਼ ਕਰਨ। ਮੇਰੀਓ ਭੈਣੋ, ਜੋਤਾਂ ਬਾਲਣੀਆਂ ਬੰਦ ਕਰ ਦਿਓ ਘਰ ਦੇ ਵਿੱਚ। ਅਗਰ ਗੁਰਦੁਆਰੇ ਤੁਹਾਡੇ ਜੋਤ ਬਲਦੀ ਹੈ ਤਾਂ ਉਹਨੂੰ ਬੰਦ ਕਰ ਦਿਓ, ਮਨ ਮਤ ਹੈ। ਇੱਥੇ ਨਾਮ ਤੇਰੇ ਕੀ ਜੋਤ ਲਗਾਈ, ਇੱਥੇ ਨਾਮ ਦੀ, ਗਿਆਨ ਦੀ, ਬਾਣੀ ਦੀ ਜੋਤ ਜਗਾਉਣੀ ਹੈ। ਹਾਂ, ਜੇ ਤੁਹਾਡੇ ਕੋਲੇ ਦੇਸੀ ਘਿਓ ਵਾਧੂ ਆ ਤੇ ਪਿੰਡ ਵਿੱਚ ਕੋਈ ਗਰੀਬ ਪਰਿਵਾਰ ਹੋਣਾ, ਕਿਸੇ ਬੱਚੀ ਦਾ ਜਣੇਪਾ ਹੋਣਾ, ਕੋਈ ਬੱਚੀ ਪ੍ਰੈਗਨੈਂਟ ਹੋਏਗੀ, ਉਹਨੂੰ ਦੇ ਆਇਓ ਜਾ ਕੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਤੁਹਾਡਾ ਗੁਰੂ ਨਾਨਕ ਖੁਸ਼ ਹੋ ਜਾਏਗਾ, ਤੁਹਾਨੂੰ ਬਾਲਣ ਦੀ ਫੂਕਣ ਦੀ ਲੋੜ ਨਹੀਂ ਪੈਣੀ। ਆਓ ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਥਾਣਾ ਸ਼ੇਰਪੁਰ ਅਤੇ ਧੂਰੀ, ਵਧਾਈ ਹੈ ਜੀ ਤੁਹਾਨੂੰ। ਮੈਨੂੰ ਵੀ ਖੁਸ਼ੀ ਹੁੰਦੀ ਹੈ ਜਿੱਥੇ ਗੁਰਮਤਿ ਲਾਗੂ ਹੁੰਦੀ ਹੈ, ਮੈਨੂੰ ਵੀ ਖੁਸ਼ੀ ਹੁੰਦੀ ਹੈ। 328 ਸਰੂਪ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ 328 ਸਰੂਪ ਛਪੇ, ਪ੍ਰਕਾਸ਼ਿਤ ਜਿੱਥੇ ਹੁੰਦੇ ਨੇ ਉੱਥੇ ਛਪੇ ਪ੍ਰਕਾਸ਼ਨ ਦੇ ਵਿੱਚ। ਪਰ ਅੱਜ ਤੱਕ ਕਿਸੇ ਨੂੰ ਨਹੀਂ ਪਤਾ ਬਿਨਾਂ ਬਾਦਲਾਂ ਤੋਂ ਬਾਪੂ ਜੀ ਕਿੱਥੇ ਨੇ ਉਹ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮੈਂ ਤੋਂ ਬੁਲਾ ਹੀ ਲਿਆ ਤੁਸੀਂ ਹੁਣ। ਬਾਦਲਾਂ ਨੂੰ ਪਤਾ, ਬਾਦਲਾਂ ਨੂੰ ਲੰਮੇ ਪਾਇਓ, ਜਦੋਂ ਪਿੰਡ 'ਚ ਵੜਨਗੇ ਉਹ ਦੱਸਣਗੇ ਕਿੱਥੇ ਨੇ। ਹਾਂ, ਅੱਜ ਗੁਰਬਾਣੀ ਖੁਦ ਪੜੋ, ਰਸਤਾ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਨੇ ਦਿਖਾਉਣਾ ਆ। ਜਦੋਂ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਜੰਗ ਲਈ ਜਾਂਦੇ ਸੀ ਨਾ ਬਾਪੂ ਜੀ, ਉਹ ਮੱਥਾ ਟੇਕ ਕੇ ਨਿਕਲਦੇ ਸੀ, ਹੁਕਮਨਾਮਾ ਲੈ ਕੇ ਤੁਰਦੇ ਸੀ। ਅਸੀਂ ਨਹੀਂ ਹੁਕਮਨਾਮਾ ਲੈਂਦੇ, ਅਸੀਂ ਹੁਕਮਨਾਮਾ ਨਹੀਂ ਲੈ ਕੇ ਤੁਰਦੇ। ਅਸੀਂ ਨਿਚਾ ਨਹੀਂ ਕੀਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ, ਅਸੀਂ ਨਿਚਾ ਕਰੀਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਖੁਦ ਪੜ੍ਹੀਏ। ਰਸਤਾ ਤੇ ਬਾਪੂ ਨਹੀਂ ਦੇਣਾ ਨਾ, ਹੋਰ ਕਿਹਨੇ ਦੇਣਾ ਸਾਨੂੰ ਰਸਤਾ? ਇਸੇ ਗੁਰੂ ਗ੍ਰੰਥ ਸਾਹਿਬ ਨੇ ਰਸਤਾ ਦੇਣਾ। ਜਿੰਨੇ ਸਾਡੇ ਸ਼ਹੀਦ, ਸਾਰਿਆਂ ਨੂੰ ਐਡੀ ਮਹਾਨ ਸ਼ਹਾਦਤਾਂ ਵਰਦਾਨ ਕਿਹਨੇ ਦਿੱਤਾ? ਗੁਰੂ ਗ੍ਰੰਥ ਸਾਹਿਬ ਨੇ ਦਿੱਤਾ। ਸ਼ਹਾਦਤਾਂ ਨਿਕਲੀਆਂ ਕਿੱਥੋਂ? ਗੁਰੂ ਗ੍ਰੰਥ ਸਾਹਿਬ ਚੋਂ ਨਿਕਲੀਆਂ। ਸੋ ਆਓ, ਸਾਡੇ ਵੀ ਸਾਰੇ ਮਸਲੇ ਹੱਲ ਕੇਵਲ ਗੁਰੂ ਗ੍ਰੰਥ ਸਾਹਿਬ ਕੋਲੋਂ ਹੋਣੇ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। 328 ਸਰੂਪ ਦਾ ਜਵਾਬ ਮੈਂ ਬਾਪੂ ਜੀ ਦੇਤਾ, ਕਿੰਨਾ ਕੋਲੋਂ ਮਿਲਣਾ ਤੁਹਾਨੂੰ? ਬਿਲਕੁਲ ਬਾਪੂ ਜੀ, ਅਸੀਂ ਉੱਥੇ ਵੀ ਗਏ ਆ। ਮੇਰੇ ਘਰੇ ਤਾਂ ਸੀਏ ਸਟਾਫ ਵਾਲੇ ਆ ਕੇ ਗਏ ਨੇ। 2015 ਦੇ ਵਿੱਚ ਜਿਹੜੇ ਧਰਨੇ ਲੱਗੇ ਸੀ ਸ਼ੇਰਪੁਰ ਦੇ ਵਿੱਚ, ਹੈੱਡ ਮੈਂ ਸੀ। ਮੈਨੂੰ ਇੱਥੋਂ ਤੱਕ ਧਮਕੀਆਂ ਮਿਲੀਆਂ ਸਾਡੇ ਪ੍ਰਸ਼ਾਸਨ ਵੱਲੋਂ, ਕਹਿੰਦੇ ਨਕਲੀ ਬੰਬ, ਪੈਟਰੋਲ ਬੰਬ ਬਣਾਉਣ ਦਾ ਤੇਰੇ ਤੇ ਪਰਚਾ ਪਾਵਾਂਗੇ। ਮੈਂ ਤਾਂ ਨਾਮ ਲੈ ਕੇ ਕਹਿਤਾ ਬਾਪੂ ਜੀ, ਹੋਰ ਕੀ ਕਹਾਂ। ਸਾਡੇ ਸ਼ੇਰਪੁਰ ਦੇ ਜਿੰਨੇ ਅਕਾਲੀ ਨੇ ਮੇਰੇ ਵੱਲ ਨਹੀਂ ਝਾਕਦੇ, ਹੋਰ ਦੱਸੋ। ਜਿੰਨੇ ਨੇ ਮੇਰੇ ਵੱਲ ਨਹੀਂ ਝਾਕਦੇ, ਨਾਮੀ ਨੇ, ਵੱਡੇ ਵੱਡੇ ਨੇ। ਸੋ ਆਓ, ਦੋਖੀ ਨੇ ਬਾਪੂ ਜੀ ਦੇ। ਮੈਂ ਤੁਹਾਡੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ। ਜਿੰਨੀ ਦੇਰ ਦੁਸ਼ਮਣ ਦੀ ਪਛਾਣ ਨਹੀਂ ਹੁੰਦੀ, ਸਾਤੋਂ ਜਿੱਤਿਆ ਨਹੀਂ ਜਾਣਾ। ਸੱਚ ਕਰਕੇ ਜਾਣਿਓ, ਤੁਹਾਡਾ ਅਸਲ ਦੁਸ਼ਮਣ RSS ਹੈ। ਉਹਦੀ ਇੱਕ ਸ਼ਾਖਾ ਅਕਾਲੀ ਨੇ, ਉਹਦੀ ਇੱਕ ਸ਼ਾਖਾ BJP ਹੈ, ਮੁੱਖ RSS ਹੈ। ਉਹਦੀ ਉੱਥੋਂ ਹੀ ਸਾਰਾ ਕੁਝ ਨਿਕਲਿਆ ਹੈ। ਤਾਂ ਮੇਰੇ ਕੋਲ ਤਾਂ ਬਹੁਤ ਕੁਝ ਆ ਬਾਪੂ ਜੀ, ਅਸੀਂ ਥੋੜਾ ਜਿਹਾ ਐਂ ਕਰਕੇ ਬੋਲਦੇ ਹਾਂ ਕਿਉਂਕਿ ਬਾਅਦ 'ਚ ਮੁਸ਼ਕਲਾਂ ਬੜੀਆਂ ਆਉਂਦੀਆਂ ਨੇ, ਬੁਲਾਉਣ ਵਾਲਿਆਂ ਨੂੰ ਵੀ ਤੇ ਬੋਲਣ ਵਾਲਿਆਂ ਨੂੰ ਵੀ। ਆਓ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੇਵਲ ਓਟ ਆਸਰਾ ਗੁਰੂ ਗ੍ਰੰਥ ਸਾਹਿਬ ਦਾ ਲੈਣਾ। ਜੇ ਗੁਰੂ ਸਾਹਿਬਾਨਾਂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਂਦੇ ਹੋ ਭਾਈ, ਤਾਂ ਖੋਪੜ ਵਿੱਚ ਵੀ ਪ੍ਰਕਾਸ਼ ਕਰਨਾ, ਮਨਾਂ ਵਿੱਚ ਵੀ ਪ੍ਰਕਾਸ਼ ਕਰਨਾ। ਬਾਣੀ ਖੁਦ ਪੜ੍ਹੀਏ, ਬਾਣੀ ਵਿੱਚ ਜੋ ਲਿਖਿਆ ਉਹਨੂੰ ਮੰਨੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਭਾਈ ਮਰਦਾਨਾ ਜੀ ਸੰਗੀਤ ਅਕੈਡਮੀ ਸ਼ੇਰਪੁਰ ਅਤੇ ਧੂਰੀ ਵੱਲੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਆਓ ਆਨੰਦ ਸਾਹਿਬ ਪੜ੍ਹ ਕੇ ਉਪਰੰਤ ਸਮਾਪਤੀ ਪਾਈ। ਸਾਰੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਰੀ ਸੰਗਤ ਦਾ, ਭੈਣਾਂ ਦਾ, ਵੀਰਾਂ ਦਾ, ਸਭ ਦਾ ਸ਼ੁਕਰਾਨਾ ਭਾਈ। ਕੋਟਾਨ ਕੋਟ ਸ਼ੁਕਰ ਮੇਰੇ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦਾ, ਜਿਹੜੇ ਆਪ ਹੀ ਗਵਾ ਲੈਂਦੇ ਨੇ, ਆਪ ਹੀ ਬੁਲਾ ਲੈਂਦੇ ਨੇ।
राम कली महला तीजा आनंद एक ओंकार सतगुरु प्रसाद आनंद पया मेरी माए सतगुरु मैं पाए सतगुर का पाया सहज सेती मन वजिया राग रतन परवार परियां शब्द गावण आइयां शब्दों ता गावो मन जिनी वसाया कह नानक सतगुरु मैं पाया हे मन मेरे तू सदा रहो हर नाल रहो तू मन में दुख सब विसारना करे तेरा कारज सब सवारना सबना गला समरथ स्वामी सो क्यों मनु विसारे कह नानक सदा रहो हर नाले साचे साहिबा क्या नहीं करते रे करता तेरे सब कुछ है जिस दे सो सदा सिफ्त सलाह तेरी नाम मन बसावे नाम जिनके मन वसया वाजे शब्द कनेरे कहे नानक क्या नहीं करते रे सच्चा नाम मेरा आधारो सच नाम आधार मेरा जिन कर शांत सुख मन आए वसया जिन इच्छा सब पुजाइया सदा कुर्बान पिता गुर मिटो कहे नानक शब्द तरो प्यारो साचा नाम मेरा आधारो वाजे पंच शब्द तित कर सपाके शब्द वाजे कला जित कर तारिया पंच दुख खुद वस कीते काल कंट कुमार पाया तुझ जिनको नाम है के लागे कैसे हो आदित कर अनहद बाजे आदम सुनो पट पासियो सगल मनोरथ पार ब्रह्म कब पाया उतरे सगल विसूरे दुख योग संताप उतरे सुनी सची बाणी संत साजन पै सरसे सुनते उम्मीद कहते तो सतगुर है परिपूर्ण चरण लागे बाजे अनहद तुए सलो पवन गुरु पाणी पिता माता तरफ तिस रात ताई साया खिलत दुनिया पुरियां आके तंदूर कर्मी आपो अपनी गिर के जिनी नाम ते आया गए शब्द काल नानक ते मुख मोचले किरपी छुट्टी नाल जिनी नाम ते आया गए शब्द काल नानक ते मुख बुझने किरपी छुट्टी नाल